भंजन तेरा नाम जी दुख भंजन तेरा नाम। आठ पहर आराध्य आठ पहर आराध्य पूरन सतगुर ज्ञान दुख भंजन तेरा नाम जी दुख भंजन तेरा नाम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਸ਼ਬਦ ਸਰਵਨ ਕੀਤਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਇਹ ਸ਼ਬਦ ਪ੍ਰਗੁਣ ਕੌਰ ਹੈ ਦਿੱਲੀ ਵਿੱਚ ਹੁੰਦੇ ਨੇ ਤੇ ਉਹਨਾਂ ਦੀ ਆਵਾਜ਼ ਵਿੱਚ ਰਿਕਾਰਡ ਕਰਕੇ ਸਾਡੇ ਕੋਲ ਪਹੁੰਚਿਆ ਸੀ ਤੇ ਅਸੀਂ ਅੱਜ ਉਹ ਆਪ ਜੀ ਨਾਲ ਸਾਂਝਾ ਕੀਤਾ ਹੈ। ਤੋ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹਾਂਗਾ। ਕੋਵਿਡ-19 ਜਿਹਨੂੰ ਕਿ ਕਰੋਨਾ ਵਾਇਰਸ ਵੀ ਅਸੀਂ ਕਹਿ ਦਿੰਦੇ ਹਾਂ ਉਹਦੇ ਬਾਰੇ। ਜਿਵੇਂ ਕਿ ਹੁਣ ਲੋਕਡਾਊਨ 3 ਜਿਹਨੂੰ ਕਿ ਕਿਹਾ ਜਾਂਦਾ ਹੈ ਜਾਂ ਕਿਹਾ ਜਾ ਰਿਹਾ ਸੀ, ਉਹ ਹੁਣ ਖਤਮ ਹੋ ਰਿਹਾ ਹੈ ਤੇ ਅਸੀਂ ਇਸ ਲੋਕਡਾਊਨ ਚੋਂ ਬਾਹਰ ਕਿਵੇਂ ਨਿਕਲਣਾ ਹੈ ਤੇ ਬਾਹਰ ਨਿਕਲ ਕੇ ਅਸੀਂ ਕੀ ਪ੍ਰੀਕਾਸ਼ਨਸ ਲੈਣੀਆਂ ਨੇ, 2 ਮਿੰਟ ਆਪਾਂ ਉਸ ਬਾਰੇ ਗੱਲ ਕਰ ਲੈਂਦੇ ਹਾਂ। ਤੇ ਉਨੀ ਦੇਰ ਮੈਂ ਦਿਵਨੀਤ ਕੌਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਜੋ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਉਹਦੇ ਨਾਲ ਤਿਆਰ ਰਹਿਣ। ਸੋ ਜਿਹੜਾ ਇਹ ਲੋਕਡਾਊਨ 3 ਹੈ ਇਹ ਹੁਣ ਖਤਮ ਹੋ ਰਿਹਾ ਹੈ ਤੇ ਗ੍ਰੈਜੂਅਲੀ ਸਾਰਾ ਕੁਝ ਹੁਣ ਦੁਬਾਰਾ ਖੁੱਲਣਾ ਸ਼ੁਰੂ ਹੋ ਜਾਏਗਾ ਤੇ ਸਾਨੂੰ ਬਹੁਤ ਪ੍ਰੀਕਾਸ਼ਨਸ ਲੈ ਕੇ ਹੁਣ ਸੋਸਾਇਟੀ ਦੇ ਵਿੱਚ ਵਿਚਰਨਾ ਪਏਗਾ, ਕਿਉਂਕਿ ਜਿਹੜਾ ਇਹ ਵਾਇਰਸ ਹੈ ਕੋਵਿਡ-19 ਇਹ ਕੁਝ ਟਾਈਮ ਹਾਲੇ ਰਹੇਗਾ, ਕੁਝ ਮਹੀਨੇ ਰਹਿੰਦਾ ਹੈ ਜਾਂ ਸਾਲ ਰਹਿੰਦਾ ਹੈ, ਇਹ ਹਾਲੇ ਕਹਿਣਾ ਬਹੁਤ ਮੁਸ਼ਕਿਲ ਹੈ। ਬਟ ਜਿੰਨੀ ਦੇਰ ਤੱਕ ਇਹਦਾ ਕੋਈ ਪ੍ਰੋਪਰ ਇਲਾਜ ਜਾਂ ਕੋਈ ਵੈਕਸੀਨ ਨਹੀਂ ਰਿਸਰਚ ਹੋ ਜਾਂਦਾ ਉਨੀ ਦੇਰ ਤੱਕ ਇਹ ਸਾਡੀ ਸੋਸਾਇਟੀ ਵਿੱਚ ਰਹੇਗਾ ਤੇ ਸਾਨੂੰ ਇਸ ਵਾਇਰਸ ਦੇ ਨਾਲ ਹੀ ਜੀਣ ਦੀ ਆਦਤ ਪਾਣੀ ਪਏਗੀ। ਆਪਣੇ ਆਪ ਦੇ ਵਿੱਚ ਆਪਣੇ ਲਾਈਫ ਸਟਾਈਲ ਵਿੱਚ ਕੁਝ ਚੇਂਜਸ ਲਿਆਉਣੀਆਂ ਪੈਣਗੀਆਂ। ਤੋ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਕਿ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਕਰਨੀ ਹੈ, ਐਕਚੁਅਲੀ ਸੋਸ਼ਲ ਡਿਸਟੈਂਸਿੰਗ ਇਜ਼ ਨਾਟ ਅ ਰਾਈਟ ਵਰਡ। ਸੋਸ਼ਲ ਡਿਸਟੈਂਸਿੰਗ ਦਾ ਮਤਲਬ ਹੋ ਜਾਂਦਾ ਕਿ ਅਸੀਂ ਸੋਸਾਇਟੀ ਨਾਲੋਂ ਹੀ ਡਿਸਟੈਂਸ ਹੋ ਜਾਈਏ, ਸੋਸਾਇਟੀ ਨਾਲੋਂ ਹੀ ਕੱਟ ਆਫ ਹੋ ਜਾਈਏ। ਉਹ ਚੀਜ਼ ਨਹੀਂ ਆਪਾਂ ਕਰਨੀ। ਫਿਜ਼ੀਕਲ ਡਿਸਟੈਂਸਿੰਗ ਜੋ ਹੈ ਉਹ ਸਾਡੇ ਹਿਸਾਬ ਨਾਲ ਬੈਟਰ ਟਰਮੀਨੋਲੋਜੀ ਹੈ, ਬਟ ਚਲੋ ਜੋ ਵੀ ਹੁਣ ਜਿਹੜਾ ਕਿ ਵਾਈਡ ਸਪਰੈਡ ਯੂਜ਼ ਦੇ ਵਿੱਚ ਹੈ ਸੋਸ਼ਲ ਡਿਸਟੈਂਸਿੰਗ। ਐਕਚੁਅਲੀ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਫਿਜ਼ੀਕਲ ਡਿਸਟੈਂਸਿੰਗ ਹੈ। ਸੋ ਹੁਣ ਜਦੋਂ ਅਸੀਂ ਘਰੋਂ ਬਾਹਰ ਨਿਕਲਣਾ ਹੈ, ਕੋਈ ਸਮਾਨ ਲੈਣ ਜਾਣਾ ਹੈ ਜਾਂ ਅਸੀਂ ਆਪਣੇ ਆਫਿਸ ਵਿੱਚ ਜਾਣਾ ਹੈ ਜਾਂ ਸਕੂਲ ਕਾਲਜਿਸ ਗ੍ਰੈਜੂਅਲੀ ਖੁੱਲ੍ਹਣਗੇ ਤਾਂ ਅਸੀਂ ਘੱਟੋ ਘੱਟ 3 ਤੋਂ 4 ਫੁੱਟ ਦਾ ਡਿਸਟੈਂਸ ਜਿਹੜਾ ਹੈ ਇੱਕ ਦੂਜੇ ਤੋਂ ਬਣਾ ਕੇ ਰੱਖਣਾ, ਕਿਉਂਕਿ ਜਿਹੜਾ ਸਭ ਤੋਂ ਕਾਮਨੈਸਟ ਮੋਡ ਆਫ ਸਪਰੈਡ ਹੈ ਕੋਵਿਡ ਦਾ ਉਹ ਡ੍ਰੌਪਲੇਟਸ ਦੇ ਥਰੂ ਹੈ, ਏਰੋਸੋਲਸ ਦੇ ਥਰੂ ਹੈ। ਸੋ ਜੇ ਅਸੀਂ ਇਹਨਾਂ ਡਿਸਟੈਂਸ ਮੇਨਟੇਨ ਕਰਕੇ ਰੱਖਾਂਗੇ ਤਾਂ ਅਸੀਂ ਦੂਜੇ ਬੰਦੇ ਤੋਂ ਇਨਫੈਕਸ਼ਨ ਜਿਹੜੀ ਹੈ ਉਹ ਅਸੀਂ ਨਹੀਂ ਲਵਾਂਗੇ। ਨੰਬਰ 1। ਨੰਬਰ 2, ਸਾਡੀ ਆਦਤ ਹੁੰਦੀ ਹੈ ਕਿ ਸਾਡੇ ਹੱਥ ਕਿਧਰੇ ਨਾ ਕਿਧਰੇ ਲੱਗਦੇ ਰਹਿੰਦੇ ਨੇ ਕਿਸੇ ਨਾ ਕਿਸੇ ਸਰਫੇਸ ਤੇ। ਤੋ ਇੱਕ 8ਵੀਂ 9ਵੀਂ ਦੀ ਕਲਾਸ ਦੇ ਵਿੱਚ ਸਾਡੀ ਕਿਤਾਬ ਦੇ ਵਿੱਚ ਇੱਕ ਚੈਪਟਰ ਹੁੰਦਾ ਸੀ ਮਹਾਨ ਹੈ ਉਹ ਵਿਅਕਤੀ, ਤੇ ਉਹਦੇ ਚੋਂ ਵਿਅੰਗ ਸੀ, ਉਹਨਾਂ ਨੇ ਲਿਖਿਆ ਵੀ ਕਿਹੜਾ ਵਿਅਕਤੀ ਮਹਾਨ ਹੈ ਜਿਹੜਾ ਆਪਣੇ ਹੱਥ ਆਪਣੇ ਕੋਲ ਸੰਭਾਲ ਕੇ ਰੱਖ ਸਕਦਾ ਹੋਵੇ। ਜੇ ਅਸੀਂ ਕਿਧਰੇ ਖੜੇ ਹਾਂ ਕੁਰਸੀ ਦੀ ਢੋਅ ਨਾਲ ਤੇ ਕੁਰਸੀ ਨੂੰ ਹੱਥ ਲਗਾ ਲਾਂਗੇ, ਜੇ ਅਸੀਂ ਦੀਵਾਰ ਦੀ ਢੋਅ ਨਾਲ ਖੜੇ ਹਾਂ ਤਾਂ ਦੀਵਾਰ ਨੂੰ ਹੱਥ ਲਗਾ ਲਾਂਗੇ, ਜੇ ਅਸੀਂ ਟੇਬਲ ਤੇ ਬੈਠੇ ਹਾਂ ਕਦੀ ਪੈਨ ਕਦੀ ਕੌਲੀ ਕਦੀ ਪਿੰਨ ਕੁਛ ਨਾ ਕੁਛ ਅਸੀਂ ਹੱਥ ਲਗਾਉਂਦੇ ਰਹਿੰਦੇ ਹਾਂ। ਇਸ ਚੀਜ਼ ਨੂੰ ਸਾਨੂੰ ਅਵੋਇਡ ਕਰਨਾ ਪਏਗਾ, ਕਿਉਂਕਿ
ਸਰਫੇਸ ਤੇ ਜਿਹੜੀ ਕੋਈ ਵਾਇਰਸ ਹੋਏਗਾ, ਕੋਈ ਇਨਫੈਕਸ਼ਨ ਏਜੰਟ ਹੋਏਗਾ, ਉਹ ਫਿਰ ਇੱਦਾਂ ਸਾਡੇ ਕੋਲ ਟ੍ਰਾਂਸਮਿਟ ਹੋ ਸਕਦਾ ਹੈ। ਤੋ ਇਸ ਲਈ ਇੱਕ ਤਾਂ ਇਹ ਆਪਣੇ ਹੱਥ ਆਪਣੇ ਕੋਲ ਸੰਭਾਲ ਕੇ ਰੱਖਣੇ ਹੈ, ਤੇ ਸੈਕਿੰਡ ਜਿਹੜਾ ਹੈ ਉਹ ਇਹ ਹੈ ਕਿ ਬਾਰ-ਬਾਰ ਆਪਾਂ ਹੱਥ ਸਾਬਣ ਨਾਲ ਧੋਣੇ ਨੇ। ਸੋਪ ਐਂਡ ਵਾਟਰ ਸਿੰਪਲ ਜਿਹੜਾ ਹੈ ਉਹ ਸਫੀਸ਼ੀਐਂਟ ਹੈ, ਬਟ ਇੱਕ ਵਾਰੀ ਜਦੋਂ ਅਸੀਂ ਹੱਥ ਧੋਣੇ ਆ ਤਾਂ ਐਟਲੀਸਟ 20 to 30 ਸੈਕਿੰਡਸ ਦਾ ਜਿਹੜਾ ਟਾਈਮ ਹੈ ਉਹ ਅਸੀਂ ਜ਼ਰੂਰ ਲਗਾਉਣਾ। ਤੇ ਹੈਂਡ ਵਾਸ਼ਿੰਗ ਦੇ ਜਿਹੜੇ ਨੇ ਉਹ ਕੁਝ ਸਟੈਪਸ ਹੁੰਦੇ ਆ ਜਿਹੜੇ ਕਿ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਲੱਗਿਆ। ਪਹਿਲਾ ਸਟੈਪ ਹੁੰਦਾ ਹੈ ਕਿ ਅਸੀਂ ਪਾਮਸ ਨੂੰ ਆਪਸ ਦੇ ਵਿੱਚ ਰਬ ਕਰਨਾ ਹੈ, ਠੀਕ ਹੈ ਜੀ। ਸੈਕਿੰਡ ਹੈ ਕਿ ਅਸੀਂ ਬੈਕ ਨੂੰ ਚੰਗੀ ਤਰ੍ਹਾਂ ਰਬ ਕਰਨਾ ਹੈ। ਥਰਡ ਹੈ ਕਿ ਅਸੀਂ ਜਿਹੜੇ ਇਹ ਇੰਟਰ ਡਿਜੀਟਲ ਸਪੇਸਿਸ ਕਹਿੰਦੇ ਆ, ਜਿਹੜੀ ਉਂਗਲਾਂ ਦੇ ਵਿਚਕਾਰ ਜਗ੍ਹਾ ਹੈ, ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਉਹ ਰਬ ਕਰਨਾ ਹੈ। ਫੋਰਥ ਜਿਹੜਾ ਹੈ ਨਕਲਸ ਨੂੰ ਅਸੀਂ ਚੰਗੀ ਤਰ੍ਹਾਂ ਦੋਨੋਂ ਹੱਥਾਂ ਦੇ ਨਕਲਸ ਨੂੰ ਰਬ ਕਰਨਾ ਹੈ। ਫਿਫਥ ਇਜ਼ ਥੰਬ, ਕਿ ਅੰਗੂਠੇ ਨੂੰ ਅਸੀਂ ਚੰਗੀ ਤਰ੍ਹਾਂ ਕਰਨਾ ਹੈ। ਸਿਕਸਥ ਹੁੰਦੇ ਆ ਨੇਲ ਟਿਪਸ, ਐਦਾਂ ਕਰਕੇ। ਤੇ ਸੈਵਨਥ ਜਿਹੜਾ ਉਹ ਰਿਸਟ, ਜੋ ਸਾਡਾ ਗੁੱਟ ਹੈ। ਤੋ ਅਸੀਂ ਅਗਰ ਇਹ ਸਾਰੇ ਸਟੈਪਸ ਕਰਾਂਗੇ ਤਾਂ ਆਟੋਮੈਟਿਕਲੀ 20-30 ਸੈਕਿੰਡ ਜਿਹੜੇ ਨੇ ਉਹ ਲੱਗ ਜਾਂਦੇ ਆ। ਫ੍ਰੀਕੁਐਂਟ ਹੈਂਡ ਵਾਸ਼ਿੰਗ, ਹੱਥਾਂ ਨੂੰ ਅਨਨੈਸੈਸਰੀਲੀ ਸਰਫੇਸਿਸ ਤੇ ਨਹੀਂ ਲਗਾਉਣਾ। ਤੇ ਤੀਜੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਅਗਰ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਤਾਂ ਡਾਕਟਰ ਕੋਲ ਜਾਂ ਹਸਪੀਟਲਸ ਵਿੱਚ ਸਿਰਫ ਉਦੋਂ ਹੀ ਜਾਣਾ ਹੈ ਜਦੋਂ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੋਵੇ। ਰੂਟੀਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਕਿ ਕੋਈ ਹਲਕਾ ਜਿਹਾ ਕੋਈ ਬੁਖਾਰ ਹੈ, ਪੇਟ ਦਰਦ ਹੈ, ਕਿਸੇ ਨੂੰ ਕੋਈ ਗੈਸ ਦੀ ਪ੍ਰੋਬਲਮ ਹੈ, ਕਿਉਂਕਿ ਮੈਂ ਗੈਸਟਰੋ ਡਿਪਾਰਟਮੈਂਟ ਦੇ ਵਿੱਚ ਹਾਂ, ਤਾਂ ਜਿਹੜੀਆਂ ਮਾਈਨਰ ਚੀਜ਼ਾਂ ਨੇ ਉਹ ਟੈਲੀਫੋਨਿਕਲੀ ਜਾਂ ਟੈਲੀਮੈਡੀਸਿਨ ਦੇ ਨਾਲ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ। ਹਸਪੀਟਲਸ ਦੇ ਵਿੱਚ ਸਿਰਫ ਉਦੋਂ ਹੀ ਜਾਣਾ ਹੈ ਜਦੋਂ ਕਿ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੋਵੇ, ਤਾਂ ਹੀ ਅਸੀਂ ਘਰੋਂ ਬਾਹਰ ਐਟਲੀਸਟ ਹਸਪੀਟਲਸ ਦੇ ਇਨਵਾਇਰਮੈਂਟ ਵਿੱਚ ਉਦੋਂ ਹੀ ਜਾਈਏ, ਕਿਉਂਕਿ ਹਸਪੀਟਲਸ ਦਾ ਇਨਵਾਇਰਮੈਂਟ ਜਿਹੜਾ ਹੈ ਕਾਫੀ ਇਨਫੈਕਸ਼ੀਅਸ ਇਨਵਾਇਰਮੈਂਟ ਹੋਏਗਾ ਐਜ਼ ਕੰਪੇਅਰ ਟੂ ਬਾਕੀ ਜਿਹੜੀਆਂ ਜਗ੍ਹਾ ਹੋਣਗੀਆਂ, ਕਿਉਂਕਿ ਉੱਥੇ ਬਹੁਤ ਸਾਰੇ ਜਿਹੜੇ ਨੇ ਉਹ ਪੇਸ਼ੈਂਟਸ ਹੋਣਗੇ। ਸੋ ਇਹ ਕੁਝ ਗੱਲਾਂ ਦਾ ਆਪਾਂ ਧਿਆਨ ਰੱਖਣਾ। ਫਿਜ਼ੀਕਲ ਡਿਸਟੈਂਸਿੰਗ, ਨਾਟ ਸੋਸ਼ਲ ਡਿਸਟੈਂਸਿੰਗ। ਅਸੀਂ ਸੋਸ਼ਲੀ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ। ਅਸੀਂ ਨਵੇਂ ਮਾਧਿਅਮ ਹੁਣ ਸਾਡੇ ਕੋਲ ਆ ਗਏ ਨੇ, ਜ਼ੂਮ ਆ ਗਿਆ ਹੈ, ਵਟਸਐਪ ਹੈ, ਗੂਗਲ ਮੀਟ ਹੈ, ਫੇਸਬੁੱਕ ਹੈ। ਤੋ ਇਹਨਾਂ ਸਾਰਿਆਂ ਦੀ ਸਹੀ ਤਰੀਕੇ ਨਾਲ, ਸਹੀ ਢੰਗ ਨਾਲ ਵਰਤੋਂ ਕਰਕੇ ਅਸੀਂ ਇੱਕ ਦੂਜੇ ਦੇ ਕੰਟੈਕਟ ਵਿੱਚ ਰਹਿਣਾ, ਚਾਹੇ ਅਸੀਂ ਫਿਜ਼ੀਕਲੀ ਮਿਲ ਸਕੀਏ ਨਾ ਮਿਲ ਸਕੀਏ। ਤਾਂ ਸੋਸ਼ਲ ਡਿਸਟੈਂਸਿੰਗ ਨਹੀਂ ਕਰਨੀ, ਫਿਜ਼ੀਕਲ ਡਿਸਟੈਂਸਿੰਗ ਕਰਨੀ ਹੈ ਕਿ ਇੱਕ ਦੂਜੇ ਤੋਂ ਘੱਟੋ ਘੱਟ 3 ਤੋਂ 4 ਫੁੱਟ ਦਾ ਜਿਹੜਾ ਡਿਸਟੈਂਸ ਹੈ ਉਹ ਮੇਨਟੇਨ ਰੱਖਣਾ ਹੈ, ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਹੈ। ਤੇ ਘਰੋਂ ਬਾਅਦ ਸਪੈਸ਼ਲੀ ਹਸਪੀਟਲ ਵਿੱਚ ਉਦੋਂ ਹੀ ਜਾਣਾ ਹੈ ਜਦੋਂ ਕਿ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੋਵੇ, ਅਦਰਵਾਈਜ਼ ਟੈਲੀਮੈਡੀਸਿਨ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਹੁਣ ਮੈਂ ਦਿਵਨੀਤ ਕੌਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੀ ਪ੍ਰੈਜੈਂਟੇਸ਼ਨ ਲੈ ਕੇ ਆਉਣ। ਦਿਵਨੀਤ ਕੌਰ ਨੇ ਸਾਡੇ ਨਾਲ ਅੱਜ ਗੱਲ ਕਰਨੀ ਹੈ ਲਿਸਨਿੰਗ ਦੇ ਬਾਰੇ, ਇੰਪੋਰਟੈਂਸ ਆਫ ਲਿਸਨਿੰਗ। ਦਿਵਨੀਤ ਕੌਰ ਜੀ, ਤੁਸੀਂ ਇੱਕ ਵਾਰੀ ਆਪਣੀ ਵੌਇਸ ਵੀ ਚੈੱਕ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਠੀਕ ਹੈ ਜੀ। ਅੱਜ ਅਸੀਂ ਗੱਲ ਕਰਾਂਗੇ ਇੰਪੋਰਟੈਂਸ ਆਫ ਲਿਸਨਿੰਗ ਤੇ। ਲਿਸਨਿੰਗ ਦੀ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਆਓ ਦੇਖਦੇ ਹਾਂ ਐਕਚੁਅਲ ਲਿਸਨਿੰਗ ਕੀ ਹੈ। What is listening? Listening is the ability to accurately receive and interpret messages in the communication process. Listening ਤੋਂ ਭਾਵ ਸੁਣਨਾ, ਜਿਸ ਭਾਵ ਵਿੱਚ ਕੋਈ ਸਾਨੂੰ ਕੁਝ ਕਹਿ ਰਿਹਾ ਹੈ ਉਸਨੂੰ ਉਸੇ ਭਾਵ ਵਿੱਚ ਸੁਣਨਾ ਤੇ ਸਮਝਣਾ। ਲਿਸਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਅਸੀਂ ਦੇਖਦੇ ਹਾਂ ਕਿਨ ਕਾਰਨਾਂ ਕਰਕੇ। ਇਟ ਇੰਪਰੂਵਸ ਆਰ ਨੌਲੇਜ ਐਂਡ ਅੰਡਰਸਟੈਂਡਿੰਗ। ਜਦੋਂ ਅਸੀਂ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਸਾਡੇ ਗਿਆਨ ਤੇ ਸਾਡੀ ਸਮਝ ਵਿੱਚ ਵਾਧਾ ਹੁੰਦਾ ਹੈ। ਇਟ ਅਵੋਇਡਸ ਮਿਸਕਮਿਊਨੀਕੇਸ਼ਨ। ਜਦੋਂ ਅਸੀਂ ਕਿਸੇ ਦੀ ਕਹੀ ਗੱਲ ਨੂੰ ਧਿਆਨ ਨਾਲ ਸੁਣਾਂਗੇ ਤੇ ਉਸ ਨਾਲ ਕੋਈ ਮਿਸਕਮਿਊਨੀਕੇਸ਼ਨ ਨਹੀਂ ਹੋਏਗੀ। ਜਿਵੇਂ ਸਾਨੂੰ ਕਿਸੇ ਨੇ ਕੁਝ ਕਿਹਾ, ਅਸੀਂ ਉਸ ਤੋਂ ਉਲਟ ਸੁਣ ਲਿਆ, ਫਿਰ ਮਿਸਕਮਿਊਨੀਕੇਸ਼ਨ ਹੋ ਜਾਂਦੀ ਹੈ। ਅਗਰ ਅਸੀਂ ਧਿਆਨ ਨਾਲ ਸੁਣਿਆ ਹੁੰਦਾ ਤਾਂ ਮਿਸਕਮਿਊਨੀਕੇਸ਼ਨ ਨਾ ਹੁੰਦੀ।
encourages further communication। ਜਦੋਂ ਅਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਤਾਂ ਅਗਲਾ ਵੀ ਹੋਰ ਵਧੀਆ ਢੰਗ ਨਾਲ ਆਪਣੀ ਗੱਲ ਕਹਿੰਦਾ ਹੈ। ਉਸਨੂੰ ਲੱਗਦਾ ਹੈ ਕਿ ਇਸ ਨੂੰ ਮੇਰੇ ਵਿੱਚ ਇੰਟਰਸਟ ਹੈ, ਤਾਂ ਉਹ ਚਾਹੁੰਦਾ ਹੈ ਕਿ ਉਸਨੂੰ ਹੋਰ ਵਧੀਆ ਢੰਗ ਨਾਲ ਦੱਸੇ। ਇਟ ਇੰਪਰੂਵਸ ਰਿਲੇਸ਼ਨਸ਼ਿਪ। ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਨ ਨਾਲ ਰਿਲੇਸ਼ਨਸ ਹੋਰ ਵਧੀਆ ਹੁੰਦੇ ਆ। ਲੀਡਸ ਟੂ ਬੈਟਰ ਕੋਆਪਰੇਸ਼ਨ ਐਂਡ ਪ੍ਰੋਬਲਮ ਸੋਲਵਿੰਗ। ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਉਸ ਨਾਲ ਅਸੀਂ ਧਿਆਨ ਨਾਲ ਗੱਲ ਕੀਤੀ ਤਾਂ ਉਸਦੀ ਪ੍ਰੋਬਲਮ ਦਾ ਵੀ ਹੱਲ ਨਿਕਲ ਆਉਂਦਾ ਹੈ। Listening can calm down someone who is upset। ਅਗਰ ਕੋਈ ਉਦਾਸ ਹੈ ਤੇ ਅਸੀਂ ਉਸਦੀ ਗੱਲ ਸੁਣ ਲੈਂਦੇ ਹਾਂ ਤੇ ਉਸਨੂੰ ਵੀ ਸ਼ਾਂਤੀ ਮਿਲਦੀ ਹੈ। Leads to better results। ਅਗਰ ਕੋਈ ਟੀਚਰ ਸਾਨੂੰ ਕੁਝ ਕਹਿ ਰਿਹਾ, ਅਸੀਂ ਉਹਨਾਂ ਦਾ ਪੜ੍ਹਾਇਆ ਚੈਪਟਰ ਅੱਛੀ ਤਰ੍ਹਾਂ ਸਮਝਾਂਗੇ ਤਾਂ ਸਾਡੇ ਰਿਜ਼ਲਟਸ ਵੀ ਹੋਰ ਵਧੀਆ ਆਉਣਗੇ। ਸਾਨੂੰ ਕਈ ਵਾਰ ਲੱਗਦਾ ਹੈ ਹੀਅਰਿੰਗ ਤੇ ਲਿਸਨਿੰਗ ਬਿਲਕੁਲ ਸੇਮ ਚੀਜ਼ਾਂ ਨੇ, ਲੇਕਿਨ ਇਹਨਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਅਸੀਂ ਦੇਖਦੇ ਹਾਂ ਹੀਅਰਿੰਗ ਕੀ ਹੁੰਦੀ ਹੈ। ਹੀਅਰਿੰਗ ਇਜ਼ ਐਕਸੀਡੈਂਟਲ। ਅਸੀਂ ਕਿਸੇ ਜਗ੍ਹਾ ਤੋਂ ਲੰਘ ਰਹੇ ਹਾਂ ਤਾਂ ਸਾਡੇ ਕੰਨ ਵਿੱਚ ਕੋਈ ਆਵਾਜ਼ ਪੈ ਗਈ, ਉਹ ਹੁੰਦੀ ਹੈ ਹੀਅਰਿੰਗ। ਇਨਵੋਲੰਟਰੀ, ਸਾਡਾ ਕੋਈ ਰੋਲ ਨਹੀਂ ਹੁੰਦਾ ਉਸਨੂੰ ਸੁਣਨ ਵਿੱਚ, ਸਾਡੀ ਕੰਨਾਂ ਵਿੱਚ ਐਵੇਂ ਪੈ ਜਾਂਦੀ ਹੈ। ਐਫਰਟਲੈਸ, ਸਾਨੂੰ ਉਸ ਲਈ ਕੋਈ ਐਫਰਟ ਨਹੀਂ ਪਾਉਣੀ ਪੈਂਦੀ। ਲਿਸਨਿੰਗ ਇਜ਼ ਫੋਕਸਡ। ਲਿਸਨਿੰਗ ਹੁੰਦੀ ਹੈ ਫੋਕਸਡ। ਜੋ ਕੋਈ ਗੱਲ ਕਹਿ ਰਿਹਾ ਉਸਨੂੰ ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ। ਵੋਲੰਟਰੀ, ਸਾਡਾ ਇਸ ਵਿੱਚ ਰੋਲ ਹੁੰਦਾ ਹੈ, ਤਾਂ ਹੀ ਅਸੀਂ ਚਾਹੁੰਦੇ ਹਾਂ ਉਸ ਗੱਲ ਨੂੰ ਸੁਣਨ ਲਈ, ਤਾਂ ਹੀ ਅਸੀਂ ਸੁਣਦੇ ਹਾਂ। ਇਟ ਇਜ਼ ਇੰਟੈਂਸ਼ਨਲ, ਸਾਡਾ ਗੱਲ ਸੁਣਨ ਦੀ ਇੰਟੈਂਸ਼ਨ ਹੁੰਦੀ ਹੈ ਤਾਂ ਹੀ ਅਸੀਂ ਸੁਣਦੇ ਹਾਂ। ਅਸੀਂ ਉਹ ਗੱਲ ਨੂੰ ਸੁਣਨ ਲਈ ਐਫਰਟ ਪਾਉਂਦੇ ਹਾਂ। ਅੱਜ ਕੱਲ੍ਹ ਸਾਡੀ ਸੁਣਨ ਦੀ ਸ਼ਕਤੀ ਬਹੁਤ ਜ਼ਿਆਦਾ ਘੱਟ ਗਈ ਹੈ। ਅਸੀਂ ਕੋਈ ਵੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ। ਇਹਦੇ ਕੁਝ ਕਾਰਨ ਹੋ ਸਕਦੇ ਨੇ। ਡਿਸਟਰੈਕਸ਼ਨਸ ਲਾਈਕ ਫੋਨ ਔਰ ਨੋਇਜ਼। ਅਸੀਂ ਕਿਸੇ ਨਾਲ ਗੱਲ ਕਰਨ ਬੈਠੇ ਹਾਂ ਤਾਂ ਅਸੀਂ ਹੱਥ ਵਿੱਚ ਫੋਨ ਫੜ ਲਿਆ ਤੇ ਉਸਨੂੰ ਹਿਲਾਈ ਜਾਵਾਂਗੇ, ਜਾਂ ਫਿਰ ਫੋਨ ਦੀ ਬੈਲ ਵੱਜ ਗਈ, ਉਸ ਨਾਲ ਡਿਸਟਰੈਕਸ਼ਨਸ ਪੈਦਾ ਹੁੰਦੀਆਂ। ਪ੍ਰੀਆਕਿਊਪਾਈਡ ਮਾਈਂਡ, ਜਦੋਂ ਵੀ ਅਸੀਂ ਐਬਸੈਂਟ ਮਾਈਂਡਡ ਹੁੰਦੇ ਹਾਂ ਤਾਂ ਸਾਡਾ ਉੱਥੇ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਵੇਂ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਉੱਥੇ ਫਿਜ਼ੀਕਲੀ ਤਾਂ ਪ੍ਰੈਜ਼ੈਂਟ ਹੁੰਦੇ ਹਾਂ, ਮੈਂਟਲੀ ਨਹੀਂ। ਸਾਨੂੰ ਨਹੀਂ ਪਤਾ ਹੁੰਦਾ ਕਿ ਸ਼ਬਦ ਕਿਹੜਾ ਚੱਲ ਰਿਹਾ, ਹੁਕਮਨਾਮਾ ਕਿਹੜਾ ਚੱਲ ਰਿਹਾ। ਇਸ ਦੀ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ। ਜਦੋਂ ਗੁਰੂ ਨਾਨਕ ਦੇਵ ਜੀ ਵਹੀ ਨਦੀ ਚੋਂ ਬਾਹਰ ਨਿਕਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ। ਤਾਂ ਫਿਰ ਜਦੋਂ ਨਵਾਬ ਦੌਲਤ ਖਾਨ ਨੇ ਉਹਨਾਂ ਨੂੰ ਕਿਹਾ ਸੀ ਫਿਰ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹਦੇ। ਫਿਰ ਜਦੋਂ ਨਮਾਜ਼ ਪੜ੍ਹਨ ਲਈ ਗਏ ਸੀ ਤਾਂ ਸਾਰੇ ਖੜੇ ਰਹੇ, ਸਾਰਿਆਂ ਨੇ ਸਿਰ ਝੁਕਾ ਲਿਆ, ਲੇਕਿਨ ਗੁਰੂ ਨਾਨਕ ਦੇਵ ਜੀ ਅਡੋਲ ਖੜੇ ਰਹੇ, ਉਹਨਾਂ ਨੇ ਨਮਾਜ਼ ਨਹੀਂ ਪੜ੍ਹੀ। ਫਿਰ ਜਦੋਂ ਉਹਨਾਂ ਨੇ ਨਮਾਜ਼ ਪੜ੍ਹ ਲਈ ਸਾਰਿਆਂ ਨੇ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ। ਉਹ ਕਹਿੰਦੇ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਤੁਸੀਂ ਤਾਂ ਪੜ੍ਹ ਹੀ ਨਹੀਂ ਰਹੇ ਸੀ। ਉਹ ਕਹਿੰਦੇ ਇਹ ਕੀ ਗੱਲ ਬਣੀ, ਅਸੀਂ ਤਾਂ ਨਮਾਜ਼ ਪੜ੍ਹੀ ਸੀ। ਉਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਤਾਂ ਕੰਧਾਰ ਵਿੱਚ ਨਵੇਂ ਘੋੜੇ ਖਰੀਦ ਰਹੇ ਸੀ ਆਪਣੇ ਮਨ ਵਿੱਚ। ਤਾਂ ਫਿਰ ਕਾਜ਼ੀ ਜੀ ਨੇ ਕਿਹਾ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਤਾਂ ਉਹਨਾਂ ਨੇ ਕਿਹਾ ਤੁਸੀਂ ਤਾਂ ਸੋਚ ਰਹੇ ਸੀ ਕਿ ਜਿਹੜਾ ਘੋੜੇ ਦਾ ਨਵਾਂ ਬੱਚਾ ਜੰਮਿਆ ਉਹ ਕਿਤੇ ਖੂਹ ਵਿੱਚ ਨਾ ਗਿਰ ਜਾਵੇ। ਇਸ ਲਈ ਸਾਨੂੰ ਐਬਸੈਂਟ ਮਾਈਂਡਡ ਨਹੀਂ ਹੋਣਾ ਚਾਹੀਦਾ, ਇਸ ਲਈ ਅਸੀਂ ਧਿਆਨ ਨਾਲ ਗੱਲ ਸੁਣਨੀ ਚਾਹੀਦੀ ਹੈ। ਫੋਕਸਿੰਗ ਟੂ ਮਚ ਔਨ ਡੀਟੇਲਸ, ਅਸੀਂ ਉਸ ਗੱਲ ਨੂੰ ਆਪਣੇ ਹਿਸਾਬ ਨਾਲ ਵਿਚਾਰਨਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਐਕਚੁਅਲ ਗੱਲ ਸਮਝ ਹੀ ਨਹੀਂ ਆਉਂਦੀ। ਅਸੀਂ ਸੋਚਦੇ ਹਾਂ ਇਹ ਕਰਾਂਗੇ ਤਾਂ ਇਹ ਹੋ ਜਾਏਗਾ, ਇਹ ਕਰਾਂਗੇ ਤਾਂ ਇਹ ਹੋ ਜਾਏਗਾ। ਸਾਨੂੰ ਉਹਦੇ ਮੇਨ ਟੌਪਿਕ ਨੂੰ ਸਮਝਣਾ ਚਾਹੀਦਾ। ਕੰਸੀਡਰਿੰਗ ਟੌਪਿਕ ਟੂ ਬੀ ਬੋਰਿੰਗ, ਸਾਨੂੰ ਲੱਗਦਾ ਹੈ ਇਹ ਟੌਪਿਕ, ਕਈ ਵਾਰ ਸਾਨੂੰ ਲੱਗਦਾ ਹੈ ਇਹ ਟੌਪਿਕ ਬਹੁਤ ਜ਼ਿਆਦਾ ਬੋਰਿੰਗ ਹੈ, ਲੇਕਿਨ ਏਦਾਂ ਨਹੀਂ ਹੁੰਦਾ। ਸਾਨੂੰ ਕੋਈ ਵੀ ਗੱਲ 'ਚ ਕੁਛ ਨਾ ਕੁਛ ਵਧੀਆ ਸਿੱਖਣ ਨੂੰ ਮਿਲਦਾ ਹੈ। ਸਾਨੂੰ ਗੱਲ ਨੂੰ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ। ਆਰਗੂਇੰਗ ਟੈਂਡੈਂਸੀ, ਜਦੋਂ ਕੋਈ ਕੁਝ ਕਹਿ ਰਿਹਾ ਹੈ ਅਸੀਂ ਉਸ ਨਾਲ ਧਿਆਨ ਨਾਲ ਨਹੀਂ ਸੁਣਦੇ ਤਾਂ ਉਲਟ ਜਵਾਬ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਹਾਂ ਕਿ ਉਹ ਕੋਈ ਗੱਲ ਕਵੇ, ਅਸੀਂ ਬਸ ਉਸਦਾ ਉਲਟ ਜਵਾਬ ਦੇਈਏ, ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਨੋ ਇੰਟਰਸਟ ਇਨ ਸਪੀਕਰ, ਸਾਨੂੰ ਕਈ ਵਾਰ ਲੱਗਦਾ ਹੈ ਇਹ ਸਪੀਕਰ ਬਹੁਤ ਬੋਰਿੰਗ ਹੈ ਤਾਂ ਇਸਨੂੰ ਸੁਣਨ ਦਾ ਕੋਈ ਫਾਇਦਾ ਨਹੀਂ ਹੋਏਗਾ। ਸਾਡਾ ਇਹ ਵਾਲਾ ਸੁਭਾਅ ਕਾਰਨ ਅਸੀਂ ਕਈ ਵਾਰੀ ਵਧੀਆ ਚੀਜ਼ਾਂ ਸੁਣਨ ਨਾਲੋਂ ਵੀ ਵਾਂਝੇ ਰਹਿ ਜਾਂਦੇ ਹਾਂ। Every good conversation starts with good listening। ਚੰਗੀ ਗੱਲਬਾਤ ਚੰਗੀ ਤਰ੍ਹਾਂ ਸੁਣਨ ਨਾਲ ਹੀ ਹੁੰਦੀ ਹੈ। ਅਸੀਂ ਹੁਣ ਸੁਣਨ ਦੀ ਮਹੱਤਤਾ ਨੂੰ ਗੁਰਬਾਣੀ ਦੇ ਪੱਖ ਤੋਂ ਵੀ ਵਿਚਾਰਦੇ ਹਾਂ। ਗੁਰੂ ਸਾਹਿਬ ਨੇ ਵੀ ਸੁਣਨ ਨੂੰ ਜ਼ਿਆਦਾ ਮਹੱਤਤਾ ਦਿੱਤੀ ਹੈ। ਜਿਵੇਂ ਜਪਜੀ ਸਾਹਿਬ ਵਿੱਚ ਪਹਿਲੇ ਸੁਣਨੇ ਦੀਆਂ 4 ਪੌੜੀਆਂ ਆਉਂਦੀਆਂ ਹਨ, ਫਿਰ ਮੰਨਣੇ ਦੀਆਂ। ਅਗਰ ਅਸੀਂ ਚੰਗੇ ਲਿਸਨਰ ਬਣਾਂਗੇ ਤਾਂ ਹੀ ਅਸੀਂ ਚੰਗੇ ਸਪੀਕਰ ਬਣ ਪਾਵਾਂਗੇ। ਮੇਰੀ ਗੱਲ ਧਿਆਨ ਨਾਲ ਸੁਣਨ ਲਈ ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਿਵਨੀਤ ਕੌਰ ਨੇ ਸਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਨੂੰ ਲਿਸਨਿੰਗ ਬਾਰੇ ਦੱਸਿਆ ਹੈ। ਸੋ ਮੈਂ ਇੱਕ ਜਗ੍ਹਾ ਤੇ ਨਾ ਇੱਕ ਵਾਰੀ ਦੇਖਿਆ ਸੀਗਾ ਕਿ ਜਿਹੜੇ ਚਾਈਨੀਜ਼ ਲੈਂਗੁਏਜ ਹੈ ਨਾ, ਉਹ ਮੋਸਟਲੀ ਕਰਦੇ ਨੇ ਸਾਈਨ ਲੈਂਗੁਏਜਿਸ, ਜਿਹੜੀ ਉਹਨਾਂ ਦਾ ਟੈਕਸਟ ਹੁੰਦਾ ਨਾ, ਉਹ ਸਾਈਨ ਲੈਂਗੁਏਜਿਸ ਵਿੱਚ ਹੁੰਦਾ। ਸੋ ਇੱਕ ਜਗ੍ਹਾ ਤੇ ਮੈਂ ਇੱਕ ਸਿੰਬਲ ਦੇਖਿਆ ਸੀਗਾ ਕਿ ਚਾਈਨੀਜ਼ ਵਿੱਚ ਲਿਸਨਿੰਗ ਨੂੰ ਕਿਵੇਂ ਕਹਿੰਦੇ ਹਨ। ਮੈਂ ਸਕਰੀਨ ਤੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਦ ਇਹ ਲਿਸਨਿੰਗ ਹੈ, ਚਾਈਨੀਜ਼ ਸਿੰਬਲ ਫॉर ਲਿਸਨਿੰਗ। ਸੋ ਇਹਦੇ ਵਿੱਚ ਕੁਝ ਕੰਪੋਨੈਂਟਸ ਹੈ। ਪਹਿਲਾ ਕੰਪੋਨੈਂਟ ਹੈ ਤੁਹਾਡਾ ਆਪਣਾ ਆਪ ਦਾ ਪ੍ਰੈਜ਼ੈਂਟ ਹੋਣਾ ਉੱਥੇ। ਸੈਕਿੰਡ ਕੰਪੋਨੈਂਟ ਇਜ਼ ਆਈਜ਼, ਅੱਖਾਂ। ਸੋ ਲਿਸਨਿੰਗ, ਹੀਅਰਿੰਗ ਇਜ਼ ਵਿਦ ਈਅਰਸ, ਬਟ ਲਿਸਨਿੰਗ ਇਨਵੋਲਵਸ ਮੈਨੀ ਥਿੰਗਸ। ਕੀ ਮੈਨੀ ਥਿੰਗਸ ਅਦਰ ਦੈਨ ਈਅਰਸ? ਦੇਖੋ, ਈਅਰ ਇੱਕ ਪਾਸੇ ਹੈ, ਇਹ ਹੀਅਰਿੰਗ ਦਾ ਕੰਪੋਨੈਂਟ ਹੈ। ਲਿਸਨਿੰਗ ਲਈ ਤੁਹਾਨੂੰ ਅੱਖਾਂ ਵੀ ਚਾਹੀਦੀਆਂ ਨੇ, ਤੁਹਾਡਾ ਦਿਮਾਗ ਵੀ ਚਾਹੀਦਾ ਹੈ, ਤੁਹਾਡਾ ਅਨਡਿਵਾਈਡਡ ਅਟੈਂਸ਼ਨ ਚਾਹੀਦੀ ਹੈ, ਤੇ ਤੁਹਾਡਾ ਦਿਲ ਵੀ ਚਾਹੀਦਾ ਹੈ। ਕਿਉਂਕਿ ਜੇ ਤੁਸੀਂ ਦਿਲੋਂ ਕਿਸੇ ਚੀਜ਼ ਵਿੱਚ ਇੰਟਰਸਟਿਡ ਹੋਵੋਗੇ, ਮਨੋਂ ਕਿਸੇ ਚੀਜ਼ ਵਿੱਚ ਇੰਟਰਸਟਿਡ ਹੋਵੋਗੇ, ਤਾਂ ਹੀ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਲਿਸਨ ਕਰ ਸਕਦੇ ਹਾਂ। ਸੋ ਹੀਅਰਿੰਗ ਤੇ ਲਿਸਨਿੰਗ ਵਿੱਚ ਫਰਕ ਹੈ। ਕਈ ਵਾਰੀ ਹੁੰਦਾ ਨਾ ਕਿ ਅਸੀਂ ਬੈਠੇ ਤਾਂ ਹੁੰਦੇ ਹਾਂ ਇੱਕ ਕਮਰੇ 'ਚ, ਬਟ ਸਾਡਾ ਧਿਆਨ ਕਿਧਰੇ ਹੁੰਦਾ, ਤੇ ਕੋਈ ਗੱਲ ਕਹਿੰਦਾ ਤੇ ਅਸੀਂ ਕਹਿ ਦਿੰਦੇ ਹਾਂ ਜੀ ਇੱਕ ਵਾਰੀ ਦੁਬਾਰਾ ਦੱਸੋ, ਮੈਂ ਧਿਆਨ ਨਾਲ ਸੁਣਿਆ ਨਹੀਂ। ਤੋ ਕੰਨਾਂ ਨੇ ਹੀਅਰ ਤਾਂ ਕੀਤਾ, ਕੰਨਾਂ ਦੇ ਵਿੱਚ ਆਵਾਜ਼ ਤਾਂ ਪਈ ਬਈ ਕੋਈ ਬੰਦਾ ਕੁਝ ਬੋਲ ਰਿਹਾ, ਬਟ ਉਹ ਕੀ ਬੋਲ ਰਿਹਾ ਉਹਦੇ ਲਈ ਸਾਨੂੰ ਸਾਡੀ ਅਨਡਿਵਾਈਡਡ ਅਟੈਂਸ਼ਨ, ਸਾਡਾ ਦਿਲ, ਸਾਡੀਆਂ ਅੱਖਾਂ ਤੇ ਸਾਡਾ ਆਪਣਾ ਆਪ ਦਾ ਫਿਜ਼ੀਕਲੀ ਉੱਥੇ ਮੌਜੂਦ ਹੋਣਾ ਜ਼ਰੂਰੀ ਹੈ। ਜਿਵੇਂ ਦਿਵਨੀਤ ਕੌਰ ਨੇ ਉਹਨੇ ਦੱਸਿਆ ਕਿ ਕਾਜ਼ੀ ਦਾ ਕੰਨਾਂ ਦੇ ਵਿੱਚ ਨਮਾਜ਼ ਤਾਂ ਪੈ ਰਹੀ ਸੀਗੀ, ਬਟ ਉਹਦਾ ਦਿਲ ਕਿੱਥੇ ਸੀਗਾ? ਉਹਦਾ ਦਿਲ ਉਹਦੇ ਘਰ ਸੀ। ਸੋ ਉਹ ਲਿਸਨ ਨਹੀਂ ਕਰ ਰਿਹਾ ਸੀਗਾ, ਉਹ ਹੀਅਰ ਕਰ ਰਿਹਾ ਸੀ। ਸੋ ਇਹ ਜੋ ਸਾਡੇ ਨਾਲ ਅੱਜ ਦਿਵਨੀਤ ਕੌਰ ਨੇ ਸਾਂਝਾ ਕੀਤਾ ਹੈ, ਤੇ ਮੈਂ ਹੁਣ ਰਿਕੁਐਸਟ ਕਰਾਂਗਾ ਕਿ ਡਾਕਟਰ ਸਰਬਜੋਤ ਕੌਰ ਜੀ ਉਹ ਤਿਆਰ ਰਹਿਣ ਹੁਣ ਨੈਕਸਟ, ਕਿ ਉਹਨਾਂ ਨੇ ਅੱਜ ਸਾਡੇ ਨਾਲ ਜਿਹੜੀ ਗੱਲ ਕਰਨੀ ਹੈ, ਉਹ ਗੱਲ ਕਰਨੀ ਹੈ ਘੋੜੇ ਦੇ ਉੱਤੇ। ਸੋ ਘੋੜਾ ਕਿਉਂ ਇੰਪੋਰਟੈਂਸ ਰੱਖਦਾ ਹੈ, ਘੋੜਾ ਹਾਰਸ ਜਿਹੜਾ ਜਾਨਵਰ ਹੈ, ਉਹਦੀ ਕੀ ਇੰਪੋਰਟੈਂਸ ਹੈ, ਤੇ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਵਿੱਚ ਘੋੜੇ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਸਾਡਾ ਇੱਕ ਕੋਸ਼ਿਸ਼ ਹੈ ਕਿ ਜਿਹੜੇ ਵੀ ਗੁਰਬਾਣੀ ਦੇ ਵਿੱਚ ਜਾਨਵਰਾਂ ਦੇ ਨਾਮ ਜਾਂ ਬੂਟਿਆਂ ਦੇ ਨਾਮ ਜਾਂ ਪੰਛੀਆਂ ਦੇ ਨਾਮ ਲਏ ਗਏ ਹਨ, ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਗ੍ਰੈਜੂਅਲੀ ਕਲਾਸਿਸ ਦੇ ਵਿੱਚ ਡਿਸਕਸ ਕਰੀਏ। ਸੋ ਅੱਜ ਜਿਹੜਾ ਟੌਪਿਕ ਉਹਨਾਂ ਨੇ ਸਿਲੈਕਟ ਕੀਤਾ ਹੈ ਉਹ ਹੈ ਘੋੜਾ, ਤੇ ਮੈਂ ਹੁਣ ਡਾਕਟਰ ਸਰਬਜੋਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ ਜੀ। ਡਾਕਟਰ ਸਰਬਜੋਤ ਕੌਰ ਜੀ। ਹਾਂਜੀ ਪਿਆਰੇ ਬੱਚਿਓ, ਆਓ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅਰਸ਼ਦੀਪ ਵੀਰ ਜੀ ਨੇ ਦੱਸ ਦਿੱਤਾ ਹੈ ਕਿ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਨਾ, ਉਹ ਅਸੀਂ ਗੱਲ ਕਰਨੀ ਹੈ ਘੋੜੇ ਨਾਲ। ਹੁਣ ਤੁਸੀਂ ਕਹੋਗੇ ਵੀ ਇਹ ਕੀ ਗੱਲ ਹੋਈ, ਘੋੜੇ ਤੇ ਕੀ ਗੱਲ ਕਰਨੀ ਹੋਈ ਭਲਾ, ਠੀਕ ਹੈ ਨਾ। ਤਾਂ ਘੋੜੇ ਉੱਤੇ ਕੀ ਗੱਲ ਕਰਨੀ ਹੈ, ਇਹ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ ਵੀ ਕੀ ਰੀਜ਼ਨ ਹੈ, ਅਸੀਂ ਇਸ ਚੀਜ਼ ਨੂੰ ਕਿਉਂ ਚੁਣਿਆ ਵੀ ਅਸੀਂ ਤੁਹਾਡੇ ਨਾਲ ਪੰਛੀਆਂ ਦੀਆਂ ਜਾਂ ਜਾਨਵਰਾਂ ਦੀਆਂ ਜਾਂ ਬੂਟਿਆਂ ਦੀਆਂ ਗੱਲਾਂ ਕੀਤੀਆਂ। ਅੱਜ ਮੈਂ ਸਿਰਫ ਜਾਨਵਰਾਂ ਦੀ ਗੱਲ ਕਰਾਂਗੀ ਤੁਹਾਡੇ ਨਾਲ, ਤੇ ਜਾਨਵਰਾਂ ਵਿੱਚੋਂ ਵੀ ਘੋੜਾ। ਬੱਚਿਓ, ਆਪਾਂ ਨਾ ਹੁਣੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਮਨਾਇਆ ਏ ਗੁਰਪੁਰਬ, ਠੀਕ ਹੈ। 2 ਦਿਨ ਪਹਿਲਾਂ ਸੀ, ਪਰਸੋਂ ਸੀ ਗੁਰਪੁਰਬ। ਉਹ ਗੁਰਪੁਰਬ ਜੋ ਅਸੀਂ ਮਨਾਇਆ ਨਾ, ਤੇ ਜਦੋਂ ਉਹਨਾਂ ਨੂੰ ਗੱਦੀ ਤੇ ਬਿਠਾਇਆ ਗਿਆ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਤੇ ਫਿਰ ਉਹਨਾਂ ਨੇ ਨਾ ਮੀਰੀ ਤੇ ਪੀਰੀ ਦੀਆਂ ਤੇ 2 ਤਲਵਾਰਾਂ ਪਾਈਆਂ। ਉਹਨਾਂ ਨੇ ਫਿਰ ਕੀ ਕਿਹਾ ਆਪਣੇ ਸਿੱਖਾਂ ਨੂੰ ਕਿ ਹੁਣ ਤੁਸੀਂ ਮੇਰੇ ਵਾਸਤੇ ਜਿਹੜੇ ਜਾਂ ਮੱਥਾ ਟੇਕਣ ਲਈ ਤੁਸੀਂ ਅੱਗੇ ਪੈਸੇ ਲਿਆਂਦੇ ਸੀ ਜਾਂ ਹੋਰ ਚੀਜ਼ਾਂ ਲਿਆਂਦੇ ਸੀ, ਹੁਣ ਤੁਸੀਂ ਕੀ ਲੈ ਕੇ ਆਇਆ ਕਰਨਾ ਹੈ? ਹੁਣ ਤੁਸੀਂ ਘੋੜੇ ਲੈ ਕੇ ਆਏ ਕਰਨੇ ਨੇ, ਸ਼ਸਤਰ ਲੈ ਕੇ ਆਇਆ ਕਰਨੇ ਨੇ, ਠੀਕ ਹੈ ਨਾ।
हाथी लैके आया करने ने, ये चीज़ां क्यों कहियां गुरु? ठीक है, ये उन्होंने हुक्म किया। हुण जिहड़ा ये हुक्म किया, ये क्यों किया? पहली गल तां ये बच्चों कि असीं जानदे हां कि गुरु अर्जन देव जी की शहीदी तो बाद फिर गुरु साहब ने तलवार पकड़ लई सी हत्थ च, भी चुपचाप आपां जुल्म इंज नहीं सहना, असीं जुल्म करना भी नहीं, जुल्म सहना। ठीक है, ते दूजी गल वो सानू जिहड़ी समझानी चाहते सन, जिहदी मैं अज गल तुहाडे नाल ज्यादा करनी है, क्योंकि मेरा अज दा टॉपिक गुरु हरगोबिंद साहब जी दे जीवन नाल रिलेटेड नहीं है। मेरा वे कि घोड़े की गल गुरबाणी विच भी बड़ी कीती गई है, सिख इतिहास विच भी घोड़ियां दीयां बड़ियां गल्लां मिलदियां ने। सानू पता है कि गुरु गोबिंद सिंह जी नीले घोड़े दे सवार सन। पर मैनू एक गल याद है, जदों असीं बहुत छोटे हुंदे सन ते गुरु गोबिंद सिंह जी दे गुरपुरब उत्ते जदों प्रभात फेरी आया करनी ना, तां एक गल ओह की कहंदे हुंदे सन कि भी जिवें सारा कुछ कहना उन्होंने, कलगियां वाला कौन है, गुरु गोबिंद सिंह है, सारा कुछ कह के ना एक गल होर ओहदे विच ना संगतां अक्सर बोलिया करदियां सन, नीले वाले गोबिंद सिंह जी। हुण इहदा मतलब है कि नीला नीला उन्हां दा घोड़ा सी, है ना, उन्हां दे घोड़े दा नाम सी। हुण नीले दी गल क्यों बार-बार कीती जांदी सी? उस घोड़े दी गल, इहदा मतलब है कि घोड़े दी साडी जिंदगी दे विच भी बड़ी इंपॉर्टेंस है। जे असीं गुरु साहब नूं, गुरु गोबिंद सिंह जी नूं बाजां वाला कहंदे हां, जे असीं उन्हां नूं कलगियां वाला कहंदे हां, तां फिर असीं उन्हां नूं घोड़े वाला भी कहंदे हां, नीले वाला भी कहंदे हां। सो जदों मैं ਇਹ ਸਾਰੀਆਂ ਗੱਲਾਂ ਸੋਚੀਆਂ ਤੇ ਗੁਰਬਾਣੀ ਦੇ ਵਿੱਚ ਵੀ ਪੜਿਆ, ਤੇ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਬੱਚਿਓ ਮੈਂ ਤੁਹਾਡੇ ਨਾਲ ਨਾ ਅੱਜ ਘੋੜੇ ਦੀ ਗੱਲ ਕਰਾਂ। ਠੀਕ ਹੈ, ਸੋ ਜਿਹੜਾ ਘੋੜੇ ਦੀ ਗੱਲ ਹੈ ਨਾ, ਪਹਿਲੇ ਤੇ ਮੈਂ ਗੱਲ ਦੱਸਾਂ ਕਿ ਗੁਰਬਾਣੀ ਦੇ ਵਿੱਚ ਜਿਹੜਾ ਹੈ ਨਾ, ਉਹ ਘੋੜੇ ਵਾਸਤੇ ਕਿਹੜੇ ਕਿਹੜੇ ਸ਼ਬਦ ਵਰਤੇ ਗਏ, ਕਿਹੜੇ ਕਿਹੜੇ ਸ਼ਬਦ ਵਰਤੇ ਗਏ ਨੇ। ਮੈਂ ਥੋੜੇ ਜਿਹੇ 3-4-5 ਸ਼ਬਦ ਮੈਂ ਤੁਹਾਨੂੰ ਦੱਸਾਂਗੀ, ਤੇ ਤੁਸੀਂ ਕਾਪੀਆਂ, ਵੈਸੇ ਬੱਚੇ ਜਦੋਂ ਇਹ ਕਲਾਸ ਲੱਗਦੀ ਹੈ ਨਾ, ਤੁਸੀਂ ਕਾਪੀ ਲੈ ਕੇ ਬੈਠਿਆ ਕਰੋ ਤਾਂ ਕਿ ਨਾਲ ਨਾਲ ਤੁਸੀਂ ਨੋਟਸ ਲੈ ਸਕੋ। ਠੀਕ ਹੈ, ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਘੋੜਾ, ਘੋੜੀ, ਤਾਜਨ, ਤੁਰੇ, ਅਸਵ, ਏਦਾਂ ਦੇ ਕਈ ਸ਼ਬਦ ਆਉਂਦੇ ਨੇ। ਅਸ਼ਵ ਦਾ ਮਤਲਬ ਹੀ ਘੋੜੀ ਹੁੰਦਾ, ਘੋੜਾ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਅਸ਼ਵਮੇਧ ਯੱਗ ਕਰਦੇ ਸਨ। ਉਹਦੇ ਵਿੱਚ ਕੀ ਹੁੰਦਾ ਸੀ ਕਿ ਘੋੜੇ ਨੂੰ ਖੁੱਲਾ ਛੱਡ ਦਿੰਦੇ ਸਨ, ਜਿੱਥੋਂ ਤੱਕ ਘੋੜਾ ਸ਼ਾਮ ਤੱਕ ਚਲਾ ਜਾਵੇ ਤੇ ਅੱਗੋਂ ਉਹਦਾ ਕੋਈ ਮੁਕਾਬਲਾ ਨਾ ਕਰੇ, ਉਹਨੂੰ ਕੋਈ ਫੜੇ ਨਾ, ਉੱਥੋਂ ਤੱਕ ਉਸ ਰਾਜੇ ਦਾ ਰਾਜ ਹੋ ਜਾਂਦਾ ਸੀ, ਜਿਹੜਾ ਰਾਜਾ ਆਪਣੇ ਘੋੜੇ ਨੂੰ ਛੱਡਦਾ ਸੀ। ਇੱਕ ਤਰੀਕਾ ਸੀ। ਕਿਉਂ ਘੋੜੇ ਨੂੰ ਹੀ ਛੱਡਿਆ ਜਾਂਦਾ ਸੀ? ਕਿਉਂਕਿ ਘੋੜਾ ਬੜਾ ਤੇਜ਼ ਚੱਲਣ ਵਾਲਾ ਹੁੰਦਾ ਹੈ, ਦੌੜਨ ਵਾਲਾ ਹੁੰਦਾ ਹੈ। ਸੋ ਜਿੰਨੇ ਤੇਜ਼ ਦੌੜ ਕੇ, ਉਹ ਆਪਣਾ ਨਾ ਸਭ ਤੋਂ ਵਧੀਆ ਘੋੜਾ ਅਸ਼ਵ, ਅਸ਼ਵ ਦਾ ਮਤਲਬ ਕੀ ਹੁੰਦਾ ਹੈ? ਘੋੜਾ। ਅਸ਼ਵ ਆਪਣਾ ਸਭ ਤੋਂ ਵਧੀਆ ਛੱਡ ਦਿੰਦੇ ਸਨ, ਜਿੱਥੋਂ ਤੱਕ ਘੋੜਾ ਚਲਾ ਜਾਂਦਾ ਸੀ ਉੱਥੋਂ ਤੱਕ ਉਸ ਰਾਜੇ ਦਾ ਰਾਜ ਜਿਹੜਾ ਉਹ ਫੈਲ ਜਾਂਦਾ ਸੀ, ਜਦੋਂ ਅਸ਼ਵਮੇਧ ਯੱਗ ਕਰਿਆ ਕਰਦੇ ਸਨ। ਹੁਣ ਗੁਰਬਾਣੀ ਦੇ ਵਿੱਚ ਵੀ ਨਾ ਅਸ਼ਵ, ਜਿਹਨੂੰ ਅਸਵ ਕਰਕੇ ਪੈਰੀਂ ਵ ਵੀ ਪਾਇਆ ਹੋਇਆ ਵੇ, ਉਹ ਸ਼ਬਦ ਵਰਤਿਆ ਗਿਆ ਹੈ, ਮਤਲਬ ਘੋੜਾ। ਮੈਂ ਇੱਕ ਇੱਕ ਤੁਕੀ ਸਾਰਿਆਂ ਦੀ ਬੋਲਾਂਗੀ, ਕਿਉਂਕਿ ਸਾਡੇ ਕੋਲ ਅੱਜ ਇਸ ਵੇਲੇ ਇੱਕ ਹੋਰ ਸਪੀਕਰ ਵੀ ਨੇ। ਸਮੇਂ ਦੀ ਪਾਬੰਦੀ ਨੂੰ ਸਾਹਮਣੇ ਰੱਖਦੇ ਹਾਂ, ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਜੇ ਪ੍ਰਸਾਦ ਅਸਵ ਹਸਤ ਅਸਵਾਰੀ ਤਿਸ ਪ੍ਰਭੂ। ਉਹਨੂੰ ਅਸੀਂ ਭੁੱਲਣਾ ਨਹੀਂ। ਕਿਹਨੂੰ ਨਹੀਂ ਭੁੱਲਣਾ? ਜਿਨੇ ਸਾਨੂੰ, ਜਿਹਦੀ ਕਿਰਪਾ ਨਾਲ, ਜਿਹਦੀ ਬਖਸ਼ਿਸ਼ ਨਾਲ, ਪ੍ਰਸਾਦ ਦਾ ਮਤਲਬ ਬਖਸ਼ਿਸ਼, ਜੇ ਮੀਨਸ ਜਿਸ ਦੀ ਬਖਸ਼ਿਸ਼ ਨਾਲ ਅਸਵ ਸਾਨੂੰ ਘੋੜਿਆਂ ਦੀ ਤੇ ਹਸਤ ਹਾਥੀਆਂ ਦੀ ਸਵਾਰੀ। ਹੁਣ ਅੱਜ ਕੱਲ ਅਸੀਂ ਕਾਰਾਂ ਤੇ ਚੜ੍ਹਦੇ ਹਾਂ, ਵਧੀਆ ਵਧੀਆ ਕਾਰਾਂ ਤੇ ਚੜ੍ਹਦੇ ਹਾਂ। ਅੱਗੇ ਲੋਕਾਂ ਕੋਲ ਜਿਹੜੀਆਂ ਸਵਾਰੀਆਂ ਤੇ ਆਵਾਜਾਈ ਦੇ ਸਾਧਨ ਹੁੰਦੇ ਸਨ ਨਾ, ਉਹ ਘੋੜੇ ਹੋਇਆ ਕਰਦੇ ਸਨ। तो गुरबाणी ਦੇ ਵਿੱਚ ਅਸਵ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ, ਹੁਣ ਅੱਗੋਂ ਕੀ ਆ ਜਾਂਦਾ ਹੈ? ਘੋੜਾ। ਹੁਣ ਘੋੜੇ ਦੀ ਵਰਤੋਂ ਵੀ, ਜਿਹੜੀ ਘੋੜਾ ਸ਼ਬਦ ਸਾਨੂੰ ਬੜੀਆਂ ਥਾਵਾਂ ਤੇ ਮਿਲਦਾ ਹੈ ਕਿ ਘੋੜਾ, ਆਪਾਂ ਰਾਮਕਲੀ ਦੀ ਆਵਾਜ਼ ਬੜੇ ਬੱਚਿਆਂ ਨੂੰ ਜ਼ਬਾਨੀ ਯਾਦ ਹੈ, ਮੈਨੂੰ ਪਤਾ ਹੈ ਕਿ ਘੋੜਾ ਕੀਤੋ ਸਹਿਜ ਦਾ ਜਤ ਕੀਓ ਭਲਾਨ। ਘੋੜਾ ਕੀਤਾ ਸਹਿਜ ਦਾ, ਸਹਿਜ ਦਾ ਮਤਲਬ ਕੀ ਹੈ? ਅਡੋਲ ਅਵਸਥਾ, ਜਿਹਦੇ ਵਿੱਚ ਬੰਦਾ ਡੋਲਦਾ ਨਹੀਂ, ਉਹ ਘੋੜਾ। ਐਸੀ ਸਵਾਰੀ ਕੀਤੀ ਜਿੱਥੇ ਮਨੁੱਖ ਡੋਲਦਾ ਨਹੀਂ। ਘੋੜਾ ਕੀਤੋ ਸਹਿਜ ਦਾ ਜਤ ਕੀਓ ਭਲਾਨ। ਜਤ ਦਾ ਮਤਲਬ ਹੈ ਇੰਦਰੀਆਂ ਨੂੰ ਰੋਕਣਾ, ਭਲਾਨ ਦਾ ਮਤਲਬ ਕਾਠੀ। ਕਾਠੀ ਕਿਹੜੀ ਪਾਈ ਹੈ? ਘੋੜੇ ਦੇ ਉੱਪਰ ਆਪਾਂ ਕਾਠੀ ਪਾਉਂਦੇ ਆ ਨਾ, ਕੱਪੜਾ ਪਾਉਂਦੇ ਆ ਜਿਹਦੇ ਉੱਤੇ ਆਪਾਂ ਬੈਠਣਾ ਹੁੰਦਾ, ਜਾਂ ਚਮੜੇ ਦਾ ਪਾ ਲੈਂਦੇ ਆ ਉੱਤੇ। ਉਹ ਕਹਿੰਦੇ ਨੇ ਕਾਠੀ ਜਿਹੜੀ ਹੈ ਉਹ, ਜੇ ਸਰੀਰ ਨੂੰ ਚਲਾਉਣਾ ਹੈ ਨਾ, ਜੇ ਅਸੀਂ ਵਾਹਿਗੁਰੂ ਜੀ ਵਾਲੇ ਪਾਸੇ ਚੱਲਣਾ ਹੈ, ਤਾਂ ਅਡੋਲ ਅਵਸਥਾ ਦਾ ਘੋੜਾ ਗ੍ਰਹਿਣ ਕਰਨਾ ਵੇ, ਤੇ ਨਾਲ ਕਿਹੜੀ ਚੀਜ਼ ਹੈ? ਕਾਠੀ ਪਾਣੀ ਹੈ, ਇੰਦਰੀਆਂ ਨੂੰ ਰੋਕਣਾ। ਫਿਰ ਅੱਗੋਂ ਸ਼ਬਦ ਆ ਜਾਂਦਾ ਸਾਡੇ ਪਾਸ ਘੋੜੀ।
ਹੁਣ ਘੋੜੀ ਕੀ ਹੈ? ਆਪਾਂ ਜਿਹੜੇ ਬੱਚੇ ਪੁਰਾਣੇ ਆਉਂਦੇ ਪਏ ਨੇ ਸਾਡੀ ਕਲਾਸ ਦੇ ਵਿੱਚ, ਉਹਨਾਂ ਨੂੰ ਪਤਾ ਹੈ ਕਿ ਦੇਵਵੀਰ ਜੀ ਦੀ ਸ਼ਾਦੀ ਉੱਤੇ ਬੱਚਿਆਂ ਨੇ ਘੋੜੀਆਂ ਦਾ ਕੀਰਤਨ ਕੀਤਾ ਸੀ, ਹੈ ਨਾ। ਹੁਣ ਉਹਦੇ ਵਿੱਚ ਕੀ ਕਿਹਾ ਸੀਗਾ? ਦੇ ਘੋੜੀ ਜੀ, ਦੇ ਨੂੰ ਘੋੜੀ ਕਿਹਾ ਗਿਆ ਸੀ। ਘੋੜੀ ਜਾਨਵਰ ਵਾਸਤੇ ਵੀ ਵਰਤਿਆ ਗਿਆ ਹੈ ਤੇ ਘੋੜੀ ਦੇ ਵਾਸਤੇ ਵੀ ਵਰਤਿਆ ਗਿਆ। ਰਾਮ ਭਈਆ ਰਾਮ, ਇਹ ਦੇ ਰੂਪੀ ਘੋੜੀ ਕਿੰਨੇ ਪੈਦਾ ਕੀਤੀ ਹੈ? ਪ੍ਰਭੂ ਨੇ ਪੈਦਾ ਕੀਤੀ ਹੈ। ਸੋ ਘੋੜੀ ਜਿਹੜਾ ਹੈ ਨਾ, ਇਹ ਸ਼ਬਦ ਜਿੱਥੇ ਜਾਨਵਰ ਵਾਸਤੇ ਚਾੜ ਦੇ ਹਰ ਘੋੜੀ, ਇੱਥੇ ਵੀ ਦੇ ਨੂੰ ਘੋੜੀ ਕਿਹਾ ਗਿਆ ਵੇ। ਅੱਗੋਂ ਫਿਰ ਕੀ ਆ ਜਾਂਦਾ? ਘੋੜੇ ਸ਼ਬਦ ਉਹਦਾ ਪਲੂਰਲ ਵੀ ਆਇਆ ਹੈ ਕਿ ਸੁਣ ਸੱਸ ਸੌਦਾਗਰੀ 7 ਘੋੜੇ ਲੈ ਚੱਲ। ਸੌਦਾਗਰ ਜਾਂਦੇ ਨੇ ਘੋੜੇ ਲੈ ਕੇ ਸੌਦਾਗਰੀ ਕਰਨ ਵਾਸਤੇ, ਠੀਕ ਹੈ। ਇੱਕ ਹੋਰ ਸ਼ਬਦ ਜਿਹੜਾ ਘੋੜਿਆਂ ਵਾਸਤੇ ਵਰਤਿਆ ਗਿਆ ਹੈ ਨਾ, ਉਹ ਵੇ ਤੁਦੇ। ਤੁਦੇ ਦਾ ਮਤਲਬ ਕੀ ਹੁੰਦਾ ਹੈ? ਘੋੜੇ। ਲੈ ਤੁਦੇ ਸੌਦਾਗਰੀ, ਸੌਦਾਗਰ ਤੇ ਆਵੇ। ਬੱਚਿਓ ਅੱਗੇ ਨਾ ਬਾਹਰ ਜਾਣ ਵਾਸਤੇ ਸਮਾਨ ਲੈ ਕੇ ਜਾਣਾ ਹੁੰਦਾ ਸੀ ਨਾ, ਉਹ ਘੋੜਿਆਂ ਹਾਥੀਆਂ ਉੱਤੇ ਹੀ ਲੈ ਕੇ ਜਾਂਦੇ। ਕਾਰਾਂ ਨਹੀਂ ਸੀ ਹੁੰਦੀਆਂ, ਟਰੱਕ ਨਹੀਂ ਸੀ ਹੁੰਦੇ, ਗੱਡੀਆਂ ਨਹੀਂ ਸੀ ਹੁੰਦੇ, ਜਾਂ ਗੱਡਿਆਂ ਉੱਤੇ ਲੈ ਕੇ ਜਾਂਦੇ ਸਨ। ਉਹਨਾਂ ਨੂੰ ਵੀ ਅੱਗੋਂ ਘੋੜੇ ਚਲਾਉਂਦੇ ਸਨ ਜਾਂ ਕੋਈ ਹੋਰ ਜਾਨਵਰ ਚਲਾਉਂਦਾ ਸੀ। ਸੋ ਇੱਥੇ ਵੀ ਗੁਰੂ ਸਾਹਿਬ ਨੇ ਕਿਹਾ ਹੈ ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਚੱਲੇ। ਇੱਕ ਹੋਰ ਸ਼ਬਦ ਵਰਤਿਆ ਗਿਆ ਹੈ, ਉਹ ਵੇ ਤੇਜਨ। ਦੇ ਤੇਜਨ ਜੀ, ਰਾਮ ਉਪਾਇਆ ਦਾ ਤੇਜਨ ਘੋੜੀ। ਇਹ ਘੋੜੀ ਦੇ ਰੂਪੀ ਕਿੰਨੇ ਪੈਦਾ ਕੀਤੀ ਹੈ? ਰਾਮ ਉਪਾਇਆ ਰਾਮ, ਪਰਮਾਤਮਾ ਨੇ ਪੈਦਾ ਕੀਤੀ ਹੈ। ਸੋ ਮਤਲਬ ਕਹਿਣ ਦਾ ਕੀ ਆ ਜਾਂਦਾ ਹੈ ਕਿ ਘੋੜੇ ਨਾਲ, ਘੋੜੇ ਦੇ ਮੀਨਿੰਗ ਵਾਲੇ, ਘੋੜੇ ਦੇ ਅਰਥ ਵਾਲੇ ਕਈ ਸ਼ਬਦ ਜਿਹੜੇ ਨੇ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਨੇ। ਤਾਂ ਹੁਣ ਅਸੀਂ ਦੇਖਣਾ ਹੈ ਕਿ ਕਿਉਂ ਘੋੜਾ ਸ਼ਬਦ ਵਰਤਿਆ ਗਿਆ, ਠੀਕ ਹੈ। ਕਿਉਂ ਗੁਰੂ ਸਾਹਿਬ ਨੇ ਘੋੜੇ ਲਿਆਉਣ ਦੇ ਲਈ ਸਾਨੂੰ ਕਿਹਾ, ਠੀਕ ਹੈ। ਸਭ ਤੋਂ ਪਹਿਲੀ ਗੱਲ ਬੱਚਿਓ, ਮੈਂ ਨਾ ਤੁਹਾਨੂੰ ਪਹਿਲਾਂ ਨਾ 2-3 ਘੋੜੇ ਦੇ ਬਿਹੇਵੀਅਰ ਦੀਆਂ ਗੱਲਾਂ ਕਰਦੀਆਂ। ਘੋੜੇ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੁੰਦਾ ਹੈ? ਨੰਬਰ 1, ਸ਼ਾਇਦ ਤੁਸੀਂ ਇਹਨਾਂ ਚੀਜ਼ਾਂ ਨੂੰ ਕਦੀ ਨੋਟ ਨਹੀਂ ਕੀਤਾ ਹੋਏਗਾ, ਕਿਉਂਕਿ ਅੱਜ ਕੱਲ ਅਸੀਂ ਘੋੜਸਵਾਰੀ ਕਰਦੇ ਕੋਈ ਨਹੀਂ, ਹੈ ਨਾ। ਸਿਰਫ ਸਾਡੀ ਇੱਕ ਗੇਮ ਹੀ ਬਣ ਕੇ ਰਹਿ ਗਈ ਹੈ ਘੋੜਸਵਾਰੀ। ਆਮ ਰੂਟੀਨ ਦੇ ਵਿੱਚ ਅਸੀਂ ਘੋੜਿਆਂ ਦੀਆਂ ਨਾ ਸਾਡੇ ਘਰਾਂ ਵਿੱਚ ਵਰਤੋਂ ਹੁੰਦੀ ਹੈ, ਤੇ ਸਾਡਾ ਕਲਚਰ ਹੀ ਜਿਹੜਾ ਹੈ ਉਹ ਇਸ ਗੱਲੋਂ ਜਿਹੜਾ ਹੈ ਨਾ ਉਹ ਚੇਂਜ ਹੋ ਗਿਆ ਹੋਇਆ ਵੇ। ਬਟ ਜਿਸ ਵੇਲੇ ਅਸੀਂ ਦੇਖਦੇ ਹਾਂ ਨਾ ਕਿ ਗੁਰੂ ਸਾਹਿਬ ਘੋੜਸਵਾਰ ਸਨ, ਗੁਰੂ ਹਰਗੋਬਿੰਦ ਸਾਹਿਬ ਵੀ, ਗੁਰੂ ਰਾਏ ਜੀ ਵੀ, ਗੁਰੂ ਗੋਬਿੰਦ ਸਿੰਘ ਜੀ ਵੀ, ਇਹ ਸਾਰੇ ਘੋੜਸਵਾਰੀ ਕਰਿਆ ਕਰਦੇ ਸਨ, ਠੀਕ ਹੈ ਨਾ। ਸੋ ਕਿਉਂ ਕਰਦੇ ਸਨ? ਉਹਨਾਂ ਦੇ ਬਿਹੇਵੀਅਰ ਦੀ ਪਹਿਲੀ, ਘੋੜਿਆਂ ਦਾ ਬਿਹੇਵੀਅਰ ਜਿਹੜਾ ਨਾ, ਪਹਿਲੀ ਗੱਲ ਹੈ ਕਿ ਉਹ ਚੇਤਨ ਬੜੇ ਹੁੰਦੇ ਨੇ, ਬਹੁਤ ਚੇਤਨ। ਫਟਾਫਟ ਉਹ ਜਿਹੜਾ ਹੈ ਨਾ ਉਹ ਸਮਝ ਜਾਂਦੇ ਨੇ ਕਿ ਹੁਣ ਕੀ ਹੋਣ ਲੱਗਾ। ਉਹਨਾਂ ਦਾ ਧਿਆਨ ਪੂਰਾ ਜਿਹੜਾ ਹੈ ਨਾ ਉਹ ਆਪਣੇ ਕੰਮ ਵਾਲੇ ਪਾਸੇ ਵੀ ਤੇ ਸਾਰੇ ਪਾਸੇ ਹੁੰਦਾ ਕਿ ਜਰਾ ਕੋ ਆਵਾਜ਼ ਕੰਨਾਂ ਵਿੱਚ ਪਾਏ ਤੇ ਉਹ ਉਹਨਾਂ ਦੇ ਕੰਨ ਖੜੇ ਹੋ ਜਾਂਦੇ, ਠੀਕ ਹੈ। ਪਰਸੈਪਟਿਵ ਬਹੁਤ ਜ਼ਿਆਦਾ ਹੁੰਦੇ ਨੇ। ਪਰਸੈਪਟਿਵ ਦਾ ਮਤਲਬ ਕੀ ਆ ਜਾਂਦਾ ਹੈ ਕਿ ਉਹਨਾਂ ਨੂੰ ਨਾ ਅੱਗੇ ਕੀ ਵਾਪਰਨ ਲੱਗਾ ਨਾ, ਅੱਗੇ ਕੀ ਆਉਣ ਲੱਗਾ, ਉਹ ਫਟਾਫਟ ਪਤਾ ਲੱਗ ਜਾਂਦਾ ਹੈ। ਹੁਣ ਤਾਂ ਆਪਾਂ ਇੱਕ ਸਾਖੀ ਪੜ੍ਹਦੇ ਹਾਂ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਲੰਘਦੇ ਪਏ ਸਨ ਤੇ ਇੱਕ ਥਾਂ ਉੱਤੇ ਜਾ ਕੇ ਉਹਨਾਂ ਦਾ ਨੀਲਾ ਘੋੜਾ ਰੁਕ ਗਿਆ। ਗੁਰੂ ਸਾਹਿਬ ਕਹਿਣ ਲੱਗੇ ਜ਼ਰੂਰ ਕੋਈ ਗਾੜਾ ਹੈ, ਨਹੀਂ ਤੇ ਜਾਂ ਤਾਂ ਮੇਰਾ ਅੱਖਾਂ ਮੋੜਦਾ ਨਹੀਂ, ਮੈਂ ਜ਼ਰਾ ਕੋਈ ਇਹਦੀ ਲਗਾਮ ਖਿੱਚਦਾ ਹੈ ਫਟਾਫਟ ਤੁਰ ਪੈਂਦਾ ਹੈ। ਜਿੰਨੀ ਸਪੀਡ ਤੇ ਇਹਨੂੰ ਤੁਰਨ ਲਈ ਕਹਿੰਦਾ ਉਹਨੇ ਤੁਰਦਾ, ਹੁਣ ਮੇਰੇ ਲਗਾਮ ਖਿੱਚੀ ਜਾਂਦਾ, ਤੁਰਦਾ ਨਹੀਂ ਨਾ ਪਿਆ, ਇਹ ਜ਼ਰੂਰ ਕੋਈ ਗੱਲ ਹੈ। ਉਹਨਾਂ ਨੇ ਸਿੱਖਾਂ ਨੂੰ ਅੱਗੇ ਭੇਜਿਆ ਤੇ ਅੱਗੇ ਗਏ, ਦੇਖਿਆ ਕਿ ਅੱਗੇ ਤੰਬਾਕੂ ਦਾ ਖੇਤ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਤੰਬਾਕੂ ਪੀਣ ਤੋਂ ਮਨਾ ਕੀਤਾ ਹੋਇਆ। ਮਤਲਬ ਉਹ ਘੋੜਾ ਇੰਨਾ ਜ਼ਿਆਦਾ ਅਲਰਟ ਸੀ, ਇੰਨਾ ਜ਼ਿਆਦਾ ਪਰਸੀਵ ਉਹ ਨਹੀਂ ਕਰ ਲਿਆ ਕਿ ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਮਨਾ ਕਰਦੇ ਪਏ ਨੇ, ਅੱਗੇ ਤਾਂ ਖੇਤ ਹੈ, ਉਸ ਤੰਬਾਕੂ ਦੇ ਖੇਤ ਦੀ ਹਵਾ ਵੀ ਜਿਹੜੀ ਹੈ ਨਾ ਉਹ ਸਾਡੇ ਕੋਲ ਤੱਕ ਨਹੀਂ ਪਹੁੰਚਣੀ ਚਾਹੀਦੀ। ਘੋੜਾ ਉੱਥੇ ਗਿਆ। ਮੈਂ ਇੱਥੋਂ ਸਾਨੂੰ ਸਮਝ ਆਉਣਾ ਚਾਹੀਦਾ, ਜੇ ਘੋੜਾ ਇਸ ਗੱਲ ਨੂੰ ਸਮਝਦਾ ਹੈ ਨਾ ਵੀ ਤੰਬਾਕੂ ਦੇ ਖੇਤ ਦੇ ਕੋਲੋਂ ਵੀ ਨਹੀਂ ਲੰਘਣਾ, ਤੇ ਬੱਚਿਓ ਅਸੀਂ ਵੀ ਗੁਰੂ ਜੀ ਦੇ ਆਖੇ ਲੱਗਣਾ ਹੈ। ਤੰਬਾਕੂ ਦਾ ਸੇਵਨ ਸਾਨੂੰ ਮਨਾ ਹੈ ਤੇ ਅਸੀਂ ਜ਼ਿੰਦਗੀ ਵਿੱਚ ਇਹ ਸੋਚ ਕੇ ਰੱਖਣਾ ਹੈ ਕਿ ਅਸੀਂ ਨਹੀਂ ਕਰਨਾ, ਪ੍ਰਣ ਕਰਨਾ ਹੈ ਤੇ ਕਿਸੇ ਨੂੰ ਵੀ ਨਹੀਂ ਕਰਨ ਦੇਣਾ ਆਪਣੇ ਆਲੇ ਦੁਆਲੇ, ਠੀਕ ਹੈ। ਤੀਜੇ ਹੋਰ ਇੱਕ ਉਹਨਾਂ ਦਾ ਕੀ ਹੈ ਕਿ ਉਹਦਾ ਰਿਸਪੌਂਸ ਬੜਾ ਜਲਦੀ ਹੁੰਦਾ ਹੈ। ਜਿਉਂ ਹੀ ਉਹ ਕੋਈ ਖਤਰਾ ਦੇਖਦਾ ਹੈ ਨਾ, ਇੱਕਦਮ ਰਿਸਪੌਂਸ ਦੇ ਦਿੰਦਾ ਹੈ, ਫਟਾਫਟ ਐਕਸ਼ਨ ਦੇ ਵਿੱਚ ਆਉਂਦਾ ਹੈ, ਡਰਦਾ ਬਿਲਕੁਲ ਹੀ ਨਹੀਂ। ਔਰ ਸਭ ਤੋਂ ਵੱਡੀ ਗੱਲ ਕੀ ਹੈ, ਫਟਾਫਟ ਮਾਫ ਕਰ ਦਿੰਦਾ ਹੈ। ਸ਼ਾਇਦ ਤੁਸੀਂ ਇਹ ਚੀਜ਼ ਨੂੰ ਸੁਣ ਕੇ ਹੈਰਾਨ ਹੋਵੋਗੇ, ਘੋੜਾ ਭੁੱਲਦਾ ਨਹੀਂ, ਕੋਈ ਉਹਦੇ ਨਾਲ ਜੇ ਕੋਈ ਮਾੜਾ ਕਰੇ ਉਹਨੂੰ ਭੁੱਲਦਾ ਨਹੀਂ, ਉਹਨੂੰ ਯਾਦ ਰਹਿੰਦਾ ਹੈ। ਪਰ ਉਹਦੇ ਵਿੱਚ ਮਾਫ ਕਰਨ ਦਾ ਮਾਦਾ, ਸਾਨੂੰ ਘੋੜੇ ਕੋਲੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਕਿ ਸਾਡੇ ਨਾਲ ਜੇ ਕੋਈ ਮਾੜਾ ਕਰਦਾ ਅਸੀਂ ਉਹਨੂੰ, ਇਹ ਘੋੜਾ ਜਿਹੜਾ ਫਟ ਮਾਫ ਕਰ ਦਿੰਦਾ ਹੈ। ਅਗਲੀ ਗੱਲ ਕੀ ਹੈ, ਈਜ਼ੀਲੀ ਡੋਮੀਨੇਟਡ, ਜਿਹੜਾ ਸਵਾਦ ਉਹਦੇ ਤੇ ਬਹਿ ਜਾਂਦਾ ਹੈ ਨਾ,
ਉਹ ਉਹਨੂੰ ਜਿਵੇਂ ਡੋਮੀਨੇਟ ਕਰੇਗਾ ਨਾ, ਜਿਵੇਂ ਕਹੇਗਾ ਨਾ ਕਰਨ ਲਈ, ਘੋੜਾ ਉਸੇ ਤਰ੍ਹਾਂ ਕਰਦਾ ਹੈ। ਨੈਕਸਟ ਗੱਲ ਕਿ ਉਹ ਜਨਮ ਤੋਂ, ਉਹਦੀ ਬਰਥ ਹੁੰਦੀ ਹੈ ਨਾ, ਇੱਕਦਮ ਖੜਾ ਹੋ ਜਾਂਦਾ ਹੈ ਤੇ ਤੁਰਨ ਲੱਗ ਪੈਂਦਾ ਹੈ, ਵੀ ਉਹਦੇ ਵਿੱਚ ਇੰਨੀ ਐਨਰਜੀ ਹੁੰਦੀ ਹੈ। ਇਸੇ ਕਰਕੇ ਅਸੀਂ ਦੇਖਦੇ ਹਾਂ ਨਾ, ਅਸੀਂ ਹਾਰਸ ਪਾਵਰ, ਅਸੀਂ ਕੋਈ ਮਸ਼ੀਨ ਘਰ ਦੇ ਵਿੱਚ ਲਗਾਣੀ ਹੋਵੇ ਤੇ ਅਗਲੇ ਪੁੱਛਦੇ ਨੇ ਜੀ ਕਿੰਨੀ ਹਾਰਸ ਪਾਵਰ ਦੀ ਦੇਈਏ। ਮਤਲਬ ਘੋੜੇ ਦੀ ਤਾਕਤ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਤੇਜ਼ ਚੱਲਣ ਵਾਲਾ ਹੈ। ਉਹਦੇ ਸਾਰੇ ਗੁਣ ਤੁਹਾਡੇ ਨਾਲ ਮੈਂ ਡਿਸਕਸ ਕੀਤੇ ਨੇ, ਕਰਦੀ ਪਈਆਂ। ਔਰ ਸਭ ਤੋਂ ਵੱਡੀ ਗੱਲ ਕਿਹੜੀ ਆ ਜਾਂਦੀ ਹੈ ਕਿ ਉਹਦਾ ਵਿਜ਼ਨ 360 ਡਿਗਰੀ ਹੁੰਦਾ ਹੈ, 360 ਡਿਗਰੀ ਤੱਕ ਉਹਦਾ ਵਿਜ਼ਨ ਹੁੰਦਾ ਹੈ। ਇੰਨੀ ਦੂਰ ਤੱਕ ਉਹ ਦੇਖ ਲੈਂਦਾ ਹੈ ਤੇ ਖਤਰੇ ਨੂੰ ਭਾਂਪ ਲੈਂਦਾ। ਜੇ ਮੈਂ ਕਹਿੰਦੀ ਆ ਨਾ ਵੀ ਤੰਬਾਕੂ ਦਾ ਖੇਤ ਸੀ ਅੱਗੇ ਤੇ ਉਹ ਰੁਕ ਗਿਆ, ਉਹਦਾ ਵਿਜ਼ਨ ਇੰਨੀ ਦੂਰ ਸੀ, ਉਹਨੂੰ ਦਿਸ ਗਿਆ ਕਿ ਅੱਗੇ ਜਿਹੜਾ ਨਾ ਉਹ ਤੰਬਾਕੂ ਦਾ ਖੇਤ ਹੈ, ਮੈਂ ਨਹੀਂ ਜਾਣਾ। ਤੇ ਉਹਦਾ ਟੱਚ ਜਿਹੜਾ ਹੈ ਨਾ, ਜਿਹੜਾ ਉਹਨੂੰ ਅਸੀਂ ਜਾਂਦੇ ਆ ਟੱਚ ਕਰੀਏ ਨਾ, ਕਿ ਉਹ ਬਹੁਤ ਸੈਂਸਿਟਿਵ ਹੁੰਦਾ ਹੈ। ਉਹ ਫਟ ਸਮਝ ਜਾਂਦਾ ਹੈ ਕਿ ਅਸੀਂ ਟੱਚ ਕਿਵੇਂ ਕਰਦੇ ਪਏ ਆ, ਠੀਕ ਹੈ। ਉਹਦਾ ਰਿਸਪੌਂਸ ਬੜਾ ਕੁਇਕ ਹੁੰਦਾ ਵੇ, ਜਿਉਂ ਹੀ ਉਹਨੂੰ, ਜਿਵੇਂ ਆਪਾਂ ਫਿੰਗਰ ਟਿਪਸ ਕਿਤੇ ਲਾਈਏ ਨਾ, ਫਟ ਸਾਨੂੰ ਗਰਮੀ ਗਰਮ ਹੋਵੇ ਠੰਡਾ ਹੋਵੇ, ਸਾਡੇ ਫਿੰਗਰ ਟਿਪਸ ਬੜੇ ਸੈਂਸਿਟਿਵ ਹੁੰਦੇ। ਇਸੇ ਤਰ੍ਹਾਂ ਘੋੜਾ ਬੜਾ ਸੈਂਸਿਟਿਵ ਹੈ, ਉਹਦੇ ਨਾਲ ਜ਼ਿਆਦਾ ਕੁਝ ਨਹੀਂ, ਕੋਈ ਚੀਜ਼ ਟੱਚ ਕਰਦੀ ਹੈ ਉਹਦੀ ਸੈਂਸਿਟਿਵਿਟੀ ਜਿਹੜੀ ਉਹਨੂੰ ਦੱਸ ਦਿੰਦੀ ਹੈ। ਜੇ ਕੋਈ ਖਤਰਾ ਹੋਵੇ ਤੇ ਫਟ ਅਲਰਟ ਹੋ ਜਾਂਦਾ ਵੇ, ਠੀਕ ਹੈ। ਤੇ ਆਪਣੇ ਰਾਈਡਰ ਦੀ ਸਭ ਤੋਂ ਵੱਡੀ ਗੱਲ ਕਿ ਜਿਹੜਾ ਉਹਦੇ ਤੇ ਸਵਾਰੀ ਕਰਦਾ ਪਿਆ ਹੈ ਨਾ, ਜਿਹੜਾ ਉਹਦੇ ਤੇ ਸਵਾਰ ਹੈ, ਰਾਈਡ ਕਰਦਾ ਪਿਆ ਹੈ, ਉਹਦੀ ਹਰ ਮੂਵਮੈਂਟ ਨੂੰ ਉਹ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਹ ਸਮਝਦਾ ਹੈ ਕਿ ਮੇਰਾ ਰਾਈਡਰ ਹੁਣ ਕਿਸ ਤਰ੍ਹਾਂ ਹਿਲਦਾ ਪਿਆ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ, ਠੀਕ ਹੈ ਨਾ। ਸੋ ਇਸ ਕਰਕੇ ਕਿਹੜੀ ਚੀਜ਼ ਆ ਜਾਂਦੀ ਹੈ, ਬੜਾ ਹਾਈਲੀ ਡਿਵੈਲਪਡ, ਇਹਦਾ ਜਿਹੜਾ ਨਰਵਸ ਸਿਸਟਮ ਹੈ ਨਾ, ਇਹ ਬੜਾ ਹਾਈਲੀ ਡਿਵੈਲਪਡ ਹੁੰਦਾ ਵੇ। ਤੇ ਇਸੇ ਕਰਕੇ ਉਹ ਹਰ ਇੱਕ ਮੂਵਮੈਂਟ ਨੂੰ ਜਿਹੜਾ ਹੈ ਉਹ ਫਟਾਫਟ ਸਮਝ ਜਾਂਦਾ ਹੈ, ਠੀਕ ਹੈ। ਮੈਂ ਥੋੜੀਆਂ ਜਿਹੀਆਂ ਗੱਲਾਂ ਦੱਸੀਆਂ ਨੇ ਘੋੜਿਆਂ ਬਾਰੇ, ਹੋਰ ਵੀ ਉਹਨਾਂ ਦੇ ਬਹੁਤ ਗੁਣ ਨੇ, ਪਰ ਮੈਂ ਸਮੇਂ ਨੂੰ ਸਾਹਮਣੇ ਰੱਖਦੇ ਹੋਇਆ ਹੁਣ ਆਪਾਂ ਜਿਹੜੀਆਂ ਚੀਜ਼ਾਂ ਦੇਖੀਆਂ ਨਾ, ਹੁਣ ਤੁਸੀਂ ਦੇਖੋ ਗੁਰੂ ਸਾਹਿਬ ਨੇ ਸਾਡੀ ਦੇਹ ਨੂੰ ਕੀ ਕਿਹਾ ਵੇ, ਘੋੜਾ। ਇਹ ਘੋੜੀ ਹੈ, ਇਹ ਬਿਨਾ ਫੈਮਿਨਨ ਕਰਕੇ ਉਹਨਾਂ ਨੇ ਘੋੜੀ ਕਹਿ ਦਿੱਤਾ, ਠੀਕ ਹੈ। ਹੁਣ ਇਹਨੂੰ ਘੋੜਾ ਕਹਿ ਦਿੱਤਾ, ਹੁਣ ਤੁਸੀਂ ਦੇਖੋ ਕਿ ਇਹ ਸਾਰੇ ਗੁਣ ਜਿਹੜੇ ਨੇ ਨਾ, ਇਹ ਸਾਡੀ ਦੇਹ ਵਿੱਚ ਵੀ ਹੈਗੇ ਨੇ, ਪਰ ਅਸੀਂ ਇਹਨਾਂ ਵੱਲ ਧਿਆਨ ਨਹੀਂ ਦਿੰਦੇ, ਠੀਕ ਹੈ ਨਾ। ਸਾਡੀ ਦੇਹ ਬੜੀ ਚੇਤੰਨ ਹੈ, ਤੁਸੀਂ ਦੇਖੋਗੇ ਕਿ ਸਾਡੇ ਸਰੀਰ ਉੱਤੇ ਇੱਕ ਨਿੱਕੀ ਜਿਹੀ ਵੀ ਕੀੜੀ ਆ ਕੇ ਚੜ ਜਾਂਦੀ, ਸਾਨੂੰ ਫਟ ਪਤਾ ਲੱਗ ਜਾਂਦਾ ਸਾਡੀ ਬੋਡੀ ਤਾਂ ਚੇਤੰਨ ਹੈ। ਹਰ ਚੀਜ਼ ਨੂੰ, ਮੈਂ ਤਾਂ ਇੱਕ ਕੀੜੀ ਦੀ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ ਨਾ, ਹਰ ਚੀਜ਼ ਨੂੰ ਉਹ ਬੜੇ ਧਿਆਨ ਨਾਲ, ਇੰਨੀ ਚੇਤਨਤਾ ਦੇ ਨਾਲ ਫੀਲ ਕਰਦੇ ਨੇ, ਠੀਕ ਹੈ। ਬੜਾ ਫਾਸਟ ਰਿਸਪੌਂਸ ਹੁੰਦਾ ਹੈ, ਜ਼ਰਾ ਕੁ ਸਾਡੀ ਅੱਖ 'ਚ ਕੁਝ ਪੈ ਜਾਏ, ਫਟਾਫਟ ਸਾਡਾ ਹੱਥ ਜਿਹੜਾ ਉਹ ਅੱਖ ਤੱਕ ਚਲਾ ਜਾਂਦਾ ਹੈ, ਠੀਕ ਹੈ ਨਾ। ਇਹ ਸਾਡੀ ਜਿਹੜੀ ਬੋਡੀ ਹੈ ਨਾ, ਇਹਦੇ ਵਿੱਚ ਬਹੁਤ ਜ਼ਿਆਦਾ ਚੇਤਨਤਾ ਹੈ, ਫਾਸਟ ਰਿਸਪੌਂਸ ਹੈ, ਪਰਸੈਪਟਿਵ ਵੀ ਹੈਗੀ ਹੈ, ਸਾਰੇ ਗੁਣ ਜਿਹੜੇ ਨੇ ਸਾਡੀ ਦੇਹ ਦੇ ਵਿੱਚ ਹੈਗੇ ਨੇ। ਪਰ ਅਸੀਂ ਕੀਤਾ ਕੀ ਹੋਇਆ ਵੇ ਕਿ ਅਸੀਂ ਆਪਣੀ ਦੇਹ ਨੂੰ, ਆਪਣੇ ਸਰੀਰ ਨੂੰ, ਆਪਣੇ ਆਪ ਨੂੰ, ਸਾਡੇ ਸਰੀਰ ਦੇ ਅੰਦਰ ਜੋ ਸਾਡੀਆਂ ਚੀਜ਼ਾਂ ਨੇ, ਸਾਡਾ ਮਨ, ਸਾਡਾ, ਜਿਵੇਂ ਹੁਣੇ ਇੱਥੇ ਗੱਲ ਕੀਤੀ ਗਈ ਕਿ ਮਨ ਸਾਡਾ ਕਿਤੇ ਹੋਰ ਹੁੰਦਾ, ਸਾਡਾ ਸਰੀਰ ਬੈਠਾ ਕਿਤੇ ਹੋਰ ਹੁੰਦਾ। ਇਹਦਾ ਮਤਲਬ ਹੈ ਕਿ ਇਸ ਦੇਹ ਨੂੰ ਚਲਾਉਣ ਵਾਲਾ ਸਾਡਾ ਮਨ ਹੈ, ਤੇ ਮਨ ਜੇ ਠੀਕ ਸਹੀ ਨਹੀਂ ਹੋਵੇਗਾ ਨਾ, ਤਾਂ ਦੇਹ ਸਾਡੀ ਠੀਕ ਨਹੀਂ ਚੱਲ ਸਕਦੀ। ਦੇਹ ਨੂੰ ਚਲਾਉਣ ਵਾਸਤੇ ਸਾਡੇ ਮਨ ਦੀ ਠੀਕ ਡਾਇਰੈਕਸ਼ਨ ਦੀ, ਪੂਰੀ ਕਨਸੈਂਟਰੇਸ਼ਨ ਦੀ ਲੋੜ ਹੈ। ਹੁਣ ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਆਪਣੀ ਗੱਲ ਖਤਮ ਕਰਾਂਗੀ ਕਿ ਇੱਕ ਵਾਰੀ ਮਤਲਬ ਘੋੜਿਆਂ ਦੀਆਂ ਦੌੜਾਂ ਜਿਹੜੀਆਂ ਹੁੰਦੀਆਂ ਨਾ, ਇਹਨਾਂ ਉੱਤੇ ਬੜਾ ਸੱਟਾ ਲੱਗਦਾ। ਸੱਟਾ ਦਾ ਮਤਲਬ ਸ਼ਰਤਾਂ ਲੱਗਦੀਆਂ ਨੇ, ਜਿਸ ਵੇਲੇ ਦੌੜਾਂ ਹੁੰਦੀਆਂ ਨੇ ਨਾ, ਇਹ ਘੋੜਾ ਜਿੱਤੇਗਾ ਤੇ ਇਹ ਘੋੜਾ ਜਿੱਤੇਗਾ, ਲੋਕੀ ਬੜੀਆਂ ਵੱਡੀਆਂ ਵੱਡੀਆਂ ਲੱਖਾਂ ਲੱਖਾਂ ਰੁਪਏ ਦੀਆਂ ਸ਼ਰਤਾਂ ਵੀ ਘੋੜਿਆਂ ਦੀਆਂ ਦੌੜਾਂ ਦੇ ਵਿੱਚ ਲਗਾ ਲੈਂਦੇ ਨੇ, ਠੀਕ ਹੈ। ਹੁਣ ਉਹ ਜਿਹੜੀਆਂ ਸ਼ਰਤਾਂ ਲਗਾਉਂਦੇ ਨੇ ਨਾ, ਉਹ ਜੇ ਲਗਾਉਣ ਵਾਲਾ ਜੇ ਸਿਆਣਾ ਹੋਏਗਾ ਤੇ ਜਿੱਤ ਜਾਂਦਾ ਵੇ, ਠੀਕ ਹੈ। ਹੁਣ ਸਿਆਣਪ ਦੇ ਵਿੱਚ ਹੁਣ ਇੱਕ ਪਿਕਚਰ ਰੇਸ ਆਈ ਸੀ ਜਿਹਦੇ ਵਿੱਚ ਘੋੜਿਆਂ, ਇੱਕ ਸੀਨ ਸੀ ਜਿਹਦੇ ਵਿੱਚ ਘੋੜਿਆਂ ਦੀਆਂ ਦੌੜਾਂ ਲੱਗੀਆਂ, ਠੀਕ ਹੈ। ਭਾਵੇਂ ਉਹਦੇ ਵਿੱਚ ਡਿਫਰੈਂਟ ਵੇ ਨਾਲ ਪ੍ਰੈਜ਼ੈਂਟ ਕੀਤਾ ਗਿਆ ਸੀ, ਪਰ ਅਸੀਂ ਉਹਦੇ ਵਿੱਚੋਂ ਇੱਕ ਪੋਜ਼ਿਟਿਵ ਗੱਲ ਕੀ ਸਿੱਖਣੀ ਹੈ ਕਿ ਰੇਸ ਪਿਕਚਰ ਦੇ ਵਿੱਚ ਇੱਕ ਸੀਨ ਐਸਾ ਸੀ ਜਿਹਦੇ ਵਿੱਚ ਘੋੜਿਆਂ ਦੀਆਂ ਦੌੜਾਂ ਲੱਗੀਆਂ ਤੇ ਉਹਦੇ ਵਿੱਚ ਲੋਕਾਂ ਨੇ ਸ਼ਰਤਾਂ ਲਾਈਆਂ। ਉਹਦੇ ਵਿੱਚ ਉਹਨਾਂ ਨੇ ਵਿਲਨ ਐਂਡ ਹੀਰੋ ਦੀ ਜਿਹੜੀ ਉਹ ਸ਼ਰਤ ਲਗਾ ਦਿੱਤੀ ਕਿ ਕੌਣ ਜਿੱਤੇਗਾ, ਠੀਕ ਹੈ। ਹੁਣ ਜਦੋਂ ਰੇਸ ਲਗਾਉਣ ਲੱਗਿਆ, ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਸ਼ਰਤ ਲਗਾਉਣ ਲੱਗਿਆ, ਉਹ ਇਹ ਨਹੀਂ ਦੇਖਦਾ ਕਿ ਕਿਸੇ ਦਾ ਘੋੜਾ ਕਿੱਦਾਂ ਦਾ ਹੈ, ਕਿੰਨਾ ਵਧੀਆ,
ਉਹ ਇਹ ਦੇਖਦਾ ਹੈ ਕਿ ਘੋੜੇ ਨੂੰ ਚਲਾਉਣ ਵਾਲਾ ਕਿੰਨਾ ਵਧੀਆ ਹੈ, ਉਹ ਕਿੰਨਾ ਸਿਆਣਾ। ਸੋ ਰੇਸ ਦੀ ਸ਼ਰਤ ਜਿੱਤੇਗਾ ਉਹੀ ਹੋਈ ਜਿਨੇ ਸਿਆਣੇ ਘੋੜ ਸਵਾਰ ਨੂੰ ਦੇਖਿਆ, ਇੱਕ ਵਧੀਆ ਤਾਕਤਵਰ ਘੋੜੇ ਉੱਤੇ ਆਪਣੀ ਨਜ਼ਰ ਨਹੀਂ ਰੱਖੀ। ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦੇ ਦਿੱਤੀ ਹੈ, ਸਾਨੂੰ ਸਾਰਿਆਂ ਨੂੰ ਘੋੜੀ ਦਿੱਤੀ ਹੈ ਚੜ੍ਹਨ ਵਾਸਤੇ। ਇਹਦੇ ਉੱਤੇ ਅਸੀਂ ਅਸਵਾਰੀ ਕਿੰਨੇ ਕਰਨੀ ਹੈ, ਸਾਡੇ ਮਨ ਨੇ ਕਰਨੀ ਹੈ। ਤੇ ਉਹ ਸਵਾਰ ਜੇ ਤਾਂ ਚੰਗਾ ਹੋਵੇਗਾ, ਜੇ ਉਹ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ, ਜਿਹੜਾ ਘੋੜੇ ਨੂੰ, ਜਿਹੜਾ ਸਾਡਾ ਮਨ ਦੇਹ ਰੂਪੀ ਘੋੜੇ ਨੂੰ ਜੇ ਤਾਂ ਰੱਖ ਲਏਗਾ ਕਾਬੂ ਵਿੱਚ, ਫਿਰ ਤਾਂ ਉਹਦਾ ਸਰੀਰ ਵੀ ਸਫਲ ਹੋ ਜਾਵੇਗਾ। ਠੀਕ ਹੈ। ਤੇ ਜੇ ਮਨ ਕਾਬੂ ਵਿੱਚ ਨਹੀਂ, ਯਾਨੀ ਦੇਹ ਦਾ ਸਵਾਲ ਕਾਬੂ ਵਿੱਚ ਨਹੀਂ, ਤਾਂ ਫਿਰ ਉਸ ਜਿੰਨਾ ਮਰਜ਼ੀ ਤਾਕਤਵਰ ਹੋਵੇ ਘੋੜਾ, ਜਿੰਨਾ ਮਰਜ਼ੀ ਪਹਿਲਵਾਨ ਅਸੀਂ ਇਸ ਸਰੀਰ ਨੂੰ ਬਣਾ ਲਈਏ, ਸਾਡਾ ਸਰੀਰ ਹਾਰ ਜਾਏਗਾ, ਸਫਲ ਨਹੀਂ ਹੋ ਕੇ ਇਸ ਦੁਨੀਆ ਵਿੱਚੋਂ ਜਾਏਗਾ। ਸੋ ਬੱਚਿਓ, ਜਿਹੜੀਆਂ ਗੱਲਾਂ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕਹੀਆਂ ਨਾ, ਕਿ ਘੋੜਾ ਅਸੀਂ ਆਪਣਾ ਸੰਭਾਲ ਕੇ ਰੱਖਣਾ ਵੇ, ਪਰ ਘੋੜੇ ਨੂੰ ਸੰਭਾਲਣ ਲਈ ਸਵਾਰ ਬੜਾ ਸਿਆਣਾ ਹੋਣਾ ਚਾਹੀਦਾ ਹੈ। ਕਿ ਉਹ ਸਵਾਰ ਹੈ ਸਾਡਾ ਮਨ। ਅਸੀਂ ਆਪਣੇ ਮਨ ਨੂੰ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਸਾਡਾ ਜੋਤ ਸਰੂਪ ਹੈ। ਅਸੀਂ ਆਪਣੇ ਮਨ ਨੂੰ ਪਹਿਚਾਨ ਕੇ ਫਿਰ ਦੇਹ ਕੋਲੋਂ ਉਹ ਸਾਰਾ ਕੁਝ ਕਰਾਉਣਾ ਹੈ। ਠੀਕ ਹੈ। ਦੇਹ ਕੋਲੋਂ ਉਹ ਕੁਝ, ਅਸੀਂ ਆਪਣੇ ਸਰੀਰ ਕੋਲੋਂ ਉਹ ਕੁਝ ਕਰਾਉਣਾ ਵੇ ਜੋ ਆਤਮ ਰੂਪ ਸਾਨੂੰ ਕਹਿੰਦਾ ਪਿਆ ਹੈ। ਸਾਡਾ ਦਿਲ ਕਰਦਾ ਫਿਲਮ ਦੇਖਣ ਤੇ, ਪਰ ਦੂਜੇ ਪਾਸੇ ਮਨ ਵਿੱਚ ਆਉਂਦਾ ਨਹੀਂ ਨਹੀਂ, ਇਹ ਤਾਂ ਗੁਰਦੁਆਰੇ ਜਾਣ ਦਾ ਟਾਈਮ ਹੈ, ਮੈਂ ਫਿਲਮ ਨਹੀਂ ਦੇਖਣੀ। ਜੇ ਤਾਂ ਅਸੀਂ ਆਪਣੇ ਮਨ ਦੀ ਮਾੜੀ ਆਵਾਜ਼ ਸੁਣ ਲਈ ਪਿਕਚਰ ਵਾਲੀ ਪਾਸੇ, ਤਾਂ ਸਾਡੀ ਦੇਹ ਸਾਨੂੰ ਉਧਰ ਲੈ ਜਾਏਗੀ, ਕਿਉਂਕਿ ਘੋੜੇ ਨੇ ਤਾਂ ਉਧਰ ਜਾਣਾ ਜਿੱਧਰ ਉਹਦਾ ਸਵਾਰ ਉਹਨੂੰ ਚਲਾਏਗਾ। ਤੇ ਜੇ ਮਨ ਦੀ ਆਵਾਜ਼ ਉਹਨੇ ਇਹ ਸੁਣ ਲਈ ਕਿ ਵੀ ਮੈਂ ਗੁਰਦੁਆਰੇ ਜਾਣਾ ਹੈ, ਤਾਂ ਦੇਹ ਉਹਨੂੰ, ਪੈਰ ਉਹਨੂੰ ਗੁਰਦੁਆਰੇ ਵੱਲ ਲੈ ਜਾਣਗੇ। ਠੀਕ ਹੈ ਨਾ। ਸੋ ਇਸ ਕਰਕੇ ਘੋੜੇ ਆਪਣੇ ਨੂੰ, ਦੇਹ ਆਪਣੀ ਨੂੰ, ਸਰੀਰ ਆਪਣੇ ਨੂੰ ਅਸੀਂ ਸਹੀ ਪਾਸੇ ਚਲਾਣਾ ਵੇ। ਤੇ ਸਹੀ ਪਾਸੇ ਚਲਾਉਣ ਲਈ ਅਸੀਂ ਆਪਣੇ ਮਨ ਰੂਪੀ ਸਵਾਰ, ਘੋੜ ਸਵਾਰ ਜਿਹੜਾ ਹੈ ਨਾ, ਉਹਨੂੰ ਬੜਾ ਪਰਫੈਕਟ ਬਣਾਉਣਾ ਹੈ। ਤੇ ਪਰਫੈਕਟ ਬਣਾਉਣ ਵਾਸਤੇ ਅਸੀਂ ਗੁਰਬਾਣੀ ਨੂੰ ਸੁਣਨਾ ਹੈ, ਕਿਉਂਕਿ ਗੁਰਬਾਣੀ ਤੋਂ ਬਿਨਾਂ, ਵੈਸੇ ਤਾਂ ਪਰਫੈਕਟ ਇੱਕੋ ਹੀ ਚੀਜ਼ ਹੋ ਸਕਦੀ ਹੈ, ਪਰਮਾਤਮਾ। ਅਸੀਂ ਸਾਰੇ ਭੁੱਲਣਹਾਰ ਹਾਂ, ਪਰ ਅਸੀਂ ਪਰਫੈਕਟ ਦੇ ਨੇੜੇ ਜਿੰਨਾ ਹੁੰਦੇ ਜਾਵਾਂਗੇ ਨਾ, ਭੁੱਲ ਗੁਰੂ ਕਰਤਾਰ ਦੇ ਜਿੰਨਾ ਨੇੜੇ ਹੁੰਦੇ ਜਾਵਾਂਗੇ, ਉਹਨੀਆਂ ਸਾਨੂੰ ਜਿਹੜੀਆਂ ਭੁੱਲਾਂ ਨੇ ਨਾ, ਇੱਕ ਤਾਂ ਉਹ ਬਖਸ਼ਦਾ ਵੀ ਰਹੇਗਾ, ਤੇ ਫਿਰ ਸਾਨੂੰ ਉਹ ਅੱਗੋਂ ਹੋਰ ਭੁੱਲਾਂ ਕਰਨ ਵੀ ਨਹੀਂ ਦੇਵੇਗਾ। ਸੋ ਬੱਚਿਓ, ਇਸ ਸਰੀਰ ਰੂਪੀ ਘੋੜੀ ਦੇ ਸਵਾਦ ਨੂੰ ਆਪਾਂ ਸਟਰੋਂਗ ਬਣਾਈਏ, ਗੁਰੂ ਦੀ ਮੱਤ ਦੇ ਅਨੁਸਾਰ ਇਸ ਦੇਹ ਨੂੰ ਚਲਾਈਏ। ਸੋ ਇੱਥੇ ਮੈਂ ਆਪਣੀ ਗੱਲ ਖਤਮ ਕਰਦੀ ਹਾਂ, ਤੇ ਹੁਣ ਆਪਣਾ ਜਿਹੜਾ ਨੈਕਸਟ ਲੈਕਚਰ ਹੈ ਉਹ ਸ਼ੁਰੂ ਹੋਏਗਾ। ਤੁਹਾਨੂੰ ਡਾਕਟਰ ਅਰਸ਼ਦੀਪ ਸਿੰਘ ਜੀ ਅਨਾਉਂਸ ਕਰਨਗੇ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਘੋੜੇ ਦੀ ਗੱਲ, ਕਿ ਜਿਹੜਾ ਸਾਡਾ ਸਰੀਰ ਹੈ ਉਹ ਘੋੜਾ ਹੈ, ਉਹ ਘੋੜੀ ਹੈ। ਤੇ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਛੋਟੇ ਸੀ ਨਾ, ਵੈਸੇ ਹੁਣ ਵੀ ਕਰ ਲੈਂਦੇ ਹਾਂ, ਜੇ ਅਸੀਂ ਆਪਣੇ ਕਜ਼ਨਸ ਨੂੰ ਨਾ ਇੱਕ ਦੂਜੇ ਨੂੰ ਘੋੜੀ ਬੁਲਾਉਂਦੇ ਹੁੰਦੇ ਸੀ ਮਜ਼ਾਕ ਦੇ ਵਿੱਚ। ਬੈਠੇ ਹੋਏ ਨੇ ਆਨਲਾਈਨ ਵੀਰ ਜੀ, ਸੁਣ ਵੀ ਰਹੇ ਹੋਣਗੇ, ਕਿ ਅਸੀਂ ਨਾ ਇੱਕ ਦੂਜੇ ਨੂੰ ਘੋੜੀ ਕਹਿੰਦੇ ਹੁੰਦੇ ਸੀਗੇ। ਬਟ ਉਦੋਂ ਸਾਨੂੰ ਸਮਝ ਨਹੀਂ ਆਉਂਦੀ ਸੀ ਵੀ ਘੋੜੀ ਅਸੀਂ ਕਿਉਂ ਕਹਿੰਦੇ ਆ। ਤੇ ਹੁਣ ਸ਼ਾਇਦ ਅੱਜ ਕਲੀਅਰ ਹੋ ਗਿਆ ਕਿ ਘੋੜੀ ਦੇ ਪਿੱਛੇ ਵੀ ਨਾ ਸਾਡੇ ਕੋਈ ਗੁਰਬਾਣੀ ਦਾ ਹੀ ਕੋਈ ਮੈਸੇਜ ਸੀ, ਜਿਹੜਾ ਕਿ ਸਬਕੌਂਸ਼ੀਅਸ ਮਾਈਂਡ ਵਿੱਚ ਕਿਸੇ ਟਾਈਮ ਸਾਡੇ ਪੇਰੈਂਟਸ ਨੇ ਜਾਂ ਸਾਡੇ ਬਜ਼ੁਰਗਾਂ ਨੇ ਕਿਧਰੇ ਸਾਡੇ ਦਿਮਾਗ ਵਿੱਚ ਪਾਇਆ ਹੋਏਗਾ, ਤੇ ਅਸੀਂ ਇੱਕ ਦੂਜੇ ਨੂੰ ਘੋੜੀ ਕਹਿੰਦੇ ਸੀ। ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਫਿਰ ਤੋਂ ਘੋੜੀ ਕਹਿਣਾ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਕਿ ਸਾਡੇ ਮਨ ਵਿੱਚ ਇਹ ਗੱਲਾਂ ਰਹਿਣ ਕਿ ਅਸੀਂ ਜਿਹੜਾ ਸਾਡੀ ਦੇਹ ਹੈ, ਜਿਹੜੀ ਘੋੜੀ ਹੈ, ਇਸ ਨੂੰ ਕਿਸ ਤਰੀਕੇ ਨਾਲ ਅਸੀਂ ਪ੍ਰੋਪਰਲੀ ਯੂਟੀਲਾਈਜ਼ ਕਰਨਾ ਹੈ। ਤੇ ਮੈਂ ਥੋੜੀ ਜਿਹੀ ਇੱਕ ਮੇਰੇ ਕੋਲੋਂ ਗਲਤੀ ਹੋ ਗਈ ਹੈ ਕਿ ਪਹਿਲੇ ਜਿਹੜਾ ਸਟਾਕ ਸੀ ਦਿਵਨੀਤ ਕੌਰ ਦੀ, ਅਗਰ ਕਿਸੇ ਨੇ ਵੀ ਉਹਦੇ ਵਿੱਚ ਕੋਈ ਕਮੈਂਟਸ ਜਾਂ ਕੋਈ ਕੁਐਸਚਨਸ ਕੁਛ ਪੁੱਛਣੇ ਹਨ, ਤਾਂ ਉਹ ਚੈਟ ਬਾਕਸ ਵਿੱਚ ਪਾ ਸਕਦੇ ਹਨ ਜਾਂ ਆਪਣਾ ਹੈਂਡ ਰੇਜ਼ ਕਰ ਸਕਦੇ ਹਨ, ਅਸੀਂ ਉਹਨਾਂ ਨੂੰ ਲੈ ਲਾਂਗੇ। ਤੇ ਜਿਹੜਾ ਸੈਕਿੰਡ ਸੈਗਮੈਂਟ ਸੀ ਅੱਜ ਦੀ ਕਲਾਸ ਦਾ ਘੋੜੀ ਉੱਤੇ,
ਉਹਦੇ 'ਚ ਵੀ ਅਗਰ ਕਿਸੇ ਦੇ ਕੋਈ ਕਮੈਂਟਸ ਹਨ ਜਾਂ ਕੋਈ ਕੁਐਸਚਨਸ ਕਿਸੇ ਨੇ ਪੁੱਛਣੇ ਹਨ ਤਾਂ ਉਹ ਚੈਟ ਬਾਕਸ ਵਿੱਚ ਪਾ ਦੇਣ। ਤੇ ਹੁਣ ਮੈਂ ਰਿਕੁਐਸਟ ਕਰਾਂਗਾ, ਸਾਡੇ ਨਾਲ ਇੰਜੀਨੀਅਰ ਭਵਦੀਪ ਸਿੰਘ ਜੀ ਜੁੜੇ ਹੋਏ ਹਨ ਤੇ ਇਹਨਾਂ ਦੀ ਮੈਂ ਇੱਕ ਖਾਸੀਅਤ ਦੱਸਣਾ ਚਾਹਾਂਗਾ ਕਿ ਮੈਂ ਜਦੋਂ ਮੈਸੇਜ ਪਾਇਆ ਕਿ ਸੰਡੇ ਦੀ ਕਲਾਸ ਹੋਏਗੀ ਤੇ ਸਪੀਕਰਸ ਹੋਣਗੇ ਇੰਜੀਨੀਅਰ ਭਵਦੀਪ ਸਿੰਘ USA, ਤੇ ਇਹਨਾਂ ਨੇ ਮੈਨੂੰ ਡਾਂਟਿਆ ਵੀ ਤੂੰ ਮੇਰੇ ਨਾਮ ਨਾਲ USA ਕਿਉਂ ਲਿਖਿਆ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਬ੍ਰਾਂਡ ਵੈਲਿਊ ਵੱਧ ਜਾਂਦੀ ਹੈ ਸਾਡੀ, ਤੇ ਬਈ ਸਾਡੇ ਵਿੱਚ USA ਦੇ ਬੰਦੇ ਜੁੜੇ ਹੋਏ ਨੇ ਨਾਲ। ਤੇ ਉਹਨਾਂ ਨੇ ਮੈਨੂੰ ਰਿਪਲਾਈ ਕਰਕੇ ਕਿਹਾ ਕਿ ਫੋਕਾ ਬ੍ਰਾਂਡ ਹੈ USA। ਸੋ ਇਹਨਾਂ ਦੀ ਬਹੁਤ ਹੀ ਮੈਂ ਦਾਦ ਦਿੰਦਾ ਕਿ ਇਹ 10-12 ਸਾਲ 15 ਸਾਲ ਆਲਮੋਸਟ USA ਰਹੇ ਨੇ ਤੇ ਹੁਣ ਵਾਪਸ ਇੰਡੀਆ ਸ਼ਿਫਟ ਹੋਏ ਹਨ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ, ਜੋ ਗੁੜਤੀ ਸਿੱਖੀ ਦੀ ਤੇ ਜੋ ਗੁਰਬਾਣੀ ਦੀ ਜੋ ਉਹਨਾਂ ਨੂੰ ਇੰਡੀਆ ਦੇ ਵਿੱਚ ਰਹਿ ਕੇ ਸੁਸਾਇਟੀ ਉਹ ਮਿਲ ਸਕਦੀ ਹੈ, ਸਾਥ ਮਿਲ ਸਕਦਾ ਹੈ ਸਿੱਖੀਜ਼ਮ ਦਾ, ਉਹ ਉੱਥੇ ਅਮਰੀਕਾ ਦੇ ਵਿੱਚ ਨਹੀਂ ਹੈ। ਤਾਂ ਹੁਣ ਇਹ ਚੰਡੀਗੜ੍ਹ ਆ ਗਏ ਹਨ ਤੇ ਫਿਰ ਮੈਂ ਮਾਫੀ ਮੰਗਦਾ ਇਹਨਾਂ ਕੋਲੋਂ। ਤੇ ਅੱਜ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਾਂਗਾ ਕਿ ਇੰਜੀਨੀਅਰ ਭਵਦੀਪ ਸਿੰਘ ਜੀ ਚੰਡੀਗੜ੍ਹ ਵਾਲੇ ਸਾਡੇ ਨਾਲ ਗੱਲਾਂ ਸਾਂਝੀਆਂ ਕਰਨਗੇ। ਸੋ ਅਗਲੇ ਅੱਧੇ ਘੰਟੇ ਲਈ ਭਵਦੀਪ ਸਿੰਘ ਵੀਰ ਜੀ ਨੂੰ ਬੇਨਤੀ ਹੈ ਕਿ ਉਹ ਸਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸੋ ਮੇਰੀ ਥੋੜੀ ਜਿਹੀ ਇੰਟਰੋਡਕਸ਼ਨ ਅਰਸ਼ਦੀਪ ਵੀਰ ਜੀ ਨੇ ਦੇਤੀ ਹੈ। ਮੈਂ ਕਰੀਬ 20 ਸਾਲ ਮੈਂ ਅਮਰੀਕਾ ਰਿਹਾ ਤੇ ਹੁਣ ਵਾਪਸ ਅਸੀਂ ਆਏ ਹਾਂ। ਜੀ ਪਿਛਲੇ ਹਫਤੇ ਡਾਕਟਰ ਸਰਬਜੋਤ ਕੌਰ ਜੀ ਨੇ ਗੱਲ ਕੀਤੀ ਸੀ ਮਾਂ ਬੋਲੀ ਬਾਰੇ। ਮਦਰਸ ਡੇ ਵਾਲੇ ਦਿਨ ਅਸੀਂ ਮਾਂ ਬੋਲੀ ਬਾਰੇ ਗੱਲ ਕੀਤੀ ਸੀ ਤੇ ਬਸ ਉੱਥੇ ਬੱਚੇ ਸਾਰਾ ਕੁਝ ਸਿੱਖ ਜਾਂਦੇ ਨੇ, ਐਜੂਕੇਸ਼ਨ ਵੀ ਠੀਕ ਹੈ, ਕੈਰੀਅਰ ਵੀ ਬੜਾ ਵਧੀਆ ਬਣ ਜਾਂਦਾ ਹੈ, ਬਟ ਜਿਹੜੇ ਅਸੀਂ ਆਪਣੀ ਮਾਂ ਬੋਲੀ ਤੋਂ ਬਹੁਤ ਹੀ ਪਿੱਛੇ ਰਹਿ ਜਾਂਦੇ ਹਾਂ। ਸੋ ਇਸ ਕਰਕੇ ਅਸੀਂ ਵਾਪਸ ਆਉਣ ਦਾ ਵਿਚਾਰ ਬਣਾਇਆ ਤੇ ਅੱਜ ਅਸੀਂ ਹੁਣ ਇੱਥੇ ਵਾਪਸ ਚੰਡੀਗੜ੍ਹ ਵਿੱਚ ਹੈਗੇ ਹਾਂ। ਸੋ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ, ਅੱਜ ਹੁਣੇ ਦਿਵਨੀਤ ਕੌਰ ਜੀ ਨੇ, ਡਾਕਟਰ ਸਰਬਜੋਤ ਕੌਰ ਜੀ ਨੇ ਸਾਨੂੰ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਜਿਹੜੀਆਂ ਮੈਨੂੰ ਵੀ ਆਪਾਂ ਕਦੇ ਧਿਆਨ ਨਹੀਂ ਦਿੰਦੇ ਨਾ, ਅਸੀਂ ਸੁਣਨ ਬਾਰੇ ਧਿਆਨ ਦਿੰਦੇ ਹਾਂ। ਅਸੀਂ ਹੁੰਦੇ ਹਾਂ ਕਈ ਵਾਰੀ ਅਸੀਂ ਲੈਕਚਰ ਵਿੱਚ ਵੀ ਹੁੰਦੇ ਹਾਂ, ਕਲਾਸਿਸ ਵਿੱਚ ਹੁੰਦੇ ਹਾਂ ਅਸੀਂ, ਤੇ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ ਸੁਣਨ ਬਾਰੇ। ਅਸੀਂ ਵੀ ਆਰ ਪ੍ਰੈਜ਼ੈਂਟ, ਜਿਵੇਂ ਅਰਸ਼ਦੀਪ ਜੀ ਨੇ ਕਿਹਾ ਸੀ ਕਿ ਅਸੀਂ ਵੀ ਆਰ ਹੀਅਰਿੰਗ ਬਟ ਵੀ ਆਰ ਨਾਟ ਲਿਸਨਿੰਗ। ਤੇ ਸੇਮ ਘੋੜੇ ਬਾਰੇ ਵੀ, ਘੋੜੇ ਬਾਰੇ ਆਪਾਂ ਜਦੋਂ ਅਰਸ਼ਦੀਪ ਵੀਰ ਜੀ ਨੇ ਕਿਹਾ ਕਿ ਵੀਰ ਜੀ ਹੈਗੇ ਨੇ, ਉਹ ਮੇਰੇ ਬਾਰੇ ਗੱਲ ਕਰ ਰਹੇ ਸੀ ਕਿ ਅਸੀਂ ਇੱਕ ਦੂਜੇ ਨੂੰ ਘੋੜੀ ਕਹਿੰਦੇ ਹੁੰਦੇ ਸੀ। ਸੋ ਇਹ ਇੱਕ ਡਿਫਰੈਂਟ ਪਰਸਪੈਕਟਿਵ ਘੋੜੇ ਦਾ ਜੋ ਸੁਣਨ ਨੂੰ ਮਿਲਿਆ, ਉਹ ਬੜਾ ਇੰਟਰਸਟਿੰਗ ਸੀ। ਸੋ ਅੱਜ ਜੋ ਅਸੀਂ ਤਿਆਰ ਕੀਤਾ, ਉਹ ਮੈਂ ਤੁਹਾਡੇ ਨਾਲ ਸਿਰਫ ਕੁਝ ਖਾਸ ਜ਼ਿਆਦਾ ਸੀਰੀਅਸ ਗੱਲਾਂ ਨਹੀਂ ਨੇ। ਮੈਂ ਤੁਹਾਡੇ ਨਾਲ ਸਿਰਫ ਤੇ ਸਿਰਫ ਮੈਂ ਇੱਕ ਡਰਾਇੰਗ ਸ਼ੇਅਰ ਕਰਨੀ ਹੈ। ਆਪਾਂ ਇੱਕ ਡਰਾਇੰਗ ਬਣਾਉਣੀ ਹੈ। ਤੁਸੀਂ ਮੇਰਾ ਸਕਰੀਨ ਦੇਖ ਪਾ ਰਹੇ ਹੋ ਸਾਰੇ ਜਣੇ? ਹਾਂਜੀ, ਦੇਖ ਪਾ ਰਹੇ ਹਾਂ ਵੀਰ ਜੀ। ਹਾਂਜੀ। ਸੋ ਆਪਾਂ ਇੱਕ ਡਰਾਇੰਗ ਬਣਾਉਣੀ ਹੈ ਤੇ ਨਾਲ ਅਸੀਂ ਥੋੜਾ ਜਿਹਾ ਇਸ ਲਾਈਨ ਨੂੰ ਦੇਖਣਾ। ਸੋ ਇਹ ਲਾਈਨ ਕੀ ਹੈ? ਕੋਈ ਮੈਨੂੰ ਦੱਸ ਸਕਦਾ ਕਿ ਇਹ ਲਾਈਨ ਕੀ ਹੈ? ਇਹ ਲਾਈਨ ਇਸ ਲਾਈਨ ਨੂੰ ਕਹਿੰਦੇ ਨੇ ਨੰਬਰ ਲਾਈਨ। ਆਪਾਂ ਜਦੋਂ ਸਿੱਖਣਾ ਹੁੰਦਾ ਹੈ ਮੈਥਸ, ਬੇਸਿਕ ਮੈਥ ਸਿੱਖਣਾ ਹੁੰਦਾ ਨਾ, ਤੇ ਅਸੀਂ ਇੱਥੇ ਕਰਦੇ ਹਾਂ 2, ਜੇ 2+2 ਸਿੱਖਣਾ ਹੈ ਤੇ ਆਪਾਂ ਸਕਿਪ ਕਰਨਾ ਹੈ 2 ਤੇ 2 ਸਟੈਪਸ ਅਸੀਂ ਸਕਿਪ ਕਰਾਂਗੇ ਤੇ ਫਿਰ 4 ਆ ਜਾਏਗਾ, ਰਾਈਟ? ਸੋ ਇਹ ਆਪਾਂ ਇੱਕ ਥੋੜਾ ਬਹੁਤਾ ਅਸੀਂ ਇਹਦੇ ਬਾਰੇ ਸਿੱਖਾਂਗੇ ਤੇ ਨਾਲ ਅਸੀਂ ਇੱਕ ਡਰਾਇੰਗ ਸਿੱਖਾਂਗੇ, ਇੱਕ ਡਰਾਇੰਗ ਬਣਾਵਾਂਗੇ।
ਸੋ ਆਪਾਂ ਸਾਡੀ ਪਹਿਲਾਂ ਸਾਡੀ ਥੋੜੀ ਜਿਹੀ ਡਰਾਇੰਗ ਜਿਹੜੀ ਉਹ ਖਰਾਬ ਹੋ ਗਈ ਹੈ, ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ। ਸੋ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਕਿ ਸਭ ਤੁਹਾਡੇ ਵਾਸਤੇ, ਤੁਹਾਡੇ ਹਿਸਾਬ ਨਾਲ ਤੁਸੀਂ ਲਾਈਫ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਤੁਸੀਂ ਆਪਣੇ ਜਵਾਬ ਬੱਚੇ ਚੈਟ ਬਾਕਸ ਵਿੱਚ ਲਿਖ ਸਕਦੇ ਆ ਸਾਰੇ ਜਣੇ ਕਿ ਤੁਹਾਡੀ ਲਾਈਫ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ। ਕਿ ਉਹ ਕੈਰੀਅਰ ਹੈ, ਪੜ੍ਹਾਈ ਹੈ, ਫੈਮਿਲੀ ਹੈ, ਪੈਸਾ ਹੈ, ਗੋਲ ਕਿਸੇ ਦਾ ਆਇਆ ਜੀ, ਫਰੀडम ਇੱਕ ਨੇ ਲਿਖਿਆ ਹੈ। ਗੋਲ ਆਪਣਾ ਸਪੈਸੀਫਾਈ ਕਰੋ ਜੀ, ਗੋਲ ਕੀ ਹੈ, ਤੁਸੀਂ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਹੋ, ਤੁਸੀਂ ਕਿਸ ਫੀਲਡ 'ਚ ਅੱਗੇ ਜਾਣਾ ਚਾਹੁੰਦੇ ਹੋ, ਤੁਹਾਡੇ ਲਈ ਪੈਸਾ ਜ਼ਿਆਦਾ ਜ਼ਰੂਰੀ ਹੈ, ਤੁਹਾਡੇ ਲਈ ਫੈਮਿਲੀ, ਤੁਹਾਡੇ ਲਈ ਸੈਟਿਸਫੈਕਸ਼ਨ, ਤੁਹਾਡੇ ਲਈ ਕੰਟੈਂਟਮੈਂਟ। ਓਕੇ, ਇੱਕ ਨੇ ਲਿਖਿਆ ਜੀ ਕਿ ਫੈਮਿਲੀ ਜ਼ਰੂਰੀ ਹੈ, ਇੱਕ ਮਿਲਟਰੀ ਵਿੱਚ ਜਾਣਾ ਚਾਹੁੰਦਾ ਹੈ, ਸਿਮਰਨ ਐਂਡ ਪਾਠ ਜ਼ਰੂਰੀ ਹੈ, ਫੈਮਿਲੀ ਵੈਰੀ ਹੈ। ਗੁੱਡ, ਹਾਂਜੀ। ਤੇ ਅਸੀਂ ਜੇ ਸਿਮਰਨ ਹੈ, ਪਾਠ ਹੈ ਤੇ ਫੈਮਿਲੀ ਹੈ ਤੇ ਫਰੀडम, ਕੈਰੀਅਰ ਹੈ, ਪਰ ਸਾਡੀ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਅਸੀਂ ਹੁਣ ਆਪਾਂ ਡਿਸਕਸ ਕਰਾਂਗੇ ਇੱਥੇ। ਸਭ ਤੋਂ ਜ਼ਰੂਰੀ ਚੀਜ਼ ਸਾਡੀ ਲਾਈਫ ਵਾਸਤੇ ਆਪਾਂ ਇਹਦੇ ਵਾਸਤੇ ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਾਂਗੇ। ਐਕਸਰਸਾਈਜ਼ ਕੀ ਹੈ? ਸਾਰਿਆਂ ਨੇ ਆਪਣਾ ਨੱਕ ਬੰਦ ਕਰਨਾ, ਏਦਾਂ ਪਕੜ ਕੇ ਨੱਕ ਬੰਦ ਕਰ ਲਓ ਤੇ ਨਾਲ ਆਪਣਾ ਮੂੰਹ ਬੰਦ ਕਰ ਲਓ ਤੇ ਆਪਾਂ ਏਦਾਂ 1 ਮਿੰਟ ਵਾਸਤੇ ਰੱਖਦੇ ਹਾਂ। 1 2 3 ਜਿੰਨੇ ਵੀ ਮਿੰਟ ਅਸੀਂ ਰੱਖ ਸਕਦੇ ਹਾਂ। ਅਸੀਂ ਕਿੰਨੇ ਮਿੰਟ ਰੱਖ ਸਕਦੇ ਹਾਂ? ਅਸੀਂ ਬਿਲਕੁਲ ਵੀ 30 ਸਕਿੰਟ ਤੋਂ ਵੀ ਜ਼ਿਆਦਾ ਅਸੀਂ ਏਦਾਂ ਨਹੀਂ ਰੱਖ ਸਕਦੇ ਸਾਹ ਤੋਂ ਬਗੈਰ। ਸੋ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਹੈ ਸਾਹ ਲੈਣਾ ਸਾਡੀ ਲਾਈਫ ਵਾਸਤੇ। ਜਦੋਂ ਅਸੀਂ ਆਪਣਾ ਨੱਕ ਬੰਦ ਕਰ ਲੈਂਦੇ ਆ ਨਾ, ਤੇ ਨੱਕ ਬੰਦ ਜਦੋਂ ਹੁੰਦਾ ਸਾਨੂੰ ਸਾਹ ਨਹੀਂ ਆ ਰਿਹਾ ਹੁੰਦਾ, ਸਾਡੀ ਬਾਡੀ ਨੂੰ ਸਾਨੂੰ ਕੁਝ ਨਹੀਂ ਚਾਹੀਦਾ ਹੁੰਦਾ। ਸਾਡੀ ਬਾਡੀ ਨੂੰ ਨਾ ਸਾਨੂੰ ਕੈਰੀਅਰ ਚਾਹੀਦਾ, ਨਾ ਸਾਨੂੰ ਖਾਣਾ ਚਾਹੀਦਾ, ਨਾ ਸਾਨੂੰ ਸੌਣਾ ਚਾਹੀਦਾ, ਸਾਨੂੰ ਕੁਝ ਵੀ ਨਹੀਂ ਚਾਹੀਦਾ ਹੁੰਦਾ। ਸਾਨੂੰ ਸਿਰਫ ਤੇ ਸਿਰਫ ਚਾਹੀਦਾ ਹੁੰਦਾ ਸਾਹ। ਸੋ ਲਾਈਫ ਸਾਡੀ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਸਾਹ ਉੱਤੇ। ਸੋ ਜਦੋਂ ਸਾਨੂੰ ਸਾਹ ਆਉਣਾ ਸ਼ੁਰੂ ਹੋ ਜਾਂਦਾ, ਸੋ ਅਸੀਂ ਇਸ ਨੰਬਰ ਲਾਈਨ ਤੇ ਅਸੀਂ ਜਾਵਾਂਗੇ ਵਾਪਸ। ਇਹ ਨੰਬਰ ਲਾਈਨ ਹੈਗੀ ਹੈ, ਇਹਦੇ ਤੇ ਜਦੋਂ ਸਾਹ ਆਉਣਾ ਸਾਨੂੰ ਸ਼ੁਰੂ ਹੋ ਜਾਂਦਾ, ਉਹ ਮੈਂ ਦੇਖ ਰਿਹਾ ਜਿਹੜਾ ਸਕਰੀਨ ਤੇ ਅਰਸ਼ਦੀਪ ਜੀ ਸਿਰਫ ਮੇਰੇ ਮਾਊਸ ਨਾਲ ਹੋ ਰਿਹਾ ਜਾਂ ਇਹ ਕਿਸ ਤਰ੍ਹਾਂ ਹੋ ਰਿਹਾ? ਵੀਰ ਜੀ ਤੁਹਾਡੇ ਵੱਲੋਂ ਹੀ ਹੋ ਰਿਹਾ, ਕਿਉਂਕਿ ਸਕਰੀਨ ਹੋਰ ਕਿਸੇ ਦੀ ਸ਼ੇਅਰਡ ਨਹੀਂ ਹੈ ਇਸ ਵੇਲੇ। ਅੱਛਾ, 1 ਮਿੰਟ ਮੈਂ ਸਟਾਪ ਸ਼ੇਅਰ ਕਰਦਾ। ਹਾਂਜੀ, ਤੇ ਮੈਂ ਦੁਬਾਰਾ ਸ਼ੇਅਰ ਕਰਕੇ ਦੇਖਦਾ, ਕਿਉਂਕਿ ਮੈਂ ਵੀ ਇੱਥੇ ਕੁਝ ਹਾਂਜੀ ਹੁਣ ਠੀਕ ਹੈ ਜੀ। ਹਾਂਜੀ ਹੁਣ ਠੀਕ ਹੈ ਜੀ, ਠੀਕ ਹੈ। ਸੋ ਜਦੋਂ ਸਾਹ ਆਉਣਾ ਸ਼ੁਰੂ ਹੁੰਦਾ ਉਦੋਂ ਵੀਰ ਜੀ ਇਹ ਦੁਬਾਰਾ ਲਾਈਨਸ ਆ ਰਹੀਆਂ ਨੇ, ਮੇਬੀ ਉਹ ਜਦੋਂ ਆਪਾਂ ਕਰਸਰ ਹਿਲਾਉਂਦੇ ਆ ਨਾ, ਮੇਬੀ ਉਸ ਨਾਲ ਸ਼ਾਇਦ ਲਾਈਨਸ ਆ ਜਾਂਦੀਆਂ। ਤਾਂ ਪੈਨ ਤੁਸੀਂ ਮਾਈਨਸ ਕਰ ਲਓ, ਪੈਨ ਨੂੰ ਡਿਸਏਬਲ ਕਰ ਦਿਓ। ਜਿਹੜਾ ਨੀਚੇ ਪੈਨ ਦੀ ਆਪਸ਼ਨ ਹੈ ਨਾ ਇੱਧਰ ਨੀਚੇ ਲੈਫਟ ਸਾਈਡ ਤੇ, ਇਹਨੂੰ ਡਿਸੇਬਲ ਕਰ ਦਿਓ। ਇਹ ਹੁਣ ਡਿਸੇਬਲਡ ਹੈ, ਅਜੇ ਵੀ ਲਾਈਨਾਂ ਆ ਰਹੀਆਂ ਨੇ? ਹਾਂਜੀ, ਹੁਣ ਆਣੀਆਂ ਬੰਦ ਹੋ ਗਈਆਂ ਨੇ ਮੇਰਾ ਖਿਆਲ। ਬਟ ਹਾਲੇ ਵੀ ਸ਼ੋ ਹੋ ਰਹੀਆਂ ਨੇ ਜੀ। ਹੁਣ ਠੀਕ ਹੈ ਜੀ ਇਸ ਵੇਲੇ। ਹੁਣ ਠੀਕ ਹੈ ਜੀ? ਹਾਂਜੀ ਠੀਕ ਹੈ ਜੀ, ਫਿਰ ਆਣਾ ਸ਼ੁਰੂ ਹੋ ਗਿਆ। ਹਾਂ 1 ਮਿੰਟ, ਇਹ ਡਿਸੇਬਲਡ ਹੈ।
ਹੁਣ ਠੀਕ ਹੈ ਜੀ? ਹਾਂਜੀ ਚਲੋ, ਅਸੀਂ ਡਰਾਇੰਗ ਦੀ ਗੱਲ ਕੀਤੀ ਹੈ ਤੇ ਸਾਡਾ ਮਾਊਸ ਆਪਣੇ ਆਪ ਹੀ ਕੋਈ ਡਰਾਇੰਗ ਬਣਾਉਣੀ ਸ਼ੁਰੂ ਕਰਤੀ ਹੈ। ਆਈ ਹਾਂ ਥਿੰਕ ਹਾਂ ਇਹ ਫਿਰ ਅਜੇ ਵੀ ਆ ਰਿਹਾ ਹੈ। ਚਲੋ ਕੋਈ ਨਹੀਂ ਵੀਰ ਜੀ, ਮੈਨੂੰ ਲੱਗਦਾ ਕਿ ਹਾਂਜੀ ਹਾਂਜੀ ਸਾਰਿਆਂ ਦੇ ਮਨ ਵਿੱਚ ਇਹ ਫਿਗਰ ਬੈਠ ਗਈ ਹੈ। ਤੋ ਹਾਂਜੀ ਆਪਾਂ ਹਾਂਜੀ ਆਪਾਂ ਨੈਕਸਟ ਆਪਣਾ ਕੰਟੀਨਿਊ ਕਰਦੇ ਹਾਂ ਜੀ। ਹਾਂਜੀ ਠੀਕ ਹੈ ਸਕਰੀਨ ਜੀ। ਸ਼ੇਅਰਿੰਗ ਅਸੀਂ ਔਨ ਰੱਖਦੇ ਹਾਂ। ਅਗਰ ਹਾਂਜੀ ਜ਼ਿਆਦਾ ਗੰਦ ਪਏਗਾ ਤਾਂ ਫਿਰ ਤੁਸੀਂ ਸਕਰੀਨ ਸ਼ੇਅਰਿੰਗ ਆਪੇ ਹੀ ਆਪਣੀ ਆਫ ਕਰ ਦੇਣਾ ਜੀ, ਫਿਰ ਤਾਂ ਕਿ ਤੁਹਾਡੀ ਵੀਡੀਓ ਜਿਹੜੀ ਆ ਉਹ ਸਾਰੇ ਦੇਖ ਸਕਣਗੇ। ਗੱਲ ਕਰਦੇ ਹਾਂ। ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ ਸੋ ਜਦੋਂ ਸਾਨੂੰ ਸਾਹ ਆਉਣਾ ਸ਼ੁਰੂ ਹੁੰਦਾ ਹੈ ਤੇ ਸਾਡੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਤੇ ਨੰਬਰ ਲਾਈਨ ਤੋਂ 0 ਤੋਂ ਸ਼ੁਰੂ ਹੋ ਜਾਂਦੇ ਹਾਂ ਅਸੀਂ। ਸੋ ਅਸੀਂ ਪਹਿਲਾਂ ਮੈਂ ਛੋਟੀ ਸਮ ਨੰਬਰ ਲਾਈਨ ਸ਼ੇਅਰ ਕੀਤੀ ਹੈ, ਬਟ ਅਸਲੀ 'ਚ ਅਸੀਂ ਇਹ ਵਾਲੀ ਦੇਖਣੀ ਸੀ। ਮੈਂ ਪਹਿਲਾਂ ਇਹ ਦਿਖਾਈ ਨਹੀਂ ਤਾਂ ਕਿ ਸਾਰਿਆਂ ਨੂੰ ਡਰ ਨਾ ਲੱਗ ਜਾਏ ਕਿ 0 ਤੋਂ 10 ਤੱਕ ਤੇ ਠੀਕ। ਵੀਰ ਜੀ 1 ਮਿੰਟ, ਕਿਸੇ ਨੇ ਮੈਸੇਜ ਕੀਤਾ ਹੈ ਕਿ 1 ਮਿੰਟ ਤੁਸੀਂ ਆਪਣੀ ਕਾਈਂਡਲੀ ਸਕਰੀਨ ਸ਼ੇਅਰਿੰਗ ਆਫ ਕਰੋਗੇ? ਹਾਂਜੀ ਹਾਂਜੀ ओके तो ਵੀਰ ਜੀ ਤੁਸੀਂ ਕਾਈਂਡਲੀ ਕੰਟੀਨਿਊ ਕਰੋ ਜੀ, ਮੈਂ ਥੋੜਾ ਜਿਹਾ 1 ਮਿੰਟ ਸੈਟਿੰਗਸ ਵਿੱਚ ਦੇਖ ਲਵਾਂ। ਹਾਂਜੀ ਸੋ ਉਹ ਜਿਹੜਾ ਜੋ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਆਪਾਂ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ ਕਿ ਸਾਡਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੇ ਵਾਸਤੇ ਇੱਕ ਸਾਹ ਆਉਣਾ ਹੈ। ਜੇ ਸਾਹ ਆਉਂਦਾ ਤੇ ਸਾਰਾ ਕੁਝ ਸਾਡੀ ਲਾਈਫ ਸ਼ੁਰੂ ਹੋ ਜਾਂਦੀ ਹੈ, ਰਾਈਟ। ਸੋ ਜਿਹੜਾ ਮੈਂ ਦਿਖਾਣਾ ਚਾਹੁੰਦਾ, ਜੇ ਮੈਂ ਸਕਰੀਨ ਸ਼ੇਅਰ ਨਹੀਂ ਕਰ ਰਿਹਾ, ਬਟ ਇੱਕ ਖਾਲੀ ਪੇਪਰ ਤੇ ਇੱਕ ਡਰਾਇੰਗ ਹੈਗੀ ਹੈ ਜੀ। ਜਦੋਂ ਮੈਨੂੰ ਦੱਸ ਦੇਣਾ ਜਦੋਂ ਮੈਂ ਸ਼ੇਅਰ ਕਰ ਸਕਦਾ ਦੁਬਾਰਾ। ਅਸ਼ਲੀ ਵੀਰ ਜੀ ਮੈਂ ਦੁਬਾਰਾ ਸ਼ੁਰੂ ਕਰ ਸਕਦਾ? ਹਾਂਜੀ ਕਰ ਲਓ ਵੀਰ ਜੀ, ਸ਼ੇਅਰ ਕਰ ਲਓ। ਓਕੇ, ਸੋ ਹੋਪਫੁਲੀ ਇਹ ਸਾਡਾ ਦੁਬਾਰਾ ਨਹੀਂ ਹੋਏਗਾ, ਬਟ ਜੇ ਹੋਇਆ ਤੇ ਚਲੋ ਕੋਈ ਗੱਲ ਨਹੀਂ। ਸੋ ਮੈਂ ਇਹ ਜਿਹੜੀ ਡਰਾਇੰਗ ਹੈ ਇਹਦੇ ਨਾਲ ਥੋੜਾ ਜਿਹਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਆਪਾਂ ਪੂਰਾ ਅਸੀਂ ਜਦੋਂ ਸਾਡੇ ਕੋਲ ਜਿਹੜਾ ਅੱਧਾ ਘੰਟਾ ਹੈਗਾ ਉਹਦੇ 'ਚ ਅਸੀਂ ਇੱਕ ਡਰਾਇੰਗ ਪੂਰੀ ਕਰਨੀ ਹੈ। ਹਰ ਚੀਜ਼ ਨੂੰ ਅਸੀਂ ਜਿਵੇਂ ਜਿਵੇਂ ਅਸੀਂ ਸਿੱਖਦੇ ਜਾਵਾਂਗੇ ਅਸੀਂ ਡਰਾਇੰਗ ਨੂੰ ਅਸੀਂ ਪੂਰੇ ਕਰਦੇ ਜਾਣਾ, ਠੀਕ ਹੈ। ਸੋ ਜਿਹੜਾ ਬ੍ਰੈਥ ਨੂੰ ਮੈਂ ਰਿਪਰੈਜ਼ੈਂਟ ਕੀਤਾ ਐਸ ਫੇਸ ਦੇ ਨਾਲ, ਠੀਕ ਹੈ। ਸੋ ਇਸ ਤੋਂ ਬਾਅਦ ਸਾਡਾ ਹੁਣ ਤੁਹਾਡਾ ਜਦੋਂ ਮੈਂ ਪਹਿਲਾਂ ਸਵਾਲ ਪੁੱਛਿਆ ਸੀ ਕਿ ਤੁਸੀਂ ਲਾਈਫ ਵਾਸਤੇ ਕੀ ਜ਼ਰੂਰੀ ਹੈ ਤੇ ਬੜੇ ਗੋਲਸ ਬਾਰੇ, ਕੈਰੀਅਰ ਬਾਰੇ ਜਵਾਬ ਆਏ ਸੀ, ਤੇ ਹੁਣ ਲਿਸਨਿੰਗ ਟੂ ਦਿਸ ਕਿ ਆਪਾਂ ਸਾਡੀ ਬੇਸਿਕ ਜਿਹੜੀ ਨੈਸੈਸਿਟੀ ਹੈ ਲਾਈਫ ਵਾਸਤੇ ਉਹ ਬ੍ਰੈਥ ਹੈ। ਉਸ ਤੋਂ ਬਾਅਦ ਹੁਣ ਸਾਡੀ ਹੋਰ ਕੀ ਲੋੜਾਂ ਨੇ, ਕੋਈ ਦੱਸ ਸਕਦਾ? ਹੋਰ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ, ਸਾਨੂੰ ਸਾਹ ਆਉਣਾ ਚਾਹੀਦਾ। ਉਸ ਤੋਂ ਬਾਅਦ ਹੁਣ ਹੋਰ ਕੀ ਸਾਨੂੰ ਚਾਹੀਦਾ ਜਿਹਦੇ ਨਾਲ ਸਾਡੀ ਲਾਈਫ ਚੱਲਦੀ ਹੈ। ਸਾਨੂੰ ਇਸ ਤੋਂ ਬਾਅਦ ਸਾਨੂੰ ਜਿਹੜਾ ਚਾਹੀਦਾ, ਮੈਨੂੰ ਚੈਟ ਸਕਰੀਨ ਨਹੀਂ ਨਜ਼ਰ ਆ ਰਿਹਾ, ਬਟ ਐਕਚੁਅਲੀ ਵੀਰ ਜੀ ਤੁਸੀਂ ਦੱਸ ਸਕਦੇ ਹੋ ਕੀ ਚੈਟ ਵਿੱਚ ਆ ਰਿਹਾ ਹੈ? ਹਾਂਜੀ ਵਾਟਰ ਆਇਆ ਜੀ ਇੱਕ। ਹਾਂ ਬਿਲਕੁਲ ਠੀਕ। ਬਾਕੀ ਤਾਂ ਪੁਰਾਣੇ ਹੀ ਨੇ ਜੀ, ਹਾਲੇ ਨਵੇਂ ਨਹੀਂ ਆਏ। ਸੋ ਫੂਡ ਆ ਗਿਆ ਜੀ। ਹਾਂ ਫੂਡ ਆਇਆ, ਬਿਲਕੁਲ ਠੀਕ। ਸੋ ਫੂਡ, ਵਾਟਰ, ਸਾਨੂੰ ਚਾਹੀਏ। ਹੋਰ ਕੀ ਚਾਹੀਦਾ? ਸਾਨੂੰ ਚਾਹੀਦੀ ਹੈ ਸਲੀਪ, ਸਾਨੂੰ ਰਾਤੀ ਸੌਣਾ ਚਾਹੀਦਾ। ਸੌਣ ਵਾਸਤੇ ਇੱਕ ਕੰਫਰਟੇਬਲ ਜਗ੍ਹਾ ਚਾਹੀਦੀ ਹੈ। ਸਾਡੇ ਸਰੀਰ ਨੂੰ ਸਾਨੂੰ ਜਿਵੇਂ ਬ੍ਰੈਥ ਚਾਹੀਦੀ ਹੈ, ਖਾਣਾ ਚਾਹੀਦਾ, ਉਵੇਂ ਸਾਡੇ ਸਰੀਰ ਨੂੰ ਥੋੜੀ ਜਿਹੀ ਐਕਸਰਸਾਈਜ਼ ਚਾਹੀਦੀ ਹੈ, ਠੀਕ ਹੈ। ਸੋ ਉਹ ਆਪਾਂ ਹੁਣ ਜਿਹੜੀ ਆ ਤੁਸੀਂ ਮੇਰੀ ਸਕਰੀਨ ਤੇ ਡਰਾਇੰਗ ਦੇਖ ਰਹੇ ਹੋ, ਉਹ ਅਸੀਂ ਥੋੜੀ ਜਿਹੀ ਹੋਰ ਅੱਗੇ ਵਧਾਉਂਦੇ ਹਾਂ ਤੇ ਬਣ ਜਾਂਦੀ ਹੈ ਆਪਾਂ ਥੋੜਾ ਜਿਹਾ ਹੋਰ ਅੱਗੇ। ਸੋ ਜਿਹੜਾ ਆਪਾਂ ਲੇਬਲ ਜਿੱਦਾਂ ਕਰੀਏ ਤੇ ਸਾਨੂੰ ਉੱਤੇ ਅਸੀਂ ਬ੍ਰੈਥ ਤੇ ਸਾਨੂੰ ਉਸ ਤੋਂ ਬਾਅਦ ਸਾਨੂੰ ਚਾਹੀਦਾ ਫੂਡ, ਸਲੀਪ, ਐਕਸਰਸਾਈਜ਼। ਸੋ ਇਹ ਸਾਰੀਆਂ ਲੋੜਾਂ ਇਸ ਵੇਲੇ ਪੂਰੀਆਂ ਹੋ ਰਹੀਆਂ ਨੇ, ਭਾਵੇਂ ਅਸੀਂ ਲੋਕਡਾਊਨ 'ਚ ਆ, ਭਾਵੇਂ ਅਸੀਂ ਨਹੀਂ ਆ, ਭਾਵੇਂ। ਸੋ ਸਾਡਾ ਜਿਹੜਾ ਲੋਕਡਾਊਨ ਤੋਂ ਪਹਿਲਾਂ, ਲੋਕਡਾਊਨ ਤੋਂ ਬਾਅਦ ਸਾਡੀਆਂ ਇਹ ਸਾਰੀਆਂ ਲੋੜਾਂ
ਅਜੇ ਵੀ ਪੂਰੀਆਂ ਹੋ ਰਹੀਆਂ ਨੇ, ਰਾਈਟ। ਸੋ ਇਹਦੇ ਸਾਨੂੰ ਕੋਈ ਸਾਰੇ ਸਾਡੇ ਜਿਹੜੇ ਪਰਿਵਾਰਾਂ 'ਚ ਅਸੀਂ ਹੈਗੇ ਆ, ਬੜੇ ਲੋਕਾਂ ਨੂੰ ਐਸੀ ਚੀਜ਼ ਪ੍ਰੋਬਲਮ ਹੈਗੀ ਆ, ਖਾਣੇ ਦੀ ਪ੍ਰੋਬਲਮ ਹੈ ਇਸ ਵੇਲੇ, ਸਾਨੂੰ ਸੌਣ ਦੀ ਪ੍ਰੋਬਲਮ ਹੈ, ਜਿਹੜੇ ਵਰਕਰਸ ਆ ਰਹੇ ਨੇ ਇੱਧਰੋਂ ਉੱਧਰੋਂ। ਪਰ ਸਾਡੇ ਜਿੱਥੇ ਅਸੀਂ ਬੈਠੇ ਹਾਂ, ਅਸੀਂ ਬੜੇ ਕੰਫਰਟੇਬਲੀ ਬੈਠੇ ਹਾਂ, ਸਾਨੂੰ ਖਾਣਾ ਵੀ ਮਿਲ ਰਿਹਾ, ਸਾਡੇ ਮੰਮੀ ਪਾਪਾ ਸਾਡਾ ਧਿਆਨ ਰੱਖ ਰਹੇ ਨੇ। ਸੋ ਸਾਨੂੰ ਇਹੋ ਜਿਹੀ ਇਹਨਾਂ 3-4 ਚੀਜ਼ਾਂ ਜਿਹੜੀਆਂ ਸਾਨੂੰ ਬੇਸਿਕ ਨੈਸੈਸਿਟੀਜ਼ ਆਫ ਲਾਈਫ ਨੇ, ਇਹਦੇ ਵਾਸਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਹੁਣ ਜਿਹੜੀ ਨੈਕਸਟ ਪਿਕਚਰ ਹੈ, ਇਹਦੇ ਵਿੱਚ ਤੁਸੀਂ ਦੱਸ ਸਕਦਾ ਕੀ ਹੋ ਰਿਹਾ? ਵੀਰ ਜੀ ਤੁਸੀਂ ਸਾਨੂੰ you'll have to help me again। ਹਾਂਜੀ, ਆਇਆ ਜੀ ਕੀਰਤਨ, ਗੁਰਬਾਣੀ, ਪਾਠ, ਸਿਮਰਨ। ਹਾਂਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਬੜੇ ਆਨੰਦ ਨਾਲ ਕੀਤਾ ਜਾ ਰਿਹਾ ਲੱਗ ਰਿਹਾ। ਤੇ ਕੋਈ ਦੱਸ ਸਕਦਾ ਕਿ ਇਸ ਪਿਕਚਰ ਵਿੱਚ ਕੀ ਮਿਸਿੰਗ ਹੈ? ਕੁਝ ਮਿਸਿੰਗ ਹੈ ਵੀ ਹੈ ਜਾਂ ਨਹੀਂ? ਤੇ ਜੇ ਹੈ ਤੇ ਕੀ ਮਿਸਿੰਗ ਹੈ? ਤਬਲਾ ਮਿਸਿੰਗ ਹੈ ਜੀ, ਬੀਟ ਮਿਸਿੰਗ ਹੈ। ਬੀਟ ਮਿਸਿੰਗ ਹੈ, ਤਬਲਾ ਮਿਸਿੰਗ ਹੈ। ਵੈਰੀ ਗੁੱਡ, exactly the answer that I was looking for। ਸਾਡੇ ਵਾਸਤੇ ਇਹ ਤਬਲਾ ਮਿਸਿੰਗ ਹੈ। ਸੋ ਇਹ ਤਬਲਾ ਕੀ ਕਰਦਾ ਹੈ? ਜਦੋਂ ਸਿੰਗਰ ਵਾਸਤੇ ਇਹ ਤਬਲਾ ਕੀ ਕਰ ਰਿਹਾ? ਤਬਲਾ ਦੇ ਰਿਹਾ ਸਾਨੂੰ ਬੀਟ ਦੇ ਰਿਹਾ, ਰਾਈਟ। ਤੇ ਜਦੋਂ ਬੀਟ ਦੇ ਰਿਹਾ ਹੁੰਦਾ ਤਬਲਾ, ਜਿਹੜਾ ਗਾਣ ਵਾਲਾ ਹੈ, ਜਿਹੜਾ ਕੀਰਤਨ ਕਰ ਰਿਹਾ, ਕੀ ਉਹ ਰਿਸਟ੍ਰਿਕਟਡ ਫੀਲ ਕਰਦਾ ਹੈ ਥੋੜਾ ਜਿਹਾ? ਕਿ ਮੈਂ ਜੇ ਤਬਲਾ ਵੱਜ ਰਿਹਾ, ਕਹਿਰਵਾ ਵੱਜ ਰਿਹਾ 8 ਬੀਟਸ ਦਾ, ਉਹ 8 ਬੀਟਸ ਤੇ ਅਸੀਂ ਵਾਪਸ ਲੈ ਕੇ ਆਉਣਾ, ਸਮ ਤੇ ਵਾਪਸ ਲੈ ਕੇ ਆਉਣਾ, ਉਹ ਰਿਸਟ੍ਰਿਕਟਡ ਫੀਲ ਕਰਦਾ ਹੈ? ਗਾਣ ਵਾਲਾ ਥੋੜਾ ਜਿਹਾ ਰਿਸਟ੍ਰਿਕਟਡ ਫੀਲ ਹੁੰਦਾ। ਪਰ ਉਹਦੇ ਨਾਲ ਕੀ ਹੁੰਦਾ, ਜਿਹੜੀ ਰਿਸਟ੍ਰਿਕਸ਼ਨ ਹੈ, ਥੋੜੀ ਜਿਹੀ ਰਿਸਟ੍ਰਿਕਸ਼ਨ, ਉਸ ਬੀਟ ਦੇ ਨਾਲ ਜਿਹੜੀ ਬਿਊਟੀ ਹੈ ਸਿੰਗਿੰਗ ਦੀ, ਉਹ ਹੋਰ ਨਿਖਰ ਕੇ ਆਉਂਦੀ ਹੈ, ਰਾਈਟ। ਜੇ ਕੀਰਤਨ ਕਰਨ ਵਾਲਾ ਇਕੱਲਾ ਬੈਠਿਆ ਹੋਏ ਤੇ ਕਰ ਰਿਹਾ ਹੋਏ, ਤੇ ਨਾਲ ਤਬਲਾ ਠੀਕ ਸੋਹਣਾ ਤਬਲਾ ਵੱਜ ਰਿਹਾ ਹੋਏ, ਤੇ ਜਿਹੜੀ ਤਬਲੇ ਦੀ ਜਿਹੜੀ ਬਿਊਟੀ ਹੈ ਉਹ ਹੋਰ ਵੱਜ ਜਾਂਦੀ ਹੈ, ਰਾਈਟ। ਫਿਰ ਤਬਲ 'ਚ ਆਪਣੇ ਵਿੱਚੋਂ ਕੋਈ ਪਲਟੇ ਹੋ ਜਾਂਦਾ ਹੈ, ਠੇਕੇ ਹੋ ਜਾਂਦਾ ਹੈ, ਟੁਕੜੇ ਹੋ ਜਾਂਦਾ ਹੈ, ਉਹ ਵਜਾ ਕੇ ਸਾਰਾ ਕੁਝ ਉਹਨੂੰ ਹੋਰ ਬਿਊਟੀਫਾਈ ਕਰ ਦਿੰਦਾ ਹੈ, ਰਾਈਟ। ਪਰ ਜੋ ਵੀ ਉਹ ਬਿਊਟੀਫਾਈ ਕਰਨ ਵਾਸਤੇ ਜੋ ਵੀ ਕਰ ਰਿਹਾ ਆਪਣੇ, ਉਹ ਬੀਟਸ ਸਾਰੀਆਂ ਸਮ ਤੇ ਵਾਪਸ ਲੈ ਕੇ ਆਉਂਦਾ। ਜੇ 8 ਬੀਟਸ ਦਾ ਸ਼ਬਦ ਹੈ, 11ਵੇਂ ਦਾ ਸ਼ਬਦ ਹੈ, ਤੇ ਉਹ ਵਾਪਸ 8 ਬੀਟ ਤੇ ਸਮ ਤੇ ਲੈ ਕੇ ਆਉਂਦਾ। ਹਰ ਵਾਰੀ ਉਹ ਭਾਵੇਂ ਜੋ ਵੀ ਵਜਾ ਰਿਹਾ ਹੋਏ, ਉਹ ਸਮ ਵਾਪਸ 8 ਬੀਟਸ ਤੇ ਵਾਪਸ ਲੈ ਕੇ ਆਉਂਦਾ, ਰਾਈਟ। ਤੇ ਜੇ ਅਸੀਂ ਕਹੀਏ ਕਿ ਇਹ ਜਿਹੜਾ ਤਬਲਾ ਵੱਜ ਰਿਹਾ, ਜਿਹੜੇ ਤਬਲ 'ਚ ਵੀਰ ਜੀ ਸਾਡੇ ਇੱਥੇ ਦਿਖ ਰਹੇ ਨੇ ਪਿਕਚਰ ਵਿੱਚ, ਇਹ ਸੋਚਣ ਕਿ ਅਸੀਂ ਅੱਜ ਨਾ ਮੈਂ ਨਾ ਇੱਕ ਤਾਲ ਦੀ ਮੈਂ ਤਿਆਰੀ ਕਰਕੇ ਆਇਆ ਜੋ 12 ਬੀਟਸ ਦਾ, ਗਾਣ ਵਾਲਾ ਜੋ ਮਰਜ਼ੀ ਗਾ ਰਿਹਾ ਹੋਏ, ਕਿਉਂਕਿ ਮੈਂ ਇਸ ਚੀਜ਼ ਦੀ ਪ੍ਰੈਕਟਿਸ ਕਰਕੇ ਆਇਆ, ਮੈਂ ਇਹੀ ਵਜਾਣਾ। ਫਿਰ ਕੀ ਹੋਏਗਾ? ਫਿਰ ਗਾਣ ਵਾਲੇ ਨੂੰ ਮਜ਼ਾ ਆਏਗਾ? ਬਿਲਕੁਲ ਨਹੀਂ। ਗਾਣ ਵਾਲਾ ਉਸ ਲਈ ਔਖਾ ਸੌਖਾ ਸ਼ਬਦ ਤੇ ਕਰ ਲਏਗਾ, ਪਰ ਫਿਰ ਬਾਹਰ ਜਾ ਕੇ ਵੀਰ ਜੀ ਨੂੰ ਕਹੇਗਾ, ਵੀਰ ਜੀ ਤੁਸੀਂ ਅਗਲੀ ਵਾਰੀ ਤੁਸੀਂ ਮੇਰੇ ਨਾਲ, ਜੇ ਤੁਸੀਂ ਤਬਲਾ ਵਜਾਣਾ ਹੋਏ ਨਾ, ਤੇ ਕਿਰਪਾ ਕਰਕੇ ਮੇਰੇ ਨਾਲ ਨਾ ਵਜਾਣਾ, ਰਾਈਟ। ਸੋ ਜਿਹੜਾ ਬੀਟ ਤਬਲਾ ਵਜਾ ਰਿਹਾ, ਉਹਨੇ ਸਮ ਤੇ ਲੈ ਕੇ ਆਉਣਾ, ਤੇ ਉਹਨੇ ਗਾਣ ਵਾਲੇ ਦੇ ਹਿਸਾਬ ਨਾਲ ਗਾਣਾ, ਉਹ ਬੀਟ ਗਾਣ ਵਾਲੇ ਦੇ ਹਿਸਾਬ ਨਾਲ ਦੇਣੀ। ਸੋ ਅਸੀਂ ਜਸਟ ਟੂ ਰਿਪਰੈਜ਼ੈਂਟ, ਜਿਵੇਂ ਅਸੀਂ ਪਹਿਲਾਂ ਡਰਾਇੰਗ ਬਣਾ ਰਹੇ ਹਾਂ, ਡਰਾਇੰਗ ਨੂੰ ਅਸੀਂ ਬ੍ਰੈਥ ਤੇ ਆਪਾਂ ਸਾਰਾ ਕੁਝ, ਆਪਾਂ ਫੂਡ ਐਂਡ ਸਲੀਪ ਐਂਡ ਸਾਰਾ ਕੁਝ ਅਸੀਂ ਰਿਪਰੈਜ਼ੈਂਟ ਕੀਤਾ। ਇਹਦੇ 'ਚ ਸੋਚੋ ਜਿਹੜਾ ਗਾਣ ਵਾਲਾ ਹੈ ਉਹ ਹੈ ਲਾਈਫ, ਰਾਈਟ। ਜਿਹੜਾ ਤਬਲਾ ਹੈ ਉਹ ਥੋੜਾ ਜਿਹਾ ਡਿਸਪਲਿਨ ਲੈ ਕੇ ਆ ਰਿਹਾ ਗਾਣ ਵਿੱਚ, ਥੋੜੀ ਜਿਹੀ ਰਿਸਟ੍ਰਿਕਸ਼ਨ ਹੈ, ਪਰ ਉਹ ਰਿਸਟ੍ਰਿਕਸ਼ਨ ਦੇ ਨਾਲ ਬਹੁਤ ਹੀ ਇੱਕ ਸੁਣਨ ਨੂੰ ਚੰਗਾ ਲੱਗ ਰਿਹਾ, ਬਿਊਟੀਫੁਲ ਗਾਣ ਵਾਲਾ ਸਾਰਾ, the whole setting becomes very beautiful to listen to, right? So ਜੇ ਹੁਣ ਸਾਡੀ ਲਾਈਫ ਵਿੱਚ ਸਾਡੇ ਵਾਸਤੇ ਇਹ ਬੀਟ ਦਾ ਜਿਹੜਾ ਕੰਮ ਕਰ ਰਿਹਾ ਸੀ, ਉਹ ਕੌਣ ਕਰ ਰਿਹਾ ਸੀ? ਉਹ ਕਰ ਰਿਹਾ ਸੀ ਸਕੂਲ। ਜਦੋਂ ਸਾਡੇ ਕੋਲ ਸਕੂਲ ਚੱਲ ਰਿਹਾ ਸੀ ਸਾਨੂੰ ਅਸੀਂ ਇੱਕ ਟਾਈਮ ਤੇ ਉੱਠਦੇ ਸੀਗੇ, ਸੇਮ ਟਾਈਮ ਤੇ ਅਸੀਂ ਉੱਠ ਕੇ ਤਿਆਰ ਹੋ ਕੇ ਬੱਸ ਤੇ ਚੜ੍ਹਦੇ ਸੀ, ਜਾਂ ਮੰਮੀ ਆਪਾਂ ਛੱਡ ਕੇ ਆਉਂਦੇ ਸੀ ਕਾਰ ਸਕੂਟਰ ਤੇ। ਅਸੀਂ ਸਾਡਾ ਸਕੂਲ ਦੀ ਘੰਟੀ ਜਿਹੜੀ ਹੈ ਉਹ ਸੇਮ ਟਾਈਮ ਤੇ ਵੱਜਦੀ ਸੀ ਸਵੇਰ ਦੇ, ਉਹਨੇ ਹੀ ਪੀਰੀਅਡਸ ਹੁੰਦੇ ਸੀਗੇ, ਉਹਨੇ ਹੀ ਪੀਰੀਅਡਸ ਤੋਂ ਬਾਅਦ ਛੁੱਟੀ ਵੀ ਉਸ ਟਾਈਮ ਤੇ ਹੁੰਦੀ ਸੀ। ਫਿਰ ਆਉਂਦੇ ਸੀ ਅਸੀਂ ਘਰ,
ਸਾਰਾ ਕੁਝ ਇੱਕ ਜਿਹੜਾ ਜਿਵੇਂ ਸਕੂਲ ਹੈ ਉਹ ਜਿਹੜੀ ਘੰਟੀ ਵੱਜਦੀ ਹੈ ਉਹ ਬੀਟ ਹੈ ਉਹ ਸਮ ਆ ਰਿਹਾ ਜੇ ਸ਼ੁਰੂ ਹੋਇਆ ਸਕੂਲ ਫਿਰ ਸਮ ਆਇਆ ਜਦੋਂ ਪੀਰੀਅਡ ਚੇਂਜ ਹੋਇਆ ਫਿਰ ਸਮ ਆਇਆ ਜਦੋਂ ਛੁੱਟੀ ਹੋਈ ਫਿਰ ਆ ਕੇ ਅਸੀਂ ਰੋਟੀ ਖਾਧੀ ਰੋਟੀ ਖਾ ਕੇ ਥੋੜਾ ਆਰਾਮ ਕੀਤਾ ਫਿਰ ਤੁਹਾਨੂੰ ਆਮ ਸ਼ੋਰ ਤੁਹਾਡੇ ਵੀ ਪੇਰੈਂਟਸ ਕਿਤੇ ਇੱਧਰ ਉੱਧਰ ਕਰਾਟੇ ਲੈ ਕੇ ਗਏ ਸਾਰਾ ਕੁਝ ਅਸੀਂ ਆਪਾਂ ਐਕਟੀਵਿਟੀਜ਼ ਤੇ ਕੀਰਤਨ ਸਿੱਖਣ ਗਏ ਤਬਲਾ ਸਿੱਖਣ ਗਏ ਸਾਰਾ ਕੁਝ ਅਸੀਂ ਕੀਤਾ ਆ ਕੇ ਅਸੀਂ ਹੋਮਵਰਕ ਕੀਤਾ ਥੱਕ ਟੁੱਟ ਕੇ ਰੋਟੀ ਖਾ ਕੇ ਤੇ ਸੌਣ ਦੀ ਤਿਆਰੀ ਕਰ ਲਈ ਰਾਈਟ ਸੋ ਹੁਣ ਸਾਡਾ ਸਕੂਲ ਹੋ ਗਿਆ ਕਰੋਨਾ ਵਾਇਰਸ ਨੇ ਕੀ ਕੀਤਾ ਸਕੂਲ ਨੂੰ ਖਤਮ ਕਰਤਾ ਸਾਡਾ ਸਕੂਲ ਦਾ ਜਿਹੜਾ ਸਾਡੀ ਲਾਈਫ ਵਿੱਚ ਜਿਹੜੀ ਬੀਟ ਦੇ ਰਿਹਾ ਸੀ ਜਿਹੜੀ ਚੀਜ਼ ਸਾਡੀ ਬੀਟ ਦੇ ਰਹੀ ਸੀ ਸਾਨੂੰ ਉਹ ਸਾਡੀ ਚੀਜ਼ ਖਤਮ ਹੋ ਗਈ ਹੈ ਤੇ ਅਸੀਂ ਕੀ ਕਰਨਾ ਸ਼ੁਰੂ ਕਰਤਾ ਅਸੀਂ ਆਪਣੀ ਬੀਟ ਦੇਣੀ ਸ਼ੁਰੂ ਕਰਤੀ ਰਾਈਟ ਤੁਹਾਡੇ ਚੋਂ ਅਸੀਂ ਮਤਲਬ ਮੈਂ ਆਪਣੇ ਮੇਰਾ ਇੰਕਲੂਡਿੰਗ ਤੇ ਅਸੀਂ ਕੀ ਕਰਦੇ ਹਾਂ ਅਸੀਂ ਕਈ ਵਾਰੀ ਅਸੀਂ ਜਿਹੜੀ ਆਪਣੀ ਬੀਟ ਦੇ ਰਹੇ ਹਾਂ ਸਾਡੀ ਲਾਈਫ ਨੂੰ ਜਿਹੜੇ ਨਾਰਮਲ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਬਣਾਇਆ ਸਾਨੂੰ ਚਾਹੀਦਾ 6 ਤੋਂ ਲੈ ਕੇ 8 ਘੰਟੇ ਸੌਣ ਵਾਸਤੇ ਇਸ ਤੋਂ ਜ਼ਿਆਦਾ ਸਾਨੂੰ ਲੋੜ ਨਹੀਂ ਹੈਗੀ ਸੋ ਉਹਨਾਂ ਨੇ ਸਾਨੂੰ ਦਾਦਰਾ ਵਜਾਉਣ ਲਈ ਕਿਹਾ ਨਾ ਜਾਂ ਸਾਨੂੰ ਕਹਿਰਵਾ ਇਹਨਾਂ ਦੋਨਾਂ ਚੋਂ ਸਾਨੂੰ ਹੋਰ ਇਸ ਤੋਂ ਜ਼ਿਆਦਾ ਸਾਨੂੰ ਨੀਂਦ ਦੀ ਲੋੜ ਨਹੀਂ ਹੈ ਪਰ ਅਸੀਂ ਕੀ ਵਜਾ ਦਿੰਦੇ ਹਾਂ ਕਈ ਵਾਰੀ ਅਸੀਂ ਇੱਕ ਤਾਲ ਵਜਾ ਦਿੰਦੇ ਹਾਂ ਕਈ ਮੇਰੇ ਵਰਗੇ ਉਹ 3 ਤਾਲ ਵੀ ਵਜਾ ਦਿੰਦੇ ਹਾਂ 16 ਘੰਟੇ 12 ਘੰਟੇ ਸੌ ਰਹੇ ਹਾਂ ਸੋ ਜਿਹੜਾ ਸਾਡਾ ਲਾਈਫ ਦੀ ਬੀਟ ਹੈ ਆਪਾਂ ਖਾਣ ਦਾ ਟਾਈਮ ਨਹੀਂ ਨਾ ਸਵੇਰ ਉੱਠਣ ਦਾ ਟਾਈਮ ਹੈ ਨਾ ਐਕਸਰਸਾਈਜ਼ ਕਰਨ ਦਾ ਟਾਈਮ ਹੈ ਤੇ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਜਿਹੜੀ ਸਾਡੀ ਲਾਈਫ ਦੀ ਬਿਊਟੀ ਆ ਵਧੇਗੀ ਜਾਂ ਘਟੇਗੀ ਉਹ ਡੈਫੀਨੇਟਲੀ ਘਟੇਗੀ ਫਿਰ ਜਦੋਂ ਲਾਈਫ ਦੀ ਬਿਊਟੀ ਘਟ ਜਾਂਦੀ ਹੈ ਤੇ ਫਿਰ ਕੀ ਆਉਂਦੀ ਹੈ ਫਿਰ ਆ ਜਾਂਦੀ ਹੈ ਉਦਾਸੀ ਇਹ ਮੈਨੂੰ ਨਾ ਆਪਣੀ ਲਾਈਫ ਪਸੰਦ ਨਹੀਂ ਆ ਰਹੀ ਆਈ ਵਿਸ਼ ਮੇਰਾ ਨਾ ਸਕੂਲ ਦੁਬਾਰਾ ਸ਼ੁਰੂ ਹੋ ਜਾਏ ਮੈਂ ਆਪਣੇ ਤਾਂ ਕਿ ਦੋਸਤਾਂ ਨੂੰ ਮਿਲਾਂ ਤਾਂ ਕਿ ਸਾਡੀ ਲਾਈਫ ਵਿੱਚ ਇੱਕ ਬੀਟ ਜਿਹੜੀ ਹੈ ਉਹ ਜਿਹੜੀ ਬੀਟ ਮਿਲ ਰਹੀ ਸੀ ਸਾਨੂੰ ਉਹ ਸਾਡੀ ਬੀਟ ਦੁਬਾਰਾ ਸ਼ੁਰੂ ਹੋ ਜਾਏ ਪਰ ਜੇ ਅਸੀਂ ਆਪਣੀ ਜਿਹੜੀ ਬੀਟ ਹੈ ਲਾਈਫ ਦੀ ਬੀਟ ਹੈ ਉਹ ਅਸੀਂ ਆਪਣੇ ਸਕੂਲ ਦੇ ਹੱਥ ਦੀ ਥਾਂ ਤੇ ਅਸੀਂ ਆਪਣੇ ਹੱਥ ਵਿੱਚ ਕਰ ਲਈਏ ਵਾਪਸ ਅਸੀਂ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਦਿਸ ਇਜ਼ ਅ ਲਾਈਫ ਟਾਈਮ ਦਿਸ ਇਜ਼ ਐਨ ਓਪਰਚੁਨਿਟੀ ਜੇ ਅਸੀਂ ਇਹਨੂੰ ਓਪਰਚੁਨਿਟੀ ਤਰ੍ਹਾਂ ਦੇਖੀਏ ਜੇ ਅਸੀਂ ਯੂਜ਼ ਕਰੀਏ ਨਾ ਤੁਹਾਡੇ ਮੰਮੀ ਪਾਪਾ ਦੀ ਲਾਈਫ ਵਿੱਚ ਏਦਾਂ ਕਦੀ ਹੋਇਆ ਨਾ ਤੁਹਾਡੇ ਦਾਦਾ ਜੀ ਦਾਦੀ ਜੀ ਜਿਹੜੇ ਘਰਾਂ ਵਿੱਚ ਨੇ ਉਹਨਾਂ ਦੀ ਲਾਈਫ ਵਿੱਚ ਵੀ ਸ਼ਾਇਦ ਏਦਾਂ ਦਾ ਨਹੀਂ ਹੋਇਆ ਬਟ ਇਹ ਤੁਹਾਡੀ ਲਾਈਫ ਵਿੱਚ ਹੋ ਰਿਹਾ ਵੀਰ ਜੀ ਇੱਕ ਮਿੰਟ ਇੱਕ ਮੈਸੇਜ ਆ ਰਿਹਾ ਕਿ ਤੁਹਾਡੇ ਕੋਲ ਨਾ ਇੱਕ ਆਪਸ਼ਨ ਆ ਰਹੀ ਹੋਏਗੀ ਮੋਰ ਆਪਸ਼ਨ ਹੋਏਗੀ ਤੁਹਾਡੀ ਸਕਰੀਨ ਤੇ ਜਦੋਂ ਤੁਸੀਂ ਸਕਰੀਨ ਹਾਂਜੀ ਉਹਦੇ ਚ ਇੱਕ ਸ਼ੋ ਐਨੋਟੇਟਰ ਆਪਸ਼ਨ ਹੋਏਗੀ ਸ਼ੋ ਨੇਮਸ ਆਫ ਐਨੋਟੇਟਰਸ ਹਾਂ ਇਹਨਾਂ ਨੂੰ ਡਿਸੇਬਲ ਕਰ ਦਿਓ ਸਾਰਿਆਂ ਨੂੰ ਕਿਉਂਕਿ ਇਹਦੇ ਕਰਕੇ ਹੀ ਉਹ ਜਿਹੜੀਆਂ ਡਰਾਇੰਗਸ ਜੀਆਂ ਬਣ ਰਹੀਆਂ ਨੇ ਨਾ ਉਹ ਇਸ ਲਈ ਆ ਰਹੀਆਂ ਨੇ ਅੱਛਾ ਆਈ ਥਿੰਕ ਹੋ ਗਿਆ ਤੇ ਦੂਜੀ ਇੱਕ ਰਿਕੁਐਸਟ ਸੀ ਕਿ ਤੁਹਾਡੀ ਜਿਹੜੀ ਪਾਵਰ ਪੁਆਇੰਟ ਹੈ ਨਾ ਉਹਦੇ ਤੇ ਜਿਹੜਾ ਡਿਸਪਲੇ ਆਪਸ਼ਨਸ ਹੈ ਸਾਡੇ ਕੋਲ ਨਾ ਐਕਚੁਅਲੀ 12 ਸਲਾਈਡਸ ਉਹ ਸਲਾਈਡ ਸੌਰਟਰ ਦਿਖ ਰਿਹਾ ਸਾਨੂੰ ਸੋ ਵੀ ਆਰ ਨਾਟ ਏਬਲ ਟੂ ਸੀ ਅ ਸਿੰਗਲ ਸਲਾਈਡ ਸੋ ਉਹ ਵੀ ਕਾਈਂਡਲੀ ਉਹਨੂੰ ਵੀ ਤੁਸੀਂ ਡਿਸੇਬਲ ਕਰਕੇ ਤੇ ਸਿੰਗਲ ਸਲਾਈਡ ਵਿਊ ਕਰ ਲਓ ਜੀ ਹਾਂਜੀ ਕੰਟੀਨਿਊ ਵੀਰ ਜੀ ਹਾਂਜੀ ਤੁਹਾਨੂੰ ਹੁਣ ਐਸਲੇ ਸਕਰੀਨ ਤੇ ਕੀ ਨਜ਼ਰ ਆ ਰਿਹਾ ਜੀ ਸਾਈਡ ਤੇ ਨਾ ਸਲਾਈਡ ਆ ਰਹੀ ਹੈ ਜਿਵੇਂ ਉੱਪਰ ਡਿਸਪਲੇ ਸੈਟਿੰग्स है ना नहीं ये नहीं वापस पिछले वाला व्यू करना हाँ ऊपर है जेड़ा टॉप पे डिस्प्ले सेटिंग्स है ना ਹਾਂਜੀ सॉरी नहीं पावर पॉइंट ਦਾ ਹੀ ਵੀਰ ਜੀ ਪਾਵਰ ਪੁਆਇੰਟ ਦੇ ਜਿਹੜਾ ਡਿਸਪਲੇ ਸੈਟਿੰਗਸ ਹੈ ਹਾਂਜੀ ਹਾਂਜੀ ਇਹ ਵਾਲਾ ਜਿਹੜਾ ਜਸਟ ਸਲਾਈਡ ਦੇ ਉੱਪਰ ਹਾਂਜੀ ਇਹ ਵਾਲਾ
ਅੱਛਾ, ਤੁਹਾਨੂੰ ਇਹ ਵਾਲਾ ਸਕਰੀਨ ਨਜ਼ਰ ਆ ਰਿਹਾ ਹੈ? ਮੇਰੇ ਕੋਲ ਮੇਰੇ ਹਾਂ ਨੋਟੀਫਿਕੇਸ਼ਨ ਇਹ ਹੁਣ ਠੀਕ ਹੈ ਜੀ, ਹੁਣ ਠੀਕ ਹੈ, ਬਟ ਉਹ ਡਰਾਇੰਗਸ ਫਿਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮੈਨੂੰ ਸਾਰੇ ਜਿੰਨੇ ਵੀ ਸਾਡੇ ਅੱਜ ਮੈਂਬਰਸ ਜੁੜੇ ਹੋਏ ਨੇ ਉਹਨਾਂ ਨੂੰ ਰਿਕੁਐਸਟ ਹੈ, ਜਿਵੇਂ ਅਰਸ਼ਪ੍ਰੀਤ ਕੌਰ ਦਾ ਨਾਮ ਆ ਰਿਹਾ ਜੀ, ਅਰਸ਼ਪ੍ਰੀਤ ਕੌਰ ਤੁਹਾਡੇ ਕਰਕੇ ਲਾਈਨ ਬਣ ਰਹੀ ਹੈ, ਤੁਸੀਂ ਆਪਣੀ ਸਕਰੀਨ ਨੂੰ ਥੋੜੀ ਦੇਰ ਨਾ ਟੱਚ ਕਰੋ ਤਾਂ ਲਾਈਨ ਨਹੀਂ ਬਣੇਗੀ। ਹਾਂਜੀ ਵੀਰ ਜੀ, ਕੰਟੀਨਿਊ ਵੀਰ ਜੀ। ਹੁਣ ਕੀ ਨਜ਼ਰ ਆ ਰਿਹਾ ਜੀ? ਹਾਂ ਠੀਕ ਹੈ ਵੀਰ ਜੀ, ਹੁਣ ਠੀਕ ਹੈ, ਬਿਲਕੁਲ ਸਲਾਈਡ ਜਿਹੜੀ ਲਾਈਟ ਠੀਕ ਹੈ। ਹਾਂਜੀ ਇੱਕੋ ਹਾਂਜੀ ਹੀ ਸਲਾਈਡ ਜਿਹੜੀ ਤਬਲੇ ਤੇ ਵਾਈਟ ਪਿੱਛੇ। ਹਾਂਜੀ ਹਾਂਜੀ ਠੀਕ ਠੀਕ ਨਜ਼ਰ ਆ ਰਿਹਾ ਜੀ ਹੁਣ। ਹਾਂਜੀ ਠੀਕ ਹੈ ਜੀ। ਸੋ ਜਿਹੜਾ ਅਸੀਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਸਾਨੂੰ ਇਸ ਵੇਲੇ ਸਾਡਾ ਸਕੂਲ ਨਹੀਂ ਹੈਗਾ, ਸਾਡੀ ਜਿਹੜਾ ਸਾਡੀ ਲਾਈਫ ਵਿੱਚ ਸਾਨੂੰ ਬੀਟ ਦੇ ਰਿਹਾ ਸੀ ਤੇ ਸਾਨੂੰ ਸਾਡਾ ਇੱਕ ਰੂਟੀਨ, ਸਾਨੂੰ ਇੱਕ ਡਿਸਪਲਿਨ ਦੇ ਰਿਹਾ ਸੀ, ਉਹ ਨਹੀਂ ਹੈਗਾ। ਪਰ ਉਹ ਅਸੀਂ ਆਪ ਕ੍ਰੀਏਟ ਕਰ ਸਕਦੇ ਹਾਂ ਤੇ ਸਾਨੂੰ ਇਹ ਜੇ ਅਸੀਂ ਇਹ ਕਰਨ ਵਿੱਚ ਸਕਸੈਸਫੁਲ ਹੋ ਜਾਂਦੇ ਹਾਂ ਤੇ ਸਾਡੇ ਵਾਸਤੇ ਕੋਈ ਵੀ ਗੋਲ, ਕੋਈ ਵੀ ਸਾਡਾ ਜੋ ਵੀ ਅਸੀਂ ਲਾਈਫ ਵਿੱਚ ਅਸੀਂ ਕਰਨਾ ਚਾਹੁੰਦੇ ਹਾਂ, ਉਹ ਅਸੀਂ ਸਾਡੇ ਵਾਸਤੇ ਕੁਝ ਵੀ ਇਟ ਇਜ਼ ਗੋਇੰਗ ਟੂ ਬਿਕਮ ਅ ਪੀਸ ਆਫ ਕੇਕ। ਸੋ ਜਿਹੜਾ ਅਸੀਂ ਕਰੋਨਾ ਵਾਇਰਸ ਹੈ, ਦਿਸ ਇਜ਼ ਅ opportunity for us, an opportunity to create self discipline in our life. ਆਪਾਂ self discipline ਕਿਵੇਂ ਕ੍ਰੀਏਟ ਕਰਨਾ? ਅਸੀਂ ਆਪਣੇ ਆਪ ਆਪਣਾ ਇੱਕ ਰੂਟੀਨ ਬਣਾਉਣਾ ਹੈ। ਰੂਟੀਨ ਸਵੇਰੇ ਉੱਠਣ ਦਾ, ਨਹਾ ਕੇ, ਪਾਠ ਕਰਕੇ, ਜੋ ਵੀ ਸਾਡਾ ਗੋਲ ਹੈ ਤੇ ਉਹ ਅਸੀਂ ਬੜੇ ਹੀ ਅਸੀਂ ਜੇ ਸਾਡਾ ਇੱਕ ਰੂਟੀਨ ਹੋਏਗਾ, ਅਸੀਂ ਜੇ ਆਪਣੇ ਗੋਲ ਤੇ ਸਾਨੂੰ ਸਿਰਫ ਅੱਧਾ ਘੰਟਾ, ਪੌਣਾ ਘੰਟਾ ਜਾਂ ਮੈਕਸਿਮਮ ਅਸੀਂ 1 ਘੰਟਾ ਵੀ ਲਗਾ ਲਈਏ ਐਵਰੀਡੇ। ਜੇ ਆਪਾਂ 1 ਸਾਲ ਵਾਸਤੇ, ਹੁਣ ਜਿਵੇਂ ਸਾਡਾ ਸਕੂਲ ਨਹੀਂ ਹੈਗਾ, ਜੋ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਵੇਂ ਅਸੀਂ ਸਾਡਾ ਆਪਾਂ ਕੈਰੀਅਰ ਵਿੱਚ ਜੋ ਵੀ ਕਰਨਾ ਹੈ, ਅਸੀਂ ਅਕਾਊਂਟੈਂਟ ਬਣਨਾ ਹੈ ਜਾਂ ਅਸੀਂ ਆਰਟਿਸਟ ਬਣਨਾ ਹੈ ਜਾਂ ਇੰਜੀਨੀਅਰ ਬਣਨਾ ਹੈ ਜਾਂ ਡਾਕਟਰ ਬਣਨਾ ਹੈ, ਕੁਝ ਵੀ ਅਸੀਂ ਬਣਨਾ, ਉਹ ਸਾਡੇ ਵਾਸਤੇ ਇਟ ਇਜ਼ ਗੋਇੰਗ ਟੂ ਬਿਕਮ ਅ ਪੀਸ ਆਫ ਕੇਕ। ਜੇ ਅਸੀਂ ਉਸ ਗੋਲ ਵੱਲ ਸਾਡਾ ਗੋਲ ਹੈ ਅਸੀਂ ਕੀਰਤਨ ਸਿੱਖਣਾ, ਅਸੀਂ ਤਬਲਾ ਸਿੱਖਣਾ, ਉਹ ਸਾਡੇ ਵਾਸਤੇ ਹੁਣ ਇਸ ਵੇਲੇ ਓਪਰਚੁਨਿਟੀ ਕਿਉਂ ਹੈ? ਸਾਨੂੰ ਕਰੋਨਾ ਵਾਇਰਸ ਸਾਨੂੰ ਓਪਰਚੁਨਿਟੀ ਕਿਵੇਂ ਦਿੱਤੀ ਹੈ? ਸਾਡੇ ਕੋਲ ਜਿਹੜਾ ਅਸੀਂ ਸਵੇਰੇ ਅਸੀਂ ਉੱਠ ਕੇ ਜਾਂਦੇ ਹਾਂ, ਅਸੀਂ ਉੱਠ ਕੇ ਤਿਆਰ ਹੁੰਦੇ ਹਾਂ, ਤਿਆਰ ਹੋ ਕੇ ਅਸੀਂ ਸਕੂਲ ਜਾਂਦੇ ਹਾਂ, ਸਕੂਲ ਜਾਣ ਨੂੰ ਜਿਹੜਾ ਉਹ ਘੱਟੋ ਘੱਟ ਘੰਟਾ, ਡੇਢ, 2 ਘੰਟੇ ਸਾਨੂੰ ਉੱਠ ਕੇ ਸਕੂਲ ਪਹੁੰਚਣ ਤੱਕ ਸਾਨੂੰ ਇੰਨਾ ਟਾਈਮ ਲੱਗ ਜਾਂਦਾ। ਫਿਰ ਵਾਪਸ ਆਉਂਦੇ ਹਾਂ, ਫਿਰ ਉੱਥੇ ਵੀ ਅਸੀਂ ਸਕੂਲ 'ਚ ਵੀ ਕਿੰਨਾ ਕੁਝ ਅਸੀਂ ਕਰਦੇ ਹਾਂ ਜਿਹੜਾ ਇੰਨਾ ਪ੍ਰੋਡਕਟਿਵ ਨਹੀਂ ਹੁੰਦਾ। ਉਹ ਸਾਡਾ ਸਾਰਾ ਸਮਾਂ ਹੁਣ ਸਾਡੇ ਕੋਲ ਵਾਪਸ ਆ ਗਿਆ। ਤੇ ਹੋਰ ਕੀ ਹੈ? ਉਹ ਹੋਰ ਇੱਕ ਜਿਹੜੀ ਤੁਹਾਡੀ ਉਮਰ ਦੇ ਬੱਚਿਆਂ ਵਾਸਤੇ, ਜਿਹੜਾ ਇਸ ਵੇਲੇ ਮੈਕਸਿਮਮ ਇੱਥੇ ਆਈ ਥਿੰਕ ਜਿਹੜੇ 12ਵੀਂ ਦੇ ਬੱਚੇ ਬੈਠੇ ਨੇ, ਉਹਨਾਂ ਨੂੰ ਇਸ ਵੇਲੇ ਸਿਰ ਤੇ ਹੋਰ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ। ਜਿਵੇਂ ਜਿਨ੍ਹਾਂ ਦੇ ਬੱਚੇ ਨੇ ਜਾਂ ਜਿਨ੍ਹਾਂ ਦਾ ਹੋਰ ਜੌਬਸ ਨੇ ਜਾਂ ਬਿਜ਼ਨੈਸਿਸ ਨੇ, ਉਹਨਾਂ ਦੇ ਦਿਮਾਗ ਤੇ ਕਈ ਕੁਛ ਹੀ ਚੱਲ ਰਿਹਾ ਇਸ ਵੇਲੇ। ਪਰ ਸਾਡੀ ਉਮਰ ਤੇ, ਕਿਉਂਕਿ ਸਾਡਾ ਕੰਮ ਕੀ ਹੈ? ਸਿਰਫ ਪੜ੍ਹਾਈ ਕਰਨਾ, ਖੇਡਣਾ, ਸੌਣਾ, ਖਾਣਾ ਪੀਣਾ, ਸਾਨੂੰ ਸਾਰਾ ਕੁਝ ਸਾਡੇ ਵਾਸਤੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਸਾਡੇ ਮੰਮੀ ਸਾਰਾ ਦਿਨ ਕਿਚਨ 'ਚ ਲੱਗੇ ਰਹਿੰਦੇ ਨੇ, ਸਾਡੀਆਂ ਡਿਮਾਂਡਸ ਪੂਰੀਆਂ ਕਰਦੇ ਰਹਿੰਦੇ ਨੇ ਤੇ ਸਾਡੇ ਵਾਸਤੇ ਜੋ ਜੇ ਸੌਣ ਦੀ ਲੋੜ ਹੈ, ਸਾਡੇ ਵਾਸਤੇ ਬੈੱਡ ਅਵੇਲੇਬਲ ਹੈ, anything that we need is available for us right there। ਤੇ ਫਿਰ ਸਾਡੇ ਵਾਸਤੇ ਅਸੀਂ ਜੇ ਹੁਣ ਸਾਨੂੰ ਕੋਲ ਇੰਨਾ ਟਾਈਮ ਹੋ ਗਿਆ, ਸਾਡੇ ਕੋਲ ਗੋਲਸ ਵੀ ਹੈਗੇ ਨੇ, ਅਸੀਂ ਇਹ ਬਣਨਾ ਚਾਹੁੰਦੇ ਹਾਂ, ਅਸੀਂ ਲਾਈਫ ਵਿੱਚ ਇਹ ਕਰਨਾ ਚਾਹੁੰਦੇ ਹਾਂ, ਉਹ ਅਸੀਂ ਜੇ ਅਸੀਂ ਇਸ ਵੇਲੇ ਇਸ ਸਮੇਂ ਨੂੰ ਅਸੀਂ ਚੰਗੀ ਤਰ੍ਹਾਂ ਇਹਨੂੰ ਯੂਜ਼ ਕਰ ਲਈਏ ਤੇ ਸਾਡੇ ਵਾਸਤੇ ਅਸੀਂ ਅੱਗੇ ਜਾ ਕੇ ਮੈਂ ਵਾਪਸ ਮੈਂ ਜਾਣਦਾ ਇਹਦੇ ਤੇ ਜਿਹੜੀ ਮੈਂ ਨੰਬਰ ਲਾਈਨ ਦੀ ਗੱਲ ਕੀਤੀ ਸੀ। ਸੋ ਸਾਡੇ ਵਾਸਤੇ ਇਸ ਨੰਬਰ ਲਾਈਨ ਤੇ ਤੁਰਨਾ ਬਹੁਤ ਔਖਾ ਹੋ ਜਾਏਗਾ। ਸੋ ਇਹ ਨੰਬਰ ਲਾਈਨ ਕੀ ਹੈ? ਇਹ ਨੰਬਰ ਲਾਈਨ ਹੈਗੀ ਹੈ, ਜਦੋਂ ਆਪਾਂ ਸ਼ੁਰੂ ਕੀਤਾ ਸੀ, ਅਸੀਂ ਬ੍ਰੈਥ ਤੇ ਅਸੀਂ 0 ਤੋਂ ਸ਼ੁਰੂ ਹੋ ਗਏ ਸੀ, ਰਾਈਟ? ਜਿਹੜੇ ਇੱਥੇ ਅਸੀਂ ਇਸ ਵੇਲੇ ਪ੍ਰੈਜ਼ੈਂਟ ਹਾਂ, ਉਹ ਕਰੀਬ 9 ਤੋਂ ਲੈ ਕੇ ਇੱਥੇ 18 ਤੱਕ ਆ। ਮੈਂ 100 ਤੱਕ ਰੱਖੀ ਹੈ ਕਿ ਅਸੀਂ ਬੈਸਟ ਕੇਸ ਸਿਨੈਰੀਓ ਸਾਡਾ
ਅਸੀਂ ਜਿਵੇਂ ਆਪਾਂ ਅਸੀਸਾਂ ਦਿੰਦੇ ਹਾਂ ਤੁਹਾਡੀ ਉਮਰ 100 ਸਾਲ ਹੋਵੇ, ਸੋ ਮੈਂ 100 ਸਾਲ ਦੇ ਹਿਸਾਬ ਨਾਲ ਅਸੀਂ ਲੈ ਕੇ ਚੱਲ ਰਹੇ ਹਾਂ ਕਿ ਆਪਾਂ ਸਿਰਫ ਤੇ ਸਿਰਫ ਅਸੀਂ ਅਜੇ ਇਸ ਪਹਿਲੀ ਲਾਈਨ ਤੇ ਹੈਗੇ ਹਾਂ, ਰਾਈਟ। ਤੇ ਇੱਥੇ ਜਿਹੜਾ ਸਾਡੇ ਅੰਦਰ ਸੈਲਫ ਡਿਸਪਲਿਨ ਹੈ ਉਹ ਸਾਨੂੰ ਚਾਹੀਦਾ। ਸਾਨੂੰ ਲੱਗਦਾ ਹੈ ਕਿ ਸਿਰਫ ਸਾਡਾ 12ਵੀਂ ਤੱਕ ਹੋ ਜਾਏ, ਜਾਂ ਆਪਾਂ ਕਿਸੇ ਪ੍ਰੋਫੈਸ਼ਨਲ ਕਾਲਜ ਚਲੇ ਜਾਈਏ ਉਦੋਂ ਤੱਕ ਹੈ, ਜਾਂ ਫਿਰ ਜਦੋਂ ਆਪਾਂ ਆਰਟਿਸਟ ਬਣਨਾ, ਆਰਟ ਸਕੂਲ ਚ ਰਹੀਏ, ਉਸ ਤੋਂ ਬਾਅਦ ਸਾਨੂੰ ਚਾਹੀਦਾ ਹੋਏਗਾ ਡਿਸਪਲਿਨ। ਉਹ ਸਾਡਾ ਜੋ ਵੀ ਅਸੀਂ ਬਣਨਾ ਉਹ ਅਸੀਂ ਸੈਕੰਡ ਲਾਈਨ ਦੀ ਕਰੀਬ 24-25 ਤੱਕ ਅਸੀਂ ਇੱਥੇ ਅਸੀਂ ਸਾਡਾ ਜੋ ਵੀ ਅਸੀਂ ਸਾਡਾ ਸਕੂਲ ਜਾਣਾ ਅਸੀਂ ਇੱਥੇ ਤੱਕ ਖਤਮ ਹੋ ਜਾਂਦਾ ਹੈ, ਰਾਈਟ। ਉਸ ਤੋਂ ਬਾਅਦ ਜਿਹੜਾ ਅਸੀਂ ਕੈਰੀਅਰ ਦੇ ਵਿੱਚ ਅੱਗੇ ਵਧਣਾ ਹੈ, ਸਾਰਾ ਕੁਝ ਕਰਨਾ ਹੈ, ਉਹ ਜਿੰਨੀ ਸਾਡੀ ਮੋਟੀਵੇਸ਼ਨ ਨਾ ਉਸ ਤੋਂ ਬਾਅਦ ਸਾਡੇ ਮੰਮੀ ਪਾਪਾ ਸਾਡੇ ਕੋਲ ਨੇ, ਨਾ ਸਾਨੂੰ ਕੋਈ ਦੋਸਤ ਸਾਨੂੰ ਜਿਹੜਾ ਮੋਟੀਵੇਟ ਕਰ ਰਹੇ ਨੇ, ਅਸੀਂ ਇੱਕ ਦੂਜੇ ਨੂੰ ਦੇਖ ਕੇ ਕਈ ਵਾਰ ਅਸੀਂ ਗੋਲ ਬਣਾ ਲੈਂਦੇ ਹਾਂ, ਉਹ ਵੀ ਸਾਡੇ ਤੋਂ ਕਈ ਵਾਰੀ ਇੱਧਰ ਉੱਧਰ ਹੋ ਜਾਂਦੇ ਨੇ। ਤੇ ਆਪਾਂ ਉਸ ਤੋਂ ਬਾਅਦ ਸਾਡਾ ਕੀ ਹੁੰਦਾ, ਅਸੀਂ ਵੀ ਆਰ ਡਿਪੈਂਡੈਂਟ ਔਨ ਆਰ ਓਨ ਸੈਲਫ। ਹੁਣ ਜੇ ਅਸੀਂ ਇੱਥੇ 24-25 ਤੇ ਲੈ ਕੇ 26-27 ਅਸੀਂ 30 ਜਾਂ 40 ਤੱਕ ਅਸੀਂ ਇਸ ਲਾਈਨ ਤੇ ਆ ਕੇ ਜੋ ਅਸੀਂ ਚੀਜ਼ ਸਿੱਖਣੀ ਹੈ ਆਪਣਾ ਸੈਲਫ ਡਿਸਪਲਿਨ ਅੱਗੇ ਵਧਣ ਵਾਸਤੇ, ਜੇ ਅਸੀਂ ਇਸ ਪਹਿਲੀ ਲਾਈਨ ਤੇ ਅਸੀਂ ਜੇ ਉਸ ਚੀਜ਼ ਨੂੰ ਆਪਣੇ ਅੰਦਰ ਵਸਾ ਲਈਏ, ਕਿਉਂਕਿ ਇਸ ਵੇਲੇ ਸਾਡੇ ਕੋਲ ਟਾਈਮ ਵੀ ਹੈ ਤੇ ਸਾਡਾ ਧਿਆਨ ਰੱਖਣ ਵਾਸਤੇ ਵੀ ਹੈਗਾ ਸਾਰਾ ਕੁਝ, ਨਾ ਅਸੀਂ ਕਿਸੇ ਚੀਜ਼ ਦਾ, ਨਾ ਸਾਨੂੰ ਪੈਸੇ ਦੀ ਚਿੰਤਾ, ਨਾ ਸਾਨੂੰ ਖਾਣੇ ਦੀ ਚਿੰਤਾ, ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੈ। ਜੇ ਅਸੀਂ ਇਸ ਵੇਲੇ ਆਪਣੇ ਟਾਈਮ ਨੂੰ ਅਸੀਂ ਠੀਕ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤੇ ਸਾਡਾ ਜਿਹੜਾ ਜਦੋਂ ਅਸੀਂ ਇੱਥੇ 26 ਜਾਂ 27 ਤੇ ਪਹੁੰਚਾਂਗੇ ਨਾ, ਤੇ ਅਸੀਂ ਪਿੱਛੇ ਦੇਖਾਂਗੇ ਤੇ ਅਸੀਂ ਹੱਸਾਂਗੇ, ਯਾਰ ਇਹ ਗੋਲ ਸੀ ਮੇਰਾ, ਬਸ ਇਹ ਸਿਰਫ ਇੱਕ ਡਾਕਟਰ ਬਣਨਾ ਮੇਰਾ ਗੋਲ ਸੀ, ਇੰਜੀਨੀਅਰ ਬਣਨਾ, ਇਹ ਤਾਂ ਬੜਾ ਸੌਖਾ ਸੀ। ਪਰ ਉਦੋਂ ਅੱਗੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੋਏਗਾ, ਅਸੀਂ ਮਾਸਟਰਸ ਕਰਨੀ ਹੋਏਗੀ, ਅਸੀਂ ਆਪਣੀ ਜੌਬ ਵਿੱਚ ਅੱਗੇ ਵਧਣਾ ਹੋਏਗਾ। ਸਾਡਾ ਗੋਲ ਜੋ ਇਸ ਵੇਲੇ ਸਾਡਾ 8ਵੀਂ 9ਵੀਂ ਜਾਂ 12ਵੀਂ ਜਾਂ ਫਿਰ ਆਪਾਂ 5th ਕਲਾਸ ਜੋ ਇਸ ਵੇਲੇ ਸਾਡੇ ਗੋਲ ਨੇ, ਉਹ ਹੈ ਥਰੂ ਦ ਨੰਬਰ ਲਾਈਨ ਸਾਰੇ ਸਾਡੇ ਗੋਲ ਬਦਲਦੇ ਰਹਿਣਗੇ। ਪਰ ਉਹ ਗੋਲ ਬਦਲਣਾ ਬੜੀ ਚੰਗੀ ਗੱਲ ਹੈ, ਕਿਉਂਕਿ ਜੇ ਗੋਲ ਨਹੀਂ ਹੋਏਗਾ ਸਾਡੇ ਡਿਸਪਲਿਨ ਨਹੀਂ ਆਏਗਾ, ਤੇ ਜੇ ਡਿਸਪਲਿਨ ਨਹੀਂ ਆਏਗਾ ਤੇ ਗੋਲ ਨਹੀਂ ਅਚੀਵ ਹੋਏਗਾ। ਸੋ ਥੀਸ ਆਰ ਇੰਟਰਡਿਪੈਂਡੈਂਟ। ਪਰ ਜੇ ਅਸੀਂ ਡਿਸਪਲਿਨ ਅਸੀਂ ਬਣਾ ਕੇ ਰੱਖਾਂਗੇ, ਸਾਨੂੰ ਗੁਰੂ ਆਪਣੇ ਆਪ ਹੀ ਸਾਨੂੰ ਗੋਲ ਵੀ ਦਿੰਦਾ ਰਹੇਗਾ ਤੇ ਉਹ ਗੋਲ ਸਾਡੇ ਵਾਸਤੇ ਅਚੀਵ ਕਰਨੇ ਵੀ ਬਹੁਤ ਹੀ ਸੌਖੇ ਹੋ ਜਾਣਗੇ। ਸੋ ਅਸੀਂ ਆਪਣੀ ਇਹ ਨੰਬਰ ਲਾਈਨ ਇੱਥੇ ਤੱਕ ਨਹੀਂ, ਅਸੀਂ ਜਦੋਂ ਆਪਾਂ ਤੁਸੀਂ ਜੇ ਤੁਹਾਡੇ ਘਰ ਦਾਦਾ ਜੀ ਦਾਦੀ ਜੀ ਰਹਿੰਦੇ ਨੇ ਤੁਹਾਡੇ ਨਾਲ, ਤੇ ਉਹ ਕਰੀਬ ਇਸ ਨੰਬਰ ਲਾਈਨ ਤੇ ਹੁੰਦੇ ਨੇ, ਬਿਟਵੀਨ 60 ਐਂਡ 80, 4th ਨੰਬਰ ਲਾਈਨ ਤੇ। ਸੋ ਪਤਾ ਕੀ ਹੁੰਦਾ, ਜਦੋਂ ਅਸੀਂ ਸਕੂਲ ਜਾ ਰਹੇ ਹੁੰਦੇ ਹਾਂ, ਅਸੀਂ ਫਿਰ ਉਸ ਤੋਂ ਬਾਅਦ ਕਾਲਜ ਜਾਂਦੇ ਹਾਂ, ਜੌਬ ਜਾਂਦੇ ਹਾਂ, ਕਈ ਵਾਰੀ ਸਾਨੂੰ ਸੈਲਫ ਡਿਸਪਲਿਨ ਦੀ ਲੋੜ ਹੀ ਨਹੀਂ ਪੈਂਦੀ ਇੰਨੀ ਜ਼ਿਆਦਾ, ਕਿਉਂਕਿ ਸਾਡੇ ਉੱਤੇ ਸਾਡਾ ਸਕੂਲ ਸਾਡੇ ਤੇ ਇੱਕ ਡੰਡਾ ਬਣਾ ਕੇ ਰੱਖਦਾ ਹੈ, ਸਾਡੇ ਆਫਿਸ ਵਾਲੇ ਬਣਾ ਕੇ ਰੱਖਦੇ ਨੇ, ਸਾਡੇ ਅੱਗੇ ਅਸੀਂ ਜਿੰਨਾ ਹੋਰ ਅੱਗੇ ਵਧੇ ਜਾਈਏ, ਇੱਕ ਰੂਟੀਨ ਸਾਨੂੰ ਆਪਣੇ ਆਪ ਅੱਗੇ ਵਧਾਉਂਦਾ ਰਹਿੰਦਾ। ਪਰ ਜਦੋਂ ਆਪਾਂ ਆਪਣੇ ਦਾਦਾ ਜੀ ਦਾਦੀ ਜੀ ਉਮਰ ਇਸ ਨੰਬਰ ਇੱਥੇ ਪਹੁੰਚਦੇ ਨੰਬਰ ਲਾਈਨ ਤੇ, ਫਿਰ ਤਾਂ ਅਸੀਂ ਸੁਣਿਆ ਹੋਏਗਾ ਕਿ ਜਦੋਂ ਕੋਈ ਰਿਟਾਇਰ ਹੁੰਦੇ ਨੇ, ਤੇ ਪਤਾ ਨਹੀਂ ਤੁਸੀਂ ਇਸ ਐਕਸਪੀਰੀਅੰਸ ਕੀਤਾ ਕਿ ਨਹੀਂ, ਪਰ ਜਦੋਂ ਜੌਬ ਖਤਮ ਹੋ ਜਾਂਦੀ ਹੈ ਨਾ, ਇੱਕਦਮ ਜਿਵੇਂ ਸਾਡਾ ਸਕੂਲ ਖਤਮ ਹੋਇਆ ਤੇ ਕਈ ਬੱਚੇ ਸਾਡੇ ਤੋਂ ਅਸੀਂ ਉਦਾਸ ਹੋ ਜਾਂਦੇ ਹਨ, ਉਦਾਂ ਹੀ ਸੇਮ ਸਾਡੇ ਜਿਹੜੇ ਗ੍ਰੈਂਡ ਪੇਰੈਂਟਸ ਨੇ, ਉਹ ਵੀ ਜਦੋਂ ਇੱਕਦਮ ਜੌਬ ਖਤਮ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਕਿਤੇ ਜਾਣਾ ਨਹੀਂ, ਕਿਤੇ ਉੱਠਣਾ ਨਹੀਂ, ਉਦੋਂ ਵੀ ਉਹਨਾਂ ਨੂੰ ਸੈਲਫ ਡਿਸਪਲਿਨ ਦੀ ਓਨੀ ਹੀ ਲੋੜ ਪੈਂਦੀ ਹੈ ਤਾਂ ਕਿ ਉਹ ਇੱਕ ਜਿਹੜੇ ਆਪਣੇ ਰਿਟਾਇਰਮੈਂਟ ਦੀ ਏਜ ਹੈ ਉਹ ਠੀਕ ਤਰ੍ਹਾਂ ਗੁਜ਼ਾਰ ਸਕਣ। ਉਸ ਵੇਲੇ ਉਹਨਾਂ ਨੂੰ ਸਿੱਖਣਾ ਪੈਂਦਾ ਆਪਣੇ ਆਪ, ਤੇ ਉਸ ਵੇਲੇ ਸਿੱਖਣ ਦੀ ਥਾਂ ਤੇ ਜੇ ਅਸੀਂ ਇਹ 4ਥੀ ਨੰਬਰ ਲਾਈਨ ਤੇ ਆ ਕੇ ਅਸੀਂ ਸਿੱਖੀਏ ਕਿ ਆਪਣਾ ਰੂਟੀਨ ਅਸੀਂ ਆਪਣੇ ਆਪ ਕਿਵੇਂ ਬਣਾਉਣਾ, ਤੇ ਸਾਡੇ ਵਾਸਤੇ ਤਾਂ ਇਹ ਬੜੀ ਇੱਕ ਓਪਰਚੁਨਿਟੀ ਦੀ ਗੱਲ ਹੈ ਕਿ ਸਾਨੂੰ ਪਹਿਲੀ ਨੰਬਰ ਲਾਈਨ ਦੇ ਅਸੀਂ ਪਹਿਲੀ ਥਾਂ ਤੇ ਹੈਗੇ ਹਾਂ, ਫਰਸਟ ਲਾਈਨ ਤੇ ਹੈਗੇ ਹਾਂ, ਤੇ ਸਾਨੂੰ ਇਹ ਮੌਕਾ ਮਿਲ ਰਿਹਾ ਕਿ ਅਸੀਂ ਇਸ ਨੰਬਰ ਲਾਈਨ ਤੇ ਅਸੀਂ ਆਪਣੇ ਸੈਲਫ ਡਿਸਪਲਿਨ ਅਸੀਂ ਬਣਾ ਕੇ ਰੱਖੀਏ, ਤੇ ਤਾਂ ਕਿ ਸਾਡੇ ਜਿਹੜੇ ਗੋਲਸ ਨੇ ਉਹ ਸਾਨੂੰ ਪਤਾ ਹੀ ਚੱਲੇਗਾ ਕਿ ਸਾਡੇ ਗੋਲਸ ਕਿਵੇਂ ਸਾਡੇ ਅਚੀਵ ਹੋ ਗਏ, ਰਾਈਟ। ਤੇ ਜਦੋਂ ਮੈਂ ਗੱਲ ਕਰ ਰਿਹਾ ਕਿ ਜਦੋਂ ਅਸੀਂ ਆਪਣੀ ਸੈਕੰਡ ਨੰਬਰ ਲਾਈਨ ਤੇ ਅਸੀਂ ਵਾਪਸ ਜਾਈਏ
ਤੇ ਆਪਾਂ ਆਪਣੇ ਕੈਰੀਅਰ ਦੇ ਅਸੀਂ ਟੌਪ ਤੇ ਪਹੁੰਚ ਜਾਂਦੇ ਹਾਂ। ਕਈ ਵਾਰੀ ਜਦੋਂ ਅਸੀਂ ਟੌਪ ਤੇ ਪਹੁੰਚ ਜਾਂਦੇ ਹਾਂ, ਜਦੋਂ 38 39 40 ਰਾਈਟ, ਸੋ ਜਿਹੜਾ ਡਿਸਪਲਿਨ ਹੈ ਉਹ ਅਸੀਂ ਸਿੱਖਿਆ, ਅਸੀਂ ਸਾਡੇ ਡੰਡਾ ਚੱਲ ਰਿਹਾ ਸਾਡੇ ਤੇ, ਓਵਰਆਲ ਸਾਡੇ ਹਰ ਨੰਬਰ ਲਾਈਨ ਤੇ ਸਾਡੇ ਤੇ ਡੰਡਾ ਚੱਲ ਰਿਹਾ ਰਾਈਟ। ਪਰ ਜਦੋਂ ਵੀ ਸਾਡੇ ਤੇ ਇਹ ਜਿਹੜਾ ਐਕਸਟਰਨਲ ਡਿਸਪਲਿਨ ਦਾ ਜਿਹੜਾ ਸਾਡੇ ਤੇ ਜਿਹੜਾ ਇੱਕ ਪ੍ਰੈਸ਼ਰ ਹੈ, ਇਹ ਜਦੋਂ ਖਤਮ ਹੁੰਦਾ ਤੇ ਕਈ ਸਾਡੇ ਨਾਲ ਕੀ ਹੁੰਦਾ, ਅਸੀਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਾਂ ਉਦਾਸ ਹੋ ਜਾਂਦੇ ਹਾਂ। ਉਹਦੇ ਉਦਾਸ ਹੋਣ ਨਾਲ ਹੋਰ ਵੀ ਬੜੀ ਚੀਜ਼ਾਂ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇਹ ਜਿਹੜਾ ਵਾਈਟ ਤੇ ਬਲੂ ਸ਼ਰਟ ਵਿੱਚ ਹੈ, ਇਹ ਕਿਸੇ ਨੂੰ ਪਤਾ ਹੈ ਕਿ ਇਹ ਕੌਣ ਹੈ? ਇਹ ਇੱਕ ਬੜਾ ਹੀ ਫੇਮਸ ਅਰਜਨਟੀਨਾ ਦਾ ਫੁੱਟਬਾਲ ਪਲੇਅਰ ਹੈ। ਇਹਨੇ 1986 ਵਿੱਚ ਅਰਜਨਟੀਨਾ ਨੂੰ ਵਰਲਡ ਕੱਪ ਜਿਤਾਇਆ ਸੀ। ਇਹਨੇ ਇਕੱਲੇ ਨਹੀਂ, ਮੇਰੇ ਖਿਆਲ 5 ਜਾਂ 6 ਗੋਲ ਕੀਤੇ ਸੀ ਉਸ ਮੈਚ ਵਿੱਚ। ਸੋ ਮੈਂ ਇਹ ਐਗਜ਼ਾਮਪਲ ਇਸ ਕਰਕੇ ਦਿੱਤਾ ਕਿਉਂਕਿ ਜਿਹੜਾ ਐਥਲੀਟਸ ਹੁੰਦੇ ਆ ਨਾ, ਇਹਨਾਂ ਦਾ ਜਿਹੜਾ ਡਿਸਪਲਿਨ ਹੁੰਦਾ ਹੈ, ਇਹ ਸਭ ਤੋਂ ਕੜਕ ਹੁੰਦਾ। ਨਾ ਹੀ ਕਿਸੇ ਜਿਹੜੇ ਵੀ ਪ੍ਰੋਫੈਸ਼ਨਲ ਅਸੀਂ ਜਿਹੜੇ IAS ਜਾਂ ਫਿਰ ਜਿਹੜੇ ਇੰਜੀਨੀਅਰ ਜਾਂ ਕੋਈ ਵੀ ਜਿਹੜਾ ਪ੍ਰੋਫੈਸ਼ਨ ਹੈ, ਜਿਹੜਾ ਬਿਜ਼ਨਸ ਹੈ, ਜਿਹੜਾ ਲਾਇਰ ਹੈ, ਕੋਈ ਵੀ ਸਭ ਤੋਂ ਜ਼ਿਆਦਾ ਜਿਹੜਾ ਡਿਸਪਲਿਨ ਉਹ ਕਰਨਾ ਪੈਂਦਾ ਇੱਕ ਐਥਲੀਟ ਨੂੰ। ਤੇ ਜਿਹੜਾ ਐਥਲੀਟ ਜਿਹੜੇ ਉੱਤੇ ਵੱਧਦੇ ਨੇ, ਉਹਨਾਂ ਨੂੰ ਹੋਰ ਵੀ ਉਹਨਾਂ ਦੇ ਉੱਤੇ ਮਤਲਬ ਇੰਨੀ ਜ਼ਿਆਦਾ ਉਹਨਾਂ ਵਿੱਚ ਮੋਟੀਵੇਸ਼ਨ ਹੁੰਦੀ ਹੈ ਕਿ ਉਹ ਆਪਣੇ ਦਿਨ ਨੂੰ ਉਹਨਾਂ ਨੇ ਇੱਕ ਮਿੰਟਾਂ ਦੇ ਹਿਸਾਬ ਨਾਲ ਮੇਜਰ ਕੀਤਾ ਹੁੰਦਾ ਤਾਂ ਕਿ ਉਹ ਬਿਲਕੁਲ ਟਾਈਮ ਨਾ ਵੇਸਟ ਕਰਨ। ਪਰ ਜਦੋਂ ਉਹ ਕੈਰੀਅਰ ਦੇ ਉੱਤੇ ਪਹੁੰਚ ਕੇ ਰਿਟਾਇਰ ਹੋ ਜਾਣ, ਰਿਟਾਇਰ ਹੋ ਕੇ ਜਦੋਂ ਯੂਜਲੀ ਜਿਹੜਾ ਐਥਲੀਟ ਆ ਉਹ 40 ਸਾਲ ਤੇ ਜਿਹੜਾ ਚੰਗਾ ਕਰ ਜਾਂਦਾ, ਉਹ 40-42 ਸਾਲ ਤੋਂ ਬਾਅਦ ਉਹ ਰਿਟਾਇਰ ਹੋ ਜਾਂਦਾ। ਸੋ ਰਿਟਾਇਰ ਹੋ ਕੇ ਉਹਦਾ ਜਿਹੜਾ ਡਿਸਪਲਿਨ ਹੈ ਉਹਨੇ ਉਸ ਤੋਂ ਬਾਅਦ ਆਪ ਮੇਨਟੇਨ ਕਰਨਾ, ਆਪਣਾ ਜੋ ਵੀ ਉਹਦਾ ਰੂਟੀਨ ਹੈ ਉਹਨੇ ਆਪਣੇ ਆਪ ਮੇਨਟੇਨ ਕਰਨਾ। ਤੇ ਜਿਹੜਾ ਆਪਣੇ ਆਪ ਜਿਹੜੇ ਮੇਨਟੇਨ ਕਰ ਲੈਂਦੇ ਨੇ ਉਹ ਤਾਂ ਠੀਕ ਹੈ, ਪਰ ਜਿਹੜੇ ਨਹੀਂ ਕਰ ਸਕਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ? ਇਹ ਕੋਈ ਸੋਚ ਸਕਦਾ ਹੈ ਕਿ ਇਹ ਸੇਮ ਬੰਦਾ, ਇਹ ਸਾਡਾ ਨਤੀਜਾ ਹੁੰਦਾ ਜਦੋਂ ਅਸੀਂ ਆਪਣਾ ਸੈਲਫ ਡਿਸਪਲਿਨ ਛੱਡ ਦਿੰਦੇ ਹਾਂ। ਇੱਕ ਬਿਲਕੁਲ ਹੀ ਹੈਲਦੀ ਆਪਣਾ ਟੌਪ ਦਾ ਪਲੇਅਰ ਹੋਣ ਤੋਂ ਕੁਝ ਸਿਰਫ ਤੇ ਸਿਰਫ 2-3 ਸਾਲ ਬਾਅਦ ਰਿਟਾਇਰ ਹੋਣ ਤੋਂ ਇਹਦਾ ਹਾਲ ਡੀਏਗੋ ਮੈਰਾਡੋਨਾ, ਇਹਦਾ ਹਾਲ ਇਹ ਹੋ ਗਿਆ ਸੀ। ਕਿੰਨਾ ਪੇਟ ਨਿਕਲ ਆਇਆ, ਇਹਦਾ ਤੁਰਨਾ ਔਖਾ ਹੋ ਗਿਆ ਸੀ, ਇੰਨੀਆਂ ਇਹਨੂੰ ਬਿਮਾਰੀਆਂ ਲੱਗ ਗਈਆਂ ਸੀ। ਸੋ ਜਿਹੜਾ ਸੈਲਫ ਡਿਸਪਲਿਨ ਲਾਈਫ ਵਿੱਚ, ਉਹ ਨਾ ਹੀ ਸਾਨੂੰ ਬੜਾ ਕਈ ਵਾਰੀ ਔਖਾ ਵੀ ਲੱਗਦਾ ਕਿ ਸਾਨੂੰ ਆਪਾਂ ਜਿਵੇਂ ਤਬਲਾ ਸਾਡੀ ਲਾਈਫ ਵਿੱਚ ਇੱਕ ਜਿਹੜਾ ਗਾਣ ਵਾਲਾ ਰਿਸਟ੍ਰਿਕਸ਼ਨ ਪੈਦਾ ਕਰਦਾ, ਉਹ ਇਸ ਚੀਜ਼ ਸਾਡੇ ਡਿਸਪਲਿਨ ਕਰ ਰਿਹਾ, ਇੱਕ ਥੋੜੀ ਜਿਹੀ ਰਿਸਟ੍ਰਿਕਸ਼ਨ ਪੈਦਾ ਕਰਦਾ। ਪਰ ਜਿਹੜੀ ਰਿਸਟ੍ਰਿਕਸ਼ਨ ਹੈ ਉਹਦੇ ਨਾਲ ਇੱਕ ਬਿਊਟੀ ਪੈਦਾ ਹੁੰਦੀ ਹੈ। ਲਾਈਫ ਦੀ ਜਿਹੜੀ ਬਿਊਟੀ ਹੈ ਉਹ ਡਿਸਪਲਿਨ ਦੇ ਨਾਲ ਆਉਂਦੀ ਹੈ। ਤੇ ਨਾਲ ਹੀ ਜਿਹੜਾ ਸਾਨੂੰ ਡਿਸਪਲਿਨ ਕੀ ਦਿੰਦਾ, ਸਾਨੂੰ ਦਿੰਦਾ ਸਾਨੂੰ ਐਬਿਲਿਟੀ ਟੂ ਅਚੀਵ ਵਾਟ ਐਵਰ ਵੀ ਵਾਂਟ। ਗੁਰੂ ਸਾਹਿਬ ਨੇ ਕਿਹਾ ਸੀ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਤੇ ਸਾਨੂੰ ਰਹਿਤ, ਸਾਨੂੰ ਜਿਹੜਾ ਇੱਕ ਰੂਟੀਨ ਹੈ, ਇੱਕ ਡਿਸਪਲਿਨ ਹੈ, ਉਹ ਸਾਨੂੰ that is more important than being a Sikh। ਜਾਂ ਸਾਨੂੰ ਜਿਹੜਾ ਸਿੱਖ ਦਾ ਬਾਣਾ ਜਿਹਨੇ ਪਾਇਆ ਹੋਇਆ, ਉਹ ਮੈਨੂੰ ਜਿਹਦਾ ਰੂਟੀਨ ਨਹੀਂ ਹੈ, ਜਿਹੜਾ ਡਿਸਪਲਿਨ ਨਹੀਂ ਹੈ, ਉਹ ਸਾਨੂੰ ਉਹ ਗੁਰੂ ਸਾਹਿਬ ਨੇ ਬਿਲਕੁਲ ਉਸ ਚੀਜ਼ ਨੂੰ ਕਿ ਮੈਨੂੰ ਸਿਰਫ ਦੇਖਣ ਨੂੰ ਨਹੀਂ ਸਿੱਖ ਚਾਹੀਦਾ, ਮੈਨੂੰ ਉਹ ਸਿੱਖ ਦੀ ਲਾਈਫ ਚਾਹੀਦੀ ਹੈ, ਸਿੱਖ ਦਾ ਜਿਹੜਾ ਡਿਸਪਲਿਨ ਹੁੰਦਾ ਉਹ ਚਾਹੀਦਾ। ਸੋ ਅਸੀਂ ਆਪਣੀ ਡਰਾਇੰਗ ਵੱਲ ਜਾਂਦੇ ਹਾਂ। ਸੋ ਡਰਾਇੰਗ ਸਾਡੀ ਇੱਥੇ ਸੀਗੀ, ਸਾਨੂੰ ਅਜੇ ਸਾਡੀ ਮੈਂ ਡਰਾਇੰਗ ਮੈਂ ਪੂਰੀ ਕਰ ਰਿਹਾ ਜਸਟ ਟੂ ਰਿਪਰੈਜ਼ੈਂਟ ਅ ਲਾਈਫ, ਕਿ ਸਾਡੀ ਲਾਈਫ ਹੈ, ਲਾਈਫ ਵਾਸਤੇ ਸਾਨੂੰ ਕੀ ਚਾਹੀਦਾ ਹੈ, ਬ੍ਰੈਥ ਚਾਹੀਦੀ ਹੈ, ਫੂਡ, ਸਲੀਪ, ਐਕਸਰਸਾਈਜ਼। ਇਹ ਸਾਡਾ ਹੌਲੀ ਇਹ ਸਾਡੀਆਂ ਬੇਸਿਕ ਨੀਡਸ ਨੇ। ਪਰ ਜਿਹੜੀ ਲਾਈਫ ਨੂੰ ਜਿਹੜਾ ਪੂਰਾ ਕਰ ਰਿਹਾ ਉਹ ਕਰ ਰਿਹਾ ਜੇ ਆਪਾਂ ਡਿਸਪਲਿਨ, ਰਾਈਟ। ਸੋ ਡਿਸਪਲਿਨ ਹੁਣ ਇਸ ਵੇਲੇ ਕਿਉਂਕਿ ਸਾਨੂੰ ਇਹ ਇੱਕ ਮੌਕਾ ਮਿਲਿਆ ਤੇ ਸਾਨੂੰ ਇਹ ਡਿਸਪਲਿਨ ਨੂੰ ਕੱਟ ਕੇ ਅਸੀਂ ਕੀ ਕਰਨਾ, ਇਹਦਾ ਅਸੀਂ ਕਰਨਾ ਸੈਲਫ ਡਿਸਪਲਿਨ, ਰਾਈਟ। ਜੇ ਅਸੀਂ ਸੈਲਫ ਡਿਸਪਲਿਨ ਕਰ ਸਕਦੇ ਹਾਂ ਤਾਂ ਸਾਡੀ ਇੱਕ ਲਾਈਫ ਕੰਪਲੀਟ ਬਣ ਜਾਏਗੀ। ਪਰ ਇਹ ਵੀ ਸਾਨੂੰ ਜਿਹੜੀ ਇਹ ਪਿਕਚਰ ਹੈ ਅਜੇ, ਇਹ ਵੀ ਅਜੇ ਥੋੜੀ
ਇਹ ਸਿਰਫ ਬਲੈਕ ਐਂਡ ਵਾਈਟ ਹੈ, ਰਾਈਟ? ਤੇ ਅਸੀਂ ਇਹਨੂੰ ਅਸੀਂ ਕਿਵੇਂ ਚੇਂਜ ਕਰ ਸਕਦੇ ਹਾਂ, ਤੇ ਉਹ ਕਿਹੜੀ ਚੀਜ਼ ਨਾਲ ਚੇਂਜ ਹੋਏਗੀ, ਕੋਈ ਦੱਸ ਸਕਦਾ? ਅਜਦੀਪ ਵੀਰ ਜੀ, ਤੁਸੀਂ ਥੋੜੀ ਜਿਹੀ ਹੈਲਪ ਕਰੋਗੇ ਮੇਰੀ ਚੈਟ ਤੇ? ਹਾਂਜੀ, ਚੈਟ ਬਾਕਸ ਵਿੱਚ ਲਿਖ ਸਕਦੇ ਨੇ ਜੀ ਸਾਰੇ ਕਿ ਕਿਸ ਤਰੀਕੇ ਨਾਲ ਅਸੀਂ ਇਸ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾ ਸਕਦੇ ਹਾਂ, ਕਲਰਫੁਲ ਬਣਾ ਸਕਦੇ ਹਾਂ। ਓਕੇ ਜੀ, ਕੀਰਤਨ ਕਰਕੇ, ਬਾਣੀ ਪੜ੍ਹ ਕੇ ਇਹ ਆਇਆ ਜੀ। ਵੈਰੀ ਗੁੱਡ। ਦਿਸ ਸੇਮ ਹੈ, ਸਾਡੇ ਬੱਚੇ ਬਹੁਤ ਹੀ ਹੁਸ਼ਿਆਰ ਨੇ। ਦਿਸ ਇਜ਼ ਦ ਐਗਜ਼ੈਕਟ ਆਨਸਰ ਅਗੇਨ, ਜਿਹੜਾ ਪਹਿਲਾਂ ਵੀ ਬੱਚੇ ਨੇ ਬਿਲਕੁਲ ਠੀਕ ਆਨਸਰ ਦਿੱਤਾ ਸੀ, ਐਗਜ਼ੈਕਟਲੀ ਦ ਰਾਈਟ ਆਨਸਰ। ਜੇ ਅਸੀਂ ਜਦ ਤੱਕ ਅਸੀਂ ਸਾਡੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ, ਸਾਡੇ ਤੇ ਡਿਸਪਲਿਨ ਵੀ ਹੈਗਾ, ਜਦ ਤੱਕ ਅਸੀਂ ਗੁਰਬਾਣੀ ਨਾਲ ਨਹੀਂ ਜੁੜਾਂਗੇ, ਬਾਣੀ ਨੂੰ ਆਪਣੇ ਅੰਦਰ ਨਹੀਂ ਵਸਾਵਾਂਗੇ, ਪਾਠ ਕੀਰਤਨ ਇਹ ਸਾਰੇ ਜ਼ਰੀਏ ਨੇ ਗੁਰੂ ਨਾਲ ਜੁੜਨ ਦੇ, ਜੇ ਨਹੀਂ ਜੁੜਾਂਗੇ ਤਾਂ ਸਾਡੀ ਜਿਹੜੀ ਲਾਈਫ ਦੀ ਤਸਵੀਰ ਹੈ ਉਹ ਇਦਾਂ ਦੀ ਰਹਿ ਜਾਏਗੀ। ਈਵਨ ਆਫਟਰ ਸੈਲਫ ਡਿਸਪਲਿਨ, ਜਿਹੜਾ ਕਾਫੀ ਪੂਰਾ ਕਰਦੀ ਹੈ ਲਾਈਫ ਨੂੰ, ਪਰ ਗੁਰਬਾਣੀ ਤੋਂ ਬਗੈਰ ਫਿਰ ਵੀ ਲਾਈਫ ਸਾਡੀ ਇਦਾਂ ਦੀ ਰਹਿ ਜਾਏਗੀ। ਸੋ ਅਸੀਂ ਕੀ ਕਰਨਾ ਹੈ? ਅਸੀਂ ਆਪਣੀ ਲਾਈਫ ਨੂੰ ਇਦਾਂ ਦਾ ਬਣਾਉਣਾ, ਤੇ ਉਹ ਸਿਰਫ ਹੋ ਸਕਦਾ ਹੈ, ਸਾਡੀ ਇਹ ਲਾਈਫ ਪੂਰੀ ਹੈ, ਉਹ ਹੋ ਸਕਦਾ ਹੈ ਗੁਰਬਾਣੀ ਨਾਲ, ਕੀਰਤਨ ਨਾਲ, ਬਾਣੀ ਨਾਲ, ਗੁਰੂ ਦੀਆਂ ਗੱਲਾਂ ਸੁਣਨ ਨਾਲ, ਗੁਰੂ ਦੇ ਨਾਲ ਜੁੜਨ ਦੇ ਨਾਲ। ਸੋ ਇਹਨਾਂ ਸ਼ਬਦਾਂ ਨਾਲ ਹੀ ਮੇਰੀ ਅੱਜ ਦਾ ਟੌਪਿਕ ਹੈ ਉਹ ਖਤਮ ਹੁੰਦਾ। ਸੋ ਸਾਰਿਆਂ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ, ਤੇ ਮੈਂ ਉਮੀਦ ਕਰਦਾ ਤੁਸੀਂ ਆਪਣੀ ਲਾਈਫ ਵਿੱਚ ਇਸ ਟਾਈਮ ਦਾ ਜਿਹੜਾ ਸਾਨੂੰ ਕਰੋਨਾ ਵਾਇਰਸ ਨੇ ਸਾਨੂੰ ਦਿੱਤਾ, ਇਹ ਜਿਹੜੀ ਓਪਰਚੁਨਿਟੀ ਸਾਨੂੰ ਮਿਲੀ ਹੋਈ ਹੈ, ਇਸ ਟਾਈਮ ਦਾ ਅਸੀਂ ਚੰਗੀ ਤਰ੍ਹਾਂ ਯੂਜ਼ ਕਰਾਂਗੇ। ਆਪਣੀਆਂ ਛੋਟੇ ਟਾਈਮ ਜਿਹੜਾ ਸਾਡੇ ਕੋਲ ਪਹਿਲਾਂ ਮਿਲਦਾ ਹੀ ਨਹੀਂ ਸੀ, ਉਹ ਅਸੀਂ ਠੀਕ ਤਰ੍ਹਾਂ ਯੂਜ਼ ਕਰ ਸਕਾਂਗੇ। ਅਸੀਂ ਗੁਰਬਾਣੀ ਨਾਲ ਜੁੜਨ ਵਾਸਤੇ ਇਹ ਟਾਈਮ ਯੂਜ਼ ਕਰ ਸਕਦੇ ਹਾਂ, ਤੇ ਅਸੀਂ ਆਪਣੀਆਂ ਰੂਹਾਂ ਨੂੰ, ਆਪਣੇ ਜੀਵਨ ਨੂੰ ਅਸੀਂ ਆਪਣੇ ਤਰ੍ਹਾਂ ਨਾਲ ਇਹਨਾਂ ਨੂੰ ਰੰਗ ਬਰੰਗਾ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬਹੁਤ ਵੀਰ ਜੀ ਦਾ ਧੰਨਵਾਦ ਕਿ ਉਹਨਾਂ ਨੇ ਬੜੇ ਹੀ ਯੂਨੀਕ ਢੰਗ ਨਾਲ ਸਾਨੂੰ ਸੈਲਫ ਡਿਸਪਲਿਨ ਦੀ ਇੰਪੋਰਟੈਂਸ ਦੱਸੀ ਹੈ। ਸੋ ਇੱਕ ਵਾਰੀ ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਜਿਹੜਾ ਸੈਲਫ ਡਿਸਪਲਿਨ ਹੈ ਨਾ, ਇਟ ਇਜ਼ ਅ ਬ੍ਰਿਜ ਬਿਟਵੀਨ ਯੋਰ ਗੋਲ ਐਂਡ ਯੂ ਅਕੰਪਲਿਸ਼ਿੰਗ ਯੋਰ ਗੋਲ। ਮਤਲਬ ਗੋਲ ਤੇ ਗੋਲ ਦੀ ਪ੍ਰਾਪਤੀ ਦੇ ਵਿੱਚ ਜਿਹੜਾ ਬ੍ਰਿਜ ਹੈ ਨਾ, ਉਹ ਸੈਲਫ ਡਿਸਪਲਿਨ ਹੈ। ਸੋ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਹੈ ਕਿ ਬੱਚਿਆਂ ਦੇ ਸਕੂਲ ਬੰਦ ਹੈ, ਸਾਰਾ ਉਹਨਾਂ ਦਾ ਸਿਸਟਮ ਜਿਹੜਾ ਉਹ ਹੇਵਾਇਰ ਹੋਇਆ ਹੈ, ਸਵੇਰੇ ਜਲਦੀ ਨਹੀਂ ਉੱਠਣਾ, ਰਾਤੀ ਲੇਟ ਤੱਕ ਜਾਗਣਾ ਹੈ। ਕੁਛ ਸਾਡੇ ਫਰੈਂਡ ਸਰਕਲ ਦੇ ਵਿੱਚ ਸਾਨੂੰ ਕਹਿੰਦੇ ਕਿ ਜੀ ਸਵੇਰੇ 6 ਵਜੇ ਤੱਕ ਜਾਗਦੇ ਨੇ ਤੇ ਫਿਰ ਦਿਨੇ 6 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਸੌਂਦੇ ਨੇ। ਸੋ ਬਿਲਕੁਲ ਹੀ ਉਲਟਾ ਸਿਸਟਮ ਚੱਲ ਰਿਹਾ ਹੈ, ਤੇ ਇਹ ਚੀਜ਼ ਨੂੰ ਅਸੀਂ ਅਵੋਇਡ ਕਰਨਾ ਹੈ, ਕਿਉਂਕਿ ਜੇ ਹੁਣ ਹਾਲੇ ਸਕੂਲ ਤਾਂ ਖੁੱਲ੍ਹਣੇ ਨਹੀਂ 2 ਮਹੀਨੇ ਮਿਨੀਮਮ, ਤੇ ਜੇ ਇਹ ਆਦਤ ਪੈ ਗਈ ਨਾ, ਫਿਰ ਵਾਰਿਸ਼ਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੌੜੀਆਂ ਜੀ। ਫਿਰ ਜਦੋਂ ਸਕੂਲ ਖੁੱਲਣਗੇ ਨਾ, ਫਿਰ ਸਕੂਲ ਜਾ ਕੇ ਅਸੀਂ ਸੌਵਾਂਗੇ ਤੇ ਫਿਰ ਸਾਨੂੰ ਮੈਡਮ ਕੋਲੋਂ, ਟੀਚਰਸ ਕੋਲੋਂ ਡਾਂਟ ਪਏਗੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਚਾਹੇ ਸਾਡਾ ਜੀਵਨ ਦਾ ਢੰਗ ਅੱਜ ਕੱਲ੍ਹ ਬਦਲਿਆ ਹੋਇਆ ਹੈ, ਬਟ ਸਾਨੂੰ ਕੋਸ਼ਿਸ਼ ਕਰਕੇ ਜੋ ਸਾਡਾ ਡਿਸਿਪਲਿਨ ਰੂਟੀਨ ਲਾਈਫ ਵਿੱਚ ਹੁੰਦਾ ਸੀ, ਉਹੀ ਸਾਨੂੰ ਫੋਲੋ ਕਰਨਾ ਚਾਹੀਦਾ ਹੈ।